ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸੋ ਭਾਂਡਾ ਕਲਮ ਧੰਨ, ਧੰਨ ਕਾਗਦ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ, ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਧੁਨਕਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਦੁਕ੍ਰਿਤ ਸੁਕ੍ਰਿਤ ਮੰਦੇ, ਸੰਸਾਰ ਸਗਲਾਣਾ। ਦੁਹ ਤੇ ਰਹਿਤ ਭਗਤ ਹੈ, ਕੋਈ ਵਿਰਲਾ ਜਾਣਾ। ਦੁਕ੍ਰਿਤ ਸੁਕ੍ਰਿਤ ਮੰਦੇ, ਸੰਸਾਰ ਸਗਲਾਣਾ। ਦੁਹੂ ਤੇ ਰਹਿਤ ਭਗਤ ਹੈ, ਕੋਈ ਵਿਰਲਾ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਕਾਲੀ ਬਾਣੀ ਦੀ, ਧੁਰ ਕੀ ਬਾਣੀ ਦੀ ਵਿਚਾਰ ਜੋ ਪਿਛਲੇ ਸਮੇਂ ਤੋਂ ਆਰੰਭ ਹੈ, ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਖ ਵਾਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸ੍ਰੀ ਰਾਗ, ਰਾਗ ਦਾ ਨਾਮ ਹੈ ਮਹੱਲਾ ਪੰਜਵਾਂ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪੰਜਵਾਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਫਰਮਾਉਂਦੇ ਹਨ। ਦੁਕ੍ਰਿਤ ਸੁਕ੍ਰਿਤ ਮੰਦੇ, ਸੰਸਾਰ ਸਗਲਾਣਾ। ਦੁਕ੍ਰਿਤ ਕਰਮ ਉਹ ਹੁੰਦੇ ਨੇ ਜੋ ਸ਼ਾਸਤਰਾਂ ਵੱਲੋਂ, ਧਾਰਮਿਕ ਰਹਿਬਰਾਂ ਵੱਲੋਂ ਨਿਖੇਧ ਕੀਤੇ ਗਏ ਨੇ, ਜਿਨ੍ਹਾਂ ਨੂੰ ਨਿੰਦਿਆ ਗਿਆ ਭਈ ਇਹ ਕਰਮ ਨਹੀਂ ਕਰਨੇ। ਬੁਰੇ ਕਰਮਾਂ ਨੂੰ ਦੁਕ੍ਰਿਤ ਕਹਿੰਦੇ ਨੇ। ਤੇ ਸੁਕ੍ਰਿਤ ਚੰਗੇ ਕਰਮ, ਪੁੰਨ ਕਰਮ, ਪਵਿੱਤਰ ਕਰਮ, ਵਿਧੀ ਕਰਮ। ਔਰ ਸਾਰਾ ਸੰਸਾਰ ਇਹਨਾਂ ਚੰਗੇ ਤੇ ਮੰਦੇ ਕਰਮਾਂ ਦੇ ਵਿੱਚ ਹੀ ਫਸਿਆ ਹੋਇਆ ਹੈ, ਉਲਝਿਆ ਹੋਇਆ ਹੈ। ਇਸ ਵਿਚਾਰ ਵਿੱਚ ਹੀ ਹੈ ਕਿ ਕਿਹੜੇ ਕਰਮ ਪਾਪ ਹਨ, ਬੁਰੇ ਹਨ, ਸ਼ਾਸਤਰਾਂ ਵੱਲੋਂ, ਧਰਮ ਗ੍ਰੰਥਾਂ ਵੱਲੋਂ, ਰਹਿਬਰਾਂ ਵੱਲੋਂ ਨਿਖੇਧ ਕੀਤੇ ਗਏ ਨੇ, ਤੇ ਕਿਹੜੇ ਕਰਮ ਵਿਧੀ ਕਰਮ ਹਨ ਸ਼ਾਸਤਰਾਂ ਵੱਲੋਂ, ਜਿਨ੍ਹਾਂ ਨੂੰ ਕਰਨ ਦੀ ਆਗਿਆ ਕੀਤੀ ਗਈ ਹੈ, ਪੁੰਨ ਕਰਮ ਹਨ। ਇੱਥੇ ਹਜ਼ੂਰ ਦਾ ਮਤਲਬ ਇਹ ਨਹੀਂ ਹੈ ਕਿ ਸੁਕ੍ਰਿਤ ਚੰਗੇ ਕਰਮ, ਪੁੰਨ ਕਰਮ ਨਹੀਂ ਕਰਨੇ ਤੇ ਪਾਪ ਕਰਮ ਵੀ ਨਹੀਂ ਕਰਨੇ, ਇਹ ਮਤਲਬ ਨਹੀਂ ਹੈ। ਪਾਪ ਕਰਮ ਤਾਂ ਨਹੀਂ ਕਰਨੇ, ਪਰ ਚੰਗੇ ਕਰਮ ਕਰਨ ਤੋਂ ਸਤਿਗੁਰੂ ਨੇ ਰੋਕਿਆ ਨਹੀਂ ਹੈ। ਹਾਂ, ਇੰਨੀ ਗੱਲ ਜ਼ਰੂਰ ਜੋ ਸਤਿਗੁਰੂ ਸਮਝਾ ਰਹੇ ਨੇ ਕਿ ਕੇਵਲ ਕਰਮਾਂ ਵਿੱਚ ਫਸੇ ਰਹਿਣਾ ਇੰਜ ਕਲਿਆਣ ਨਹੀਂ ਹੈ। ਸਾਰਾ ਸੰਸਾਰ ਬਹੁ ਗਿਣਤੀ 'ਚ 99% ਤੋਂ ਵੀ ਵੱਧ ਕਰਮਾਂ ਦੇ ਬੰਧਨਾਂ ਵਿੱਚ ਹੈ, ਤੇ ਅੰਦਰ ਵਾਸ਼ਨਾਵਾਂ ਹਨ, ਵਿਕਾਰ ਹਨ, ਮਨ ਮੈਲਾ ਹੈ, ਤ੍ਰਿਸ਼ਨਾ ਹੈ, ਵਾਸ਼ਨਾ ਹੈ। ਔਰ ਜੇ ਚੰਗੇ ਕਰਮ ਵੀ ਜੀਵ ਕਰਦੇ ਨੇ, ਪੁੰਨ ਕਰਮ ਵੀ ਕਰਦੇ ਹਨ, ਤਾਂ ਉਹਨਾਂ ਕਰਮਾਂ ਦਾ ਫਲ, ਪੁੰਨਾਂ ਦਾ ਫਲ, ਸੁਖ ਆਦਿਕ ਭੋਗਣ ਦੀ ਲਾਲਸਾ ਅੰਦਰ ਹੁੰਦੀ ਹੈ। ਚੰਗੇ ਕਰਮ ਕਰਨ ਦੇ ਪਿੱਛੇ ਵੀ ਇੱਛਾਵਾਂ ਹੁੰਦੀਆਂ ਨੇ। ਜਿਹੜਾ ਭਗਤ ਹੈ ਉਹ ਕਰਮਾਂ ਤੋਂ ਉੱਪਰ ਉੱਠ ਜਾਂਦਾ ਹੈ। ਮਾਇਆ ਦੇ 3 ਗੁਣ ਹਨ। ਤਿੰਨਾਂ ਗੁਣਾਂ, ਤਿੰਨਾਂ ਸੁਭਾਵਾਂ ਦੇ ਪ੍ਰਭਾਵ ਕਰਕੇ ਜੀਵ ਵੀ 3 ਤਰ੍ਹਾਂ ਦੇ ਹੀ ਹਨ। ਕੁਝ ਤਮੋ ਗੁਣੀ, ਕੁਝ ਰਜੋ ਗੁਣੀ, ਕੁਝ ਸਤੋ ਗੁਣੀ। ਜਾਂ ਇੰਝ ਕਹਿ ਲਓ ਕਿ ਹਰ ਵਿਅਕਤੀ ਦੇ ਅੰਦਰ ਤਮੋ ਗੁਣ ਦਾ ਪ੍ਰਭਾਵ ਵੀ ਹੈ, ਰਜੋ ਗੁਣ ਦਾ ਵੀ ਤੇ ਸਤੋ ਗੁਣ ਦਾ ਵੀ। ਕੁਛ ਹਨ ਜੋ ਤਮੋ ਗੁਣ ਤੋਂ ਰਹਿਤ ਹੋ ਜਾਂਦੇ ਨੇ, ਕੁਝ ਐਸੇ ਹਨ ਕੇਵਲ ਰਜੋ ਗੁਣੀ ਨੇ, ਕੁਝ ਐਸੇ ਕੁਝ ਸਤੋ ਗੁਣੀ ਹਨ, ਚੰਗੇ ਕਰਮ ਕਮਾਉਂਦੇ ਹਨ, ਪਰ ਕਰਮਾਂ ਵਿੱਚ ਹੀ ਫਸੇ ਹੋਏ ਨੇ, ਕਰਮਾਂ ਤੋਂ ਅੱਗੇ ਨਹੀਂ ਲੰਘੇ, ਉਪਾਸ਼ਨਾ ਜਾਂ ਗਿਆਨ ਤੱਕ ਨਹੀਂ ਪਹੁੰਚੇ। ਭਗਤ ਵੀ ਲੋਕ ਸ੍ਰੇਸ਼ਟ ਕਰਮ, ਪਰਉਪਕਾਰ, ਨੇਕੀ ਜਦੋਂ ਤੱਕ ਸਰੀਰ ਹੈ ਉਹ ਕਰਦੇ ਨੇ, ਪਰ ਉਹ ਕਰਦੇ ਹੋਏ ਵੀ ਅਕਰਾ ਹੋ ਜਾਂਦੇ ਨੇ।
ਉਹਦੇ ਵਿੱਚ ਫਸੇ ਹੋਏ ਨੇ ਜਾਂ ਉਹਨਾਂ ਕਰਮਾਂ ਦਾ ਫਲ ਭੋਗਣ ਦੀ ਲਾਲਸਾ ਇੱਛਾ ਨਹੀਂ ਹੈ। ਸਤਿਗੁਰੂ ਜੀ ਇਹ ਸਮਝਾ ਰਹੇ ਨੇ। ਕੁਝ ਲੋਕ ਇੱਥੋਂ ਤੱਕ ਸੀਮਤ ਰਹਿ ਜਾਂਦੇ ਨੇ ਕਿ ਅਸੀਂ ਬੁਰੇ ਕਰਮ ਨਹੀਂ ਕਰਦੇ, ਚੰਗੇ ਕਰਮ ਕਰਦੇ ਹਾਂ, ਦਾਨ ਪੁੰਨ ਆਦਿ ਕਰਦੇ ਹਾਂ ਅਤੇ ਅਸੀਂ ਇਸ ਤਰ੍ਹਾਂ ਹੀ ਤਰ ਜਾਣਾ, ਤੀਰਥਾਂ ਦੀ ਯਾਤਰਾ ਕਰਕੇ, ਇਸ਼ਨਾਨ ਕਰਕੇ ਜਾਂ ਦਾਨ ਪੁੰਨ ਕਰਕੇ ਤਰ ਜਾਣਾ। ਸਤਿਗੁਰੂ ਕਹਿ ਰਹੇ ਨੇ ਕਿ ਉਹ ਭਗਤਾਂ ਵਿੱਚ ਨਹੀਂ ਗਿਣੇ ਜਾਣਗੇ, ਕਿਉਂਕਿ ਭਗਤ ਦੀ ਅਵਸਥਾ ਚੌਥਾ ਪਦ ਹੈ, ਤੁਰੀਆ ਅਵਸਥਾ ਹੈ, ਤੁਰੀਆ ਪਦ ਹੈ, ਬ੍ਰਹਮ ਗਿਆਨ ਹੈ। ਸਾਰਾ ਸੰਸਾਰ ਦੁਕ੍ਰਿਤ ਮੰਦੇ ਕਰਮਾਂ ਅਤੇ ਸੁਕ੍ਰਿਤ ਚੰਗੇ ਕਰਮਾਂ ਦੇ ਵਿੱਚ ਹੀ ਫਸਿਆ ਹੋਇਆ ਹੈ। ਦੁਹੂੰ ਤੇ ਰਹਿਤ ਭਗਤ ਹੈ। ਇਹਨਾਂ ਦੋਵਾਂ ਵਿਚਾਰਾਂ ਤੋਂ, ਮੰਦੇ ਕਰਮਾਂ ਤੋਂ ਵੀ ਤੇ ਚੰਗੇ ਕਰਮਾਂ ਤੋਂ ਵੀ, ਸਿਆਣਿਆਂ ਨੇ ਕਥਨ ਕੀਤਾ ਹੈ ਕਿ ਪਾਪ ਲੋਹੇ ਦੀ ਬੇੜੀ ਹੈ ਤੇ ਪੁੰਨ ਸੋਨੇ ਦੀ ਬੇੜੀ ਹੈ ਤਾਂ ਬੇੜੀ ਹੈ, ਸੰਗਲ ਹੀ ਹਨ। ਜਿਸ ਜੀਵ ਨੂੰ ਸੰਗਲ ਮਾਰ ਕੇ ਬੱਧਿਆ ਹੋਇਆ, ਭਾਵੇਂ ਸੋਨੇ ਦੇ ਸੰਗਲਾਂ ਨਾਲ ਬੱਧਾ ਹੋਵੇ, ਹੈ ਤਾਂ ਬੱਝਾ ਹੋਇਆ ਨਾ। ਸੋ ਇਸ ਪ੍ਰਕਾਰ, ਕਿਉਂਕਿ ਪੁੰਨ ਜਿਹੜੇ ਹਨ ਇਹਨਾਂ ਦਾ ਫਲ ਭੋਗਣ ਤੋਂ ਬਾਅਦ ਫਿਰ ਛੁਟਕਾਰਾ ਨਹੀਂ, ਫਿਰ ਪਾਪਾਂ ਦਾ ਫਲ ਭੋਗਣਾ ਪੈਂਦਾ। ਤੇ ਜੋ ਆਪਣੀਆਂ ਵਾਸ਼ਨਾਵਾਂ ਖਤਮ ਕਰ ਲੈਂਦਾ, ਸਿਮਰਨ ਦੁਆਰਾ, ਬੰਦਗੀ ਦੁਆਰਾ ਮਨ ਦੀਆਂ ਮੈਲਾਂ ਧੋ ਲੈਂਦਾ, ਲਾਲਸਾ ਕੋਈ ਨਹੀਂ ਰਹਿ ਜਾਂਦੀ, ਵਾਸ਼ਨਾ ਨਹੀਂ ਰਹਿ ਜਾਂਦੀ, ਫਿਰ ਉਹਦਾ ਜਨਮ ਹੀ ਨਹੀਂ ਹੁੰਦਾ ਤੇ ਕਰਮਾਂ ਦਾ ਫਲ ਕਿਹਨੇ ਭੋਗਣਾ। ਥੋੜ੍ਹਾ ਜਿਹਾ ਬੇਨਤੀ ਕਰਦੇ ਹਾਂ। 3 ਤਰ੍ਹਾਂ ਦੇ ਕਰਮ ਮੰਨੇ ਗਏ ਨੇ। ਇੱਕ ਤਾਂ ਹਨ ਸੰਚਿਤ ਕਰਮ, ਪੂਰਬਲੇ ਜਨਮਾਂ ਦੇ ਕਮਾਏ ਹੋਏ ਕਰਮ, ਪੂਰਬ ਜਨਮ ਪਰਚੂਨ ਕਮਾਏ, ਚੰਗੇ ਮੰਦੇ ਸਭ ਨੇ ਕਮਾਏ ਹੋਏ ਨੇ। ਸੰਚਿਤ ਜਮ੍ਹਾਂ ਕੀਤੇ ਹੋਏ ਕਰਮ, ਜਮ੍ਹਾਂ ਹੋਏ ਹੋਏ ਇਕੱਠੇ ਪਏ ਕਰਮ। ਇੱਕ ਉਹਨਾਂ ਵਿੱਚੋਂ ਹਨ ਪਰਾਰਬਧ ਕਰਮ। ਸੰਚਿਤ ਕਰਮਾਂ ਵਿੱਚੋਂ ਜਿੰਨੇ ਕਰਮਾਂ ਦਾ ਫਲ ਇਸ ਜਨਮ ਵਿੱਚ ਭੋਗਣਾ ਹੈ, ਉਹਨਾਂ ਨੂੰ ਪਰਾਰਬਧ ਕਿਹਾ ਜਾਂਦਾ ਹੈ। ਤੇ ਇਹਦੀ ਪਰਾਰਬਧ ਦਾ ਜੋ ਇਹਦੇ ਭਾਗਾਂ 'ਚ ਲਿਖਿਆ ਹੋਇਆ ਉਹ ਇਹਨੂੰ ਮਿਲਿਆ। ਸੋ ਚੰਗੇ ਪੁੰਨਦਾਨ ਆਦਿ ਕੀਤੇ ਤੇ ਸੁਖ ਹੋਵੇਗਾ, ਸਰੀਰਕ ਤੌਰ 'ਤੇ ਅਮੀਰੀ ਆਦਿਕ ਹੋਵੇਗੀ, ਜਨਮੀ ਅਮੀਰਾਂ ਦੇ ਘਰ ਹੋ ਜਾਏਗਾ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਅੰ ਮਾਰਤ ਲੋਕ ਕਹੈ ਨਾਨਕ ਚਿਰੰਕਾਲ ਦੁੱਖ ਭੋਗਦੇ। ਅਸ ਕਰਮ ਨੂੰ ਸਮਝਣ ਦੇ ਵਾਸਤੇ ਇਹ ਬਚਨੀ ਬਹੁਤ ਹੈ। ਹਜ਼ੂਰ ਕਹਿੰਦੇ ਨੇ ਪਰਾ ਵੱਡਾ, ਪੂਰਬੇਣ ਪਿਛਲੇ ਜਨਮਾਂ 'ਚ ਜਿਨ੍ਹਾਂ ਨੇ ਦਾਨ ਕੀਤਾ ਹੈ, ਪਰਾ ਵੱਡੇ ਵੱਡੇ ਦਾਨ ਜਿਨ੍ਹਾਂ ਕੀਤੇ ਨੇ, ਪੁੰਚੰਤੇ ਮਹੀਪਤੇ, ਫਿਰ ਉਸ ਦਾਨ ਦੇ ਭੋਗਣ ਦੀ ਇੱਛਾ ਹੋਣ ਕਰਕੇ ਮਹੀ ਨਾਮ ਧਰਤੀ ਦਾ ਪਤੇ ਮਾਲਕ, ਧਰਤੀ ਦੇ ਮਾਲਕ ਬਣ ਕੇ ਭਾਵ ਰਾਜ ਭਾਗ ਪ੍ਰਾਪਤ ਹੋ ਜਾਂਦਾ, ਅਮੀਰਾਂ ਰਾਜਿਆਂ ਦੇ ਘਰ ਜਨਮ ਹੋ ਜਾਏਗਾ। ਜਿਸ ਤਰ੍ਹਾਂ ਦੇ ਜਿੰਨੇ ਕੁ ਪੁੰਨ ਹਨ ਉਹਦੇ ਲਿਹਾਜ਼ ਨਾਲ ਉਹ ਭੋਗਦੇ ਹਨ ਆਪਣੇ ਕਰਮਾਂ ਦਾ ਫਲ ਹੀ। ਪਰ ਵਿਪਰੀਤ ਬੁੱਧਿੰ, ਜਦੋਂ ਸੁੱਖ ਬਹੁਤੇ ਮਿਲ ਜਾਂਦੇ ਹਨ ਫਿਰ ਉਹੋ ਜਿਹੀ ਬੁੱਧ ਨਹੀਂ ਰਹਿੰਦੀ ਪਹਿਲਾਂ ਵਾਲੀ, ਉਹ ਬੁੱਧ ਵਿਪਰੀਤ ਉਲਟੀ ਹੋ ਜਾਂਦੀ ਹੈ। ਤਾਂ ਮਾਰਤ ਲੋਕ ਹੈ, ਲੋਕਾਂ ਨੂੰ ਮਾਰਦੇ, ਕਤਲੇਆਮ ਆਦਿ ਕਰਦੇ ਕਰਾਉਂਦੇ ਨੇ। ਨਾਨਕ ਚਿਰੰਕਾਲ ਦੁੱਖ ਭੋਗਦੇ, ਫਿਰ ਉਹਨਾਂ ਪਾਪਾਂ ਦਾ ਫਲ ਚਿਰਕਾਲ ਤੱਕ, ਲੰਬੇ ਸਮੇਂ ਤੱਕ ਦੁੱਖ ਭੋਗਦੇ ਨੇ। ਆਮ ਸਿਆਣ ਦੀ ਕਹਾਵਤ ਹੈ, ਤਪੋਂ ਰਾਜ ਤੇ ਰਾਜੋਂ ਨਰਕ। ਤਪ ਕੀਤਾ ਜਿਹਨਾਂ ਪਿਛਲਾ ਤੇ ਉਹਦੇ ਲਿਹਾਜ਼ ਨਾਲ ਰਾਜ ਮਿਲਿਆ, ਰਾਜ ਤੋਂ ਬਾਅਦ ਨਰਕ, ਕਿਉਂਕਿ ਪਾਪ ਹੋਏ। ਸੁੱਖੋਂ ਉੱਠੇ ਰੋਗ, ਪਾਪ ਕਮਾਇਆ। ਸੁੱਖ ਵਿੱਚੋਂ ਰੋਗਾਂ ਦਾ ਜਨਮ ਹੋਇਆ ਕਿਉਂਕਿ ਪਾਪ ਕਮਾ ਲਏ, ਇਤਿਆਦਿਕ। ਔਰ ਜੋ ਸੰਤ ਭਗਤ ਹਨ, ਸਿਮਰਨ ਦੁਆਰਾ ਜੋ ਉੱਚੇ ਪਹੁੰਚ ਗਏ, ਉੱਚੀ ਅਵਸਥਾ 'ਚ, ਉੱਥੇ ਇਹਨਾਂ ਦਾ ਅਸਰ ਨਹੀਂ। ਪਰਾਰਬਧ ਕਰਮ ਤਾਂ ਉਹ ਸੰਤ ਲੋਕ ਵੀ ਸਰੀਰਕ ਤੌਰ 'ਤੇ ਹੰਡਾਉਂਦੇ ਨੇ, ਪਰ ਨਾ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਇਹ ਕਰਮ ਸਾਨੂੰ ਨਾ ਭੋਗਣਾ ਪਏ, ਉਹ ਨਸ਼ਟ ਨਹੀਂ ਕਰਨਾ ਚਾਹੁੰਦੇ। ਸਰੀਰਕ ਤੌਰ 'ਤੇ ਦੁੱਖ ਸੁੱਖ ਸਾਰਾ ਉਹਨਾਂ ਵਾਸਤੇ ਮਿਥਿਆ ਹੀ ਹੈ। ਅਤੇ ਜੋ ਕਿਰੇਮਾਨ ਕਰਮ ਹਨ, ਜਿਹੜੇ ਹੁਣ ਕੀਤੇ ਜਾ ਰਹੇ ਨੇ ਇਸ ਜਨਮ ਵਿੱਚ, ਇਹਨਾਂ ਦਾ ਫਲ ਭੋਗਣ ਦੀ ਵਾਰੀ ਅਜੇ ਨਹੀਂ। ਜਿਹੜੇ ਸਧਾਰਨ ਲੋਕ ਨੇ ਉਹ ਜਿਵੇਂ ਸੰਚਿਤ ਕਰਮ ਜਮ੍ਹਾਂ ਪਏ ਨੇ, ਪਰਾਰਬਧ ਇਸ ਜਨਮ ਵਿੱਚ ਭੋਗ ਲਏ, ਫਿਰ ਜਦੋਂ ਉਹਨਾਂ ਸੰਚਿਤ ਕਰਮਾਂ ਤੋਂ ਜਿੰਨੇ ਕਰਮਾਂ ਦੀ ਵਾਰੀ ਆਏਗੀ ਹਰ ਇੱਕ ਜਨਮ 'ਚ ਭੋਗਦੇ। ਜਿਹੜੇ ਕਿਰੇਮਾਨ ਕਰਮ ਹਨ ਇਹ ਸੰਚਿਤ ਕਰਮਾਂ ਵਿੱਚ ਜਾ ਕੇ ਜਮ੍ਹਾਂ ਹੋਣਗੇ। ਜਿਵੇਂ ਤੀਰ ਜਮ੍ਹਾਂ ਪਏ ਨੇ ਪੱਥੇ ਵਿੱਚ, ਇੱਕ ਤੀਰ ਕਮਾਨ ਦੇ ਚਿੱਲੇ 'ਤੇ ਚਾੜ੍ਹ ਕੇ ਛੱਡ ਦਿੱਤਾ, ਚਲਾ ਦਿੱਤਾ, ਅਤੇ ਉਹ ਤਾਂ ਨਿਸ਼ਾਨਾ ਫੁੰਡੇਗਾ ਹੀ। ਜਿਹੜੇ ਜੇ ਹੋਰ ਵਿੱਚ ਪਾਉਣੇ ਨੇ ਪੱਥੇ ਦੇ ਜਾਂ ਪੱਥੇ ਵਿੱਚ ਪਏ ਹੋਏ ਨੇ ਉਹ ਰੋਕੇ ਜਾ ਸਕਦੇ ਨੇ। ਬੰਦਗੀ ਦੁਆਰਾ, ਸਿਮਰਨ ਭਜਨ ਦੁਆਰਾ ਜਿਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਆਤਮ ਗਿਆਨ ਦੀ, ਵਾਸ਼ਨਾਵਾਂ ਖੈ ਹੋ ਗਈਆਂ, ਕਰਮ ਮਿਟ ਗਏ, ਕਿਉਂਕਿ ਸਰੀਰ ਹੀ ਨਹੀਂ ਧਾਰਨਾ, ਮੈਲਾਂ ਵਾਸ਼ਨਾਵਾਂ ਨਾ ਰਹਿ ਗਈਆਂ, ਫਿਰ ਸਰੀਰ ਨਹੀਂ ਧਾਰਨਾ ਪੈਂਦਾ, ਉਹ ਹੁੰਦੇ ਨੇ ਅਸਲ ਵਿੱਚ ਭਗਤ।
ਪਰਮੇਸ਼ਰ ਦੇ ਪੂਰਨ ਸੰਤ ਸੇਵਕ ਕਹਿ ਲਓ। ਹਜੂਰ ਕਹਿੰਦੇ ਨੇ ਇਹਨਾਂ ਦੋਹਾਂ ਵਿਚਾਰਾਂ ਤੋਂ ਉੱਪਰ ਦੁਹੂ ਤੇ ਰਹਿਤ ਭਗਤ ਹੈ। ਦੁਕ੍ਰਿਤ ਸੁਕ੍ਰਿਤ ਤੋਂ ਰਹਿਤ ਜਿਹੜਾ ਹੈ ਉਹ ਭਗਤ ਹੈ ਵਾਹਿਗੁਰੂ ਦਾ। ਪਰ ਐਸਾ ਕੌਣ ਹੁੰਦਾ ਜੀ? ਕੋਈ ਵਿਰਲਾ ਜਾਣਾ। ਹਜੂਰ ਕਹਿੰਦੇ ਐਸਾ ਕੋਈ ਵਿਰਲਾ ਹੀ ਜਾਣਿਆ ਗਿਆ। ਅਸੀਂ ਜਾਣਿਆ ਹੈ ਕਿ ਕੋਈ ਵਿਰਲਾ ਹੀ ਐਸਾ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਠਾਕੁਰ ਸਰਬੇ ਸਮਾਣਾ। ਠਾਕੁਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਕਿਹਾ ਪਾਲਣਹਾਰ। ਹੇ ਪਾਲਣਹਾਰ, ਹੇ ਸੁਆਮੀ, ਤੂੰ ਸਰਬੇ ਸਾਰਿਆਂ ਵਿੱਚ ਹੀ ਸਮਾਇਆ ਹੈ। ਕਿਆ ਕਹਾਂ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਹੇ ਵਾਹਿਗੁਰੂ, ਤੇਰੇ ਬਾਰੇ ਮੈਂ ਕੀ ਕਥਨ ਕਰਾਂ ਤੇ ਕਿੰਨਾ ਕੁ ਤੇਰੀ ਵਡਿਆਈ ਨੂੰ ਮੈਂ ਸੁਣਾ। ਹੇ ਸੁਆਮੀ, ਮਾਇਆ ਸਬਲ ਹੋਣ ਕਰਕੇ ਸਾਰਿਆਂ ਦਾ ਸੁਆਮੀ ਮਾਲਕ, ਤੂੰ ਵੱਡ ਪੁਰਖ ਸੁਜਾਣਾ। ਹੈ ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੇ ਪੁਰਖ ਪੂਰਨ ਹੋ। ਪੁਰੀਆਂ ਪੁਰੀਆਂ ਚਿੱਖੇ ਆਕਾਸ਼ ਦੀ ਨਿਆਈ ਵਿਆਪਕ ਹੋ। ਪੁਰਖ ਪਤੀ ਖਸਮ ਰੂਪ ਹੋ। ਬਾਕੀ ਜੀਵ ਇਸਤਰੀਆਂ ਦੇ ਨਿਆਈ ਪਰਾਧੀਨ ਹਨ। ਆਪ ਸੁਤੰਤਰ ਹੋ। ਸੁਜਾਣਾ ਮਹਾਰਾਜ, ਏਡੇ ਜਾਣਕਾਰ ਹੋ ਕਿ ਦਿਲਾਂ ਦੀਆਂ ਜਾਣਦੇ ਹੋ। ਹਰੇਕ ਜੀਵ ਦੀ ਘਟ ਘਟ ਦੇ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਐਸੇ ਹੋ ਆਪ ਜੀ। ਏਡੇ ਸੁਜਾਨੇ ਸੁਜਾਨ ਦਾਨੇ ਪ੍ਰਧਾਨੇ ਸੂਝਵਾਨ ਹੋ। ਏਡੀ ਗਿਆਤ ਰੱਖਦੇ ਹੋ ਆਪ ਜੀ। ਰਹਾਓ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਜਿਹੜੇ ਆਪਣਾ ਮਾਣ ਆਦਰ ਕਰਾਉਣ ਵਿੱਚ ਤੇ ਅਭਿਮਾਨ ਹਿਰਦੇ ਦੇ ਅੰਦਰ ਹੰਕਾਰ ਧਾਰਿਆ ਹੋਇਆ, ਆਪਣੇ ਗੁਣਾਂ ਦਾ, ਕਿਸੇ ਵੀ ਕਰਮ ਦਾ, ਦੇਹੀ ਦਾ ਆਦਰ ਮਾਣ ਕਰਾਉਣ ਦੀ ਇੱਛਾ ਹੈ, ਅੰਦਰ ਹੰਕਾਰ ਹੈ, ਇਹਨਾਂ ਵਿੱਚ ਜਿਹੜੇ ਮੰਦੇ ਫਸੇ ਹੋਏ ਨੇ, ਮੱਧੇ ਵਿੱਚ ਫਸੇ ਹੋਏ ਨੇ, ਸੋ ਸੇਵਕ ਨਾਹੀ। ਉਹ ਵਾਹਿਗੁਰੂ ਜੀ ਦੇ ਅਸਲ ਸੇਵਕ ਨਹੀਂ ਹਨ। ਸੱਚੇ ਸੁੱਚੇ ਸੇਵਕ ਨਹੀਂ ਹਨ। ਅਜੇ ਆਮ ਸੰਸਾਰੀ ਜੀਆਂ ਵਰਗੇ ਨੇ। ਮਾਨ ਅਭਿਮਾਨ ਦਾ ਅਰਥ ਦੂਜਾ ਇੰਝ ਵੀ ਕੀਤਾ, ਆਪਣਾ ਮਾਣ ਆਦਰ ਕਰਾਉਣ ਦੀ ਇੱਛਾ ਤੇ ਬੇਇੱਜ਼ਤੀ ਨਰਾਦਰ ਨਾ ਹੋਵੇ, ਐਸੇ ਖਿਆਲਾਂ ਜਿਹੜੇ ਪਏ ਹੋਏ ਨੇ, ਉਹ ਸੇਵਕ ਨਹੀਂ ਹਨ ਵਾਹਿਗੁਰੂ ਜੀ ਦੇ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਹੈ ਮੂਲ ਪ੍ਰਮਾਤਮਾ। ਤਤ ਵਾਹਿਗੁਰੂ ਜੋ ਮੂਲ ਹੈ, ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਿਥਿਆ ਸੰਸਾਰ ਹੈ। ਤਤ ਨੂੰ ਪਛਾਣਨ ਵਾਲੇ ਤੇ ਸਮਦਰਸੀ ਦਾ ਮਤਲਬ ਹੈ ਸਮਦ੍ਰਿਸ਼ਟੀ ਵਾਲੇ। ਸਾਰੀ ਕੁਦਰਤ, ਸਾਰੇ ਸੰਸਾਰ, ਸਭ ਜੀਆਂ ਅੰਦਰ ਇੱਕੋ ਜਿਹੀ ਦ੍ਰਿਸ਼ਟੀ ਨਾਲ ਸਭ ਨੂੰ ਵੇਖਦੇ ਨੇ, ਬਲਕਿ ਵਾਹਿਗੁਰੂ ਪਰਮਾਤਮਾ ਦੀ ਜੋਤ ਨੂੰ ਹੀ ਤੱਕਦੇ ਹਨ। ਐਸਾ ਜੋ ਹੈ ਕੋਈ ਕੋਟ ਮੰਦਾਹੀ ਹੈ ਸੰਤ ਜਨੋ। ਐਸਾ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੈ। ਕੋਈ ਕੋਟ ਮੰਦਾਹੀ ਕਰੋੜਾਂ ਵਿੱਚੋਂ ਹੈ। ਕੋਈ ਕੋਟ ਮੰਦਾਹੀ, ਕੋਈ ਇੱਕ ਕਰੋੜਾਂ ਵਿੱਚੋਂ ਹੈ। ਕੋਟ ਮੱਧੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਧਾਰਮਿਕ ਸਥਾਨਾਂ ਤੇ ਆਉਣ ਵਾਲੇ ਵੀ ਅਸੀਂ ਸਾਰੇ ਵਿਵਹਾਰੀ ਵਪਾਰੀ ਲੋਕ ਹਾਂ। ਕੁਛ ਅਰਪਣ ਕਰਦੇ ਹਾਂ, ਕੁਛ ਮੰਗਦੇ ਹਾਂ। ਸੋ ਇਸ ਪ੍ਰਕਾਰ ਜੋ ਵਾਹਿਗੁਰੂ ਦਾ ਸੰਤ ਹੈ, ਤਤ ਸਮਦਰਸੀ, ਤਤ ਨੂੰ ਪਛਾਣਨ ਵਾਲਾ, ਸਮਦ੍ਰਿਸ਼ਟੀ, ਇੱਕੋ ਜਿਹੀ ਦ੍ਰਿਸ਼ਟੀ ਨਾਲ ਤੱਕਣ ਵਾਲਾ ਸਾਰਿਆਂ ਜੀਆਂ ਅੰਦਰ ਪਰਮੇਸ਼ਰ ਦੀ ਅੰਸ਼ ਆਤਮਾ ਜੋਤ ਨੂੰ, ਉਹ ਤਾਂ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ। ਕਹਿਨ ਕਹਾਵਨ ਇਹੋ ਕੀਰਤ ਕਰਲਾ। ਕਹਿਣਾ ਕਿਸੇ ਦੀ ਕੀਰਤੀ ਵਡਿਆਈ ਕਰਨੀ, ਕਹਾਵਣ ਆਪਣੇ ਆਪ ਦੀ ਕੀਰਤੀ ਕਹਾਉਣੀ, ਇਹ ਰਸਤਾ ਤਾਂ ਸੰਸਾਰ ਦਾ ਹੈ। ਹਜ਼ੂਰ ਕਹਿੰਦੇ ਸੰਸਾਰ ਦੇ ਜੀਆਂ ਨੇ ਕਰਲਾ ਨਾਮ ਰਸਤੇ ਦਾ, ਸੰਸਾਰ ਦੇ ਜੀਆਂ ਨੇ ਕਹਿਣ ਕਹਾਉਣ ਦਾ ਹੀ ਇਹ ਰਸਤਾ ਫੜਿਆ ਹੋਇਆ। ਕੀਰਤੀ ਆਪਣੀ ਕਰਾਉਣੀ, ਦੂਜਿਆਂ ਦੀ ਵਡਿਆਈ ਕਰੀ ਜਾਣੀ। ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਵਿਰਲਾ। ਦੂਜਿਆਂ ਦੀ ਉਪਮਾ ਵਡਿਆਈ ਕਥਨ ਕਰਨ ਤੋਂ, ਕਹਿਣ ਤੋਂ, ਕਥਨੀ ਕਹਿਣ ਤੋਂ ਮੁਕਤਾ, ਆਜ਼ਾਦ ਸੁਤੰਤਰ, ਇਸ ਗੱਲ ਤੋਂ ਉੱਪਰ ਉੱਠ ਗਿਆ। ਨਾ ਨਿੰਦਾ ਕਰਦਾ ਕਿਸੇ ਦੀ, ਨਾ ਉਸਤਤ ਕਰਦਾ, ਨਾ ਆਪਣੀ ਉਸਤਤ ਕਰਾ ਕੇ ਖੁਸ਼ ਹੈ। ਇਹੋ ਜਿਹਾ ਕੋਈ ਵਿਰਲਾ ਗੁਰਮੁਖ ਹੈ। ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ ਕੋਈ ਵਿਰਲਾ ਟਾਵਾਂ ਹੈ। ਗਤ ਅਵਗਤ ਕਛ ਨਦਰ ਨਾ ਆਇਆ। ਕੀ ਹੈ ਗਤ? ਮੁਕਤੀ, ਤੇ ਕੀ ਹੈ ਬੰਦੀਖਾਨਾ। ਅਵਗਤ ਮੁਕਤੀ ਨਾ ਹੋਣੀ, ਸੁਤੰਤਰਤਾ ਨਾ ਮਿਲਣੀ, ਇਹਨੂੰ ਅਵਗਤ ਕਿਹਾ ਜਾਂਦਾ। ਜਿਵੇਂ ਕਹਿੰਦੇ ਅਵਗਤ ਰੂਹਾਂ, ਜਿਨ੍ਹਾਂ ਦੀ ਮੁਕਤੀ ਨਹੀਂ ਹੋਈ। ਕਿਆ ਮੁਕਤੀ ਤੇ ਕਿਆ ਬੰਦੀ,
ਕਿਆ ਬੰਦੀ ਖਾਨਾ ਕਿਆ ਬੰਦ ਖਲਾਸੀ ਕਛ ਨਜ਼ਰ ਨਾ ਆਇਆ। ਉਹਨੂੰ ਇਹ ਕੁਛ ਨਜ਼ਰ ਹੀ ਨਹੀਂ ਆਇਆ ਉਹਨਾਂ ਸੰਤਾਂ ਨੂੰ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਉਹਨਾਂ ਜਨਾਂ ਨੇ ਜਾਂ ਉਸ ਜਨ ਨੇ ਸੰਤ ਜਨਾਂ ਦੀ ਰੇਣ ਧੂੜੀ, ਸੰਤ ਜਨਾਂ ਕੀ ਰੇਣ ਕਾਲੇ ਮਾਥੈ ਲਾਉ, ਇਹ ਦਾਨ ਵਾਹਿਗੁਰੂ ਦੇ ਦਰ ਤੋਂ ਪ੍ਰਾਪਤ ਕੀਤਾ ਹੋਇਆ। ਨਿਮਰਤਾ ਧਾਰੀ ਹੈ ਆਪ ਇਸ ਮਾਰਗ ਦੇ ਪਾਂਧੀ ਭਗਤ ਨੇ, ਪਰ ਹੰਕਾਰ ਨਹੀਂ। ਉਹਨਾਂ ਨੇ ਸੰਤ ਜਨਾਂ ਦੀ ਰੇਣ ਚਰਨ ਧੂੜੀ ਵਾਹਿਗੁਰੂ ਦੇ ਦਰ ਤੋਂ ਦਾਨ ਵਜੋਂ ਪ੍ਰਾਪਤ ਕੀਤੀ ਹੈ ਤੇ ਉਹ ਮੁਕਤ ਰੂਪ ਹਨ। ਪਰ ਉਹਨਾਂ ਨੂੰ ਐਸਾ ਕੋਈ ਖਿਆਲ ਨਹੀਂ ਆਇਆ ਕੌਣ ਮੁਕਤ ਹੈ ਤੇ ਕੌਣ ਬੰਦੀਖਾਨੇ 'ਚ ਫਸਿਆ ਹੋਇਆ। ਅਗਲਾ ਸ਼ਬਦ ਉਚਾਰਦੇ ਹਨ ਸਤਿਗੁਰੂ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ। ਇਸ ਰਾਗ ਦੇ 7ਵੇਂ ਘਰ ਸੁਰਤਾਲ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਹਨ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਅਕਾਲ ਪੁਰਖ ਦੇ ਸਨਮੁਖ ਸੰਬੋਧਨ ਕਰਦੇ ਬਚਨ ਕਰਦੇ ਹਨ। ਹੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਭਰੋਸੇ ਅੰਦਰ ਰਹਿ ਕੇ ਮੈਂ ਲਾਡ ਲਡਾਇਆ। ਲਾਡ ਪਿਆਰ ਵਾਲਾ ਕਰਮ ਕੀਤਾ ਹੈ। ਲਾਡ ਲਡਾਉਣਾ, ਲਾਡ ਕਰਨਾ, ਕਲੋਲਾਂ ਕਰਦਾ ਹਾਂ ਮੈਂ ਸੱਚੇ ਪਾਤਸ਼ਾਹ ਤੇਰੇ ਭਰੋਸੇ ਅੰਦਰ। ਭੁੱਲਹਿ ਚੂਕਹਿ ਬਾਰਿਕ ਤੂੰ ਹਰ ਪਿਤਾ ਮਾਇਆ। ਹੇ ਵਾਹਿਗੁਰੂ ਜੀ, ਅਸੀਂ ਭੁੱਲਾਂ ਕਰਨ ਵਾਲੇ, ਚੂਕਹਿ ਮੈਨੇ ਖੁੰਝ ਜਾਣਾ, ਕੋਈ ਕਰਮ ਕਰਦਿਆਂ ਗਲਤੀ ਹੋ ਜਾਣੀ, ਖੁੰਝ ਜਾਣਾ, ਭੁੱਲਾਂ ਚੁੱਕਾਂ ਕਰਨ ਵਾਲੇ ਹਾਂ, ਭੁੱਲਦੇ ਚੁੱਕਦੇ ਹਾਂ। ਅਸੀਂ ਤੁਹਾਡੇ ਇਹੋ ਜਿਹੇ ਬਾਰਿਕ ਬੱਚੇ ਹਾਂ। ਜਿਵੇਂ ਬਚਨ ਹੈ ਨਾ, ਚੰਚਲ ਮਤ ਬਾਰਿਕ ਬਪਰੇ ਕੀ ਸਰਪ ਅਗਨ ਕਰ ਮੇਲਾ। ਮਾਤਾ ਪਿਤਾ ਕੰਠ ਲਾਏ ਰਾਖੈ ਅਨੰਦ ਸਹਿਜ ਤਬ ਖੇਲਾ। ਬੱਚਿਆਂ ਦੀਆਂ ਗਲਤੀਆਂ ਮਾਤਾ ਪਿਤਾ ਨਜ਼ਰਅੰਦਾਜ਼ ਕਰ ਦਿੰਦੇ ਨੇ। ਬੱਚਾ ਚੰਚਲ ਹੈ, ਮਤ ਚੰਚਲ ਹੈ, ਸੱਪ ਨੂੰ ਵੀ ਹੱਥ ਪਾ ਲੈਂਦਾ ਤੇ ਅੱਗ ਨੂੰ ਵੀ ਹੱਥ ਪਾ ਲੈਂਦਾ। ਜੇ ਉਹਨੂੰ ਸਮਝ ਹੋਏ ਤਾਂ ਇੰਜ ਨਾ ਕਰੇ। ਤਾਂ ਕਰਕੇ ਉਹਨਾਂ ਨੂੰ ਬਾਲਕ ਜਾਣ ਕੇ, ਅਣਜਾਣ ਬੇਸਮਝ ਜਾਣ ਕੇ ਮਾਤਾ ਪਿਤਾ ਝਿੜਕ ਵੀ ਲੈਂਦੇ ਨੇ, ਪਰ ਮਤ ਸਿੱਖਿਆ ਵੀ ਦਿੰਦੇ ਨੇ ਕਿ ਇਹ ਅੱਗ ਸਾੜ ਦਿੰਦੀ ਹੈ, ਇਹ ਸੱਪ ਡੰਗ ਮਾਰ ਕੇ ਜ਼ਹਿਰ ਚੜਾ ਦਿੰਦਾ, ਮਾਰ ਦਿੰਦਾ। ਇਸ ਤਰ੍ਹਾਂ ਉਹਨੂੰ ਸਾਰੀ ਗਿਆਤ ਸਹਿਜੇ ਸਹਿਜੇ ਆਉਂਦੀ, ਫਿਰ ਅੱਗੇ ਤੋਂ ਹੱਥ ਨਹੀਂ ਲਾਏਗਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਕਿ ਇੰਜ ਬੇਨਤੀ ਕਰਦੇ ਰਹਿਣਾ ਚਾਹੀਦਾ। ਸੱਚੇ ਪਾਤਸ਼ਾਹ, ਅਸੀਂ ਭੁੱਲਦੇ ਤੇ ਚੁੱਕਦੇ ਖੁੰਝਦੇ ਹਾਂ, ਤੁਹਾਡੇ ਬਾਰਕ ਹਾਂ, ਬਾਲਕ ਬੱਚੇ ਹਾਂ। ਤੂੰ ਹਰ ਪਿਤਾ ਮਾਇਆ। ਤੁਸੀਂ ਹਰੀ ਜੀ ਸਾਡੇ ਪਿਤਾ ਵੀ ਤੇ ਮਾਇਆ ਮਾਤਾ ਰੂਪ ਵੀ ਹੋ। ਸਾਡੇ ਪਿਤਾ ਮਾਤਾ ਤੁਸੀਂ ਹੋ ਸੱਚੇ ਪਾਤਸ਼ਾਹ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ। ਮੁਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ। ਗਿਆਨ ਰਾਸ ਨਾਮ ਧਨ ਸੌਂਪਿਓਨ ਇਸ ਸੌਦੇ ਲਾਇਕ। ਮੈਂ ਨਾਲੋਂ ਕਦੇ ਨਾ ਵਿਛੜਿਆ ਹਰ ਪਿਤਾ ਸਭਨਾ ਗੱਲਾਂ ਲਾਇਕ। ਇਸ ਪ੍ਰਕਾਰ ਤੁਸੀਂ ਮਹਾਰਾਜ ਸਾਡੇ ਪਿਤਾ ਮਾਤਾ ਹੋ। ਨਾਨਕ ਬਾਰਿਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਸਾਡੇ ਮੁਖ ਵਿੱਚ ਤੁਹਾਡਾ ਨਾਮ ਹੋਏ ਤੇ ਖੀਰ ਦੁੱਧ ਹੈ, ਤੇ ਅਸੀਂ ਬਾਲਕਾਂ, ਤੁਸੀਂ ਮਾਤਾ ਪਿਤਾ। ਸੁਹੇਲਾ ਕਹਿਨ ਕੁਹਾਵਨ, ਤੇਰਾ ਬਿਖਮ ਭਾਵਨ। ਕਹਿਣ ਮਾਤਰ ਨੂੰ ਤੇ ਕਹਾਉਣ ਨੂੰ ਲੋਕਾਂ ਕੋਲੋਂ, ਆਪ ਕਹਿਣਾ ਤੇ ਲੋਕਾਂ ਤੋਂ ਕਹਾਉਣਾ, ਇਹ ਤਾਂ ਬੜਾ ਸੌਖਾ ਹੈ। ਸੁਹੇਲਾ ਮੈਨੇ ਬੜਾ ਸੌਖਾ, ਸੁਖੈਨ ਹੈ। ਪਰ ਤੇਰਾ ਬਿਖਮ ਭਾਵਨ, ਤੇਰੀ ਰਜਾ ਵਿੱਚ ਚੱਲਣਾ, ਤੇਰੇ ਭਾਣੇ ਅੰਦਰ ਚੱਲਣਾ, ਤੇਰੇ ਭਾਣੇ 'ਚ ਪ੍ਰਸੰਨ ਰਹਿਣਾ, ਹੈ ਵਾਹਿਗੁਰੂ ਜੀ, ਬੜਾ ਬਿਖਮ ਹੈ, ਕਠਨ ਹੈ। ਇਹ ਤਾਂ ਸਤਿਗੁਰੂ ਕਹਿ ਸਕਦੇ ਨੇ ਕਿ ਨਿਰਗੁਣ ਮੁਗਧ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ। ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲੱਗਾ ਤੇਰਾ ਪਾਣਾ। ਇਹ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਹੀ ਤਤੀ ਤਵੀ ਤੇ ਬੈਠ ਕੇ ਉਚਾਰਦੇ ਨੇ। ਤੇਰਾ ਕੀਆ ਮੀਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮੰਗਾ। ਸਾਈਂ ਮੀਆਂ ਮੀਰ ਜੀ ਵੀ ਹੈਰਾਨ ਰਹਿ ਗਏ ਸੀ ਵੇਖ ਕੇ ਕਿ ਮਹਾਰਾਜ ਇੰਨੀ ਸ਼ਕਤੀ ਦੇ ਮਾਲਕ, ਮੈਨੂੰ ਗੁੱਸਾ ਆ ਰਿਹਾ ਵੀ ਮੈਂ ਲਾਹੌਰ ਤੇ ਦਿੱਲੀ ਦੀ ਟੱਟ ਖੜਕਾ ਦਿਆਂ, ਤੁਸੀਂ ਇਹ ਕੀ ਖੇਡ ਵਰਤਾਈ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਮੀਆਂ ਮੀਰ ਜੀ ਤੁਹਾਡੇ ਗਿਆਨ ਵਿੱਚ ਅਜੇ ਕਚਿਆਈ ਹੈ। ਇਹ ਵਾਹਿਗੁਰੂ ਦੇ ਰਜਾ ਭਾਣਾ, ਉਹਦੀ ਰਜਾ, ਉਹਦਾ ਹੁਕਮ ਹੈ। ਤੇ ਅਸੀਂ ਜੇ ਤਾਂ ਡੋਲੇ ਹਾਂ, ਘਬਰਾਏ ਹਾਂ, ਫਿਰ ਤਾਂ ਗੱਲ ਕਰੋ। ਔਰ ਅੱਜ
ਜੇ ਅਸੀਂ ਸ਼ਕਤੀ ਵਿਖਾ ਦਈਏ, ਤਾਕਤ ਵਿਖਾ ਕੇ ਇਹਨਾਂ ਬਾਦਸ਼ਾਹਾਂ ਦੇ ਅੱਗੇ ਤੇ ਆਪਣਾ ਆਪ ਬਚਾ ਲਈਏ ਸਰੀਰ, ਤੇ ਫਿਰ ਇਹ ਪੂਰਨ ਨਹੀਂ ਅੱਗੇ ਪੈਣਗੇ, ਸਾਡੇ ਸਿੱਖ ਕੁਰਬਾਨੀ ਕਿਵੇਂ ਕਰ ਸਕਣਗੇ। ਸੋ ਇਸ ਵਾਸਤੇ ਵਾਹਿਗੁਰੂ ਦੀ ਰਜ਼ਾ 'ਚ ਰਹਿਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਇਸ ਮਾਰਗ ਤੇ ਚੱਲ ਕੇ ਅਸੀਂ ਵਿਖਾਉਣਾ। ਸੋ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਿ ਤੇਰਾ ਭਾਣਾ, ਤੇਰੀ ਰਜ਼ਾ ਨੂੰ ਪ੍ਰਸੰਨ ਚਿੱਤ ਹੋ ਕੇ ਮੰਨਣਾ, ਉਸ ਵਿੱਚ ਪ੍ਰਸੰਨ ਰਹਿਣਾ, ਇਹ ਬੜਾ ਬਿਖਮ ਕਠਨ ਹੈ। ਜਿਸ ਵੇਲੇ ਸਰਮਦ ਫਕੀਰ ਨੂੰ ਕੈਦ 'ਚ ਪਾਇਆ ਹੋਇਆ ਸੀ ਔਰੰਗਜ਼ੇਬ ਨੇ, ਤਾਂ ਕਹਿੰਦੇ ਰੂਮ ਵਲਾਇਤ ਦੇ ਬਾਦਸ਼ਾਹ ਨੇ ਆਪਣਾ ਵਜ਼ੀਰ ਹਿੰਦੁਸਤਾਨ 'ਚ ਭੇਜਿਆ ਸੀ ਕਿ ਉੱਥੇ ਬੜੇ ਬੜੇ ਵਿਦਵਾਨ ਧਾਰਮਿਕ ਲੋਕ ਰਹਿੰਦੇ ਨੇ, ਸਬਰ ਤੇ ਸ਼ੁਕਰ ਦੇ ਮਾਇਨੇ ਪੁੱਛ ਕੇ ਆਓ। ਔਰ ਅਨੇਕਾਂ ਉਲਮਾਓ ਜਿਹੜੇ ਵਿਦਵਾਨ ਸੀ ਉਹਨਾਂ ਨੂੰ ਪੁੱਛਿਆ, ਤਸੱਲੀ ਨਾ ਹੋਈ, ਪਰ ਉਹਨਾਂ ਨੇ ਫਿਰ ਕਿਹਾ ਵੀ ਜੇ ਚੰਗੀ ਤਰ੍ਹਾਂ ਜਾਣਨਾ ਚਾਹੇ ਸਬਰ ਸ਼ੁਕਰ ਦੇ ਮਾਇਨੇ, ਤਾਂ ਸਰਮਦ ਸੰਤਾ ਕੈਦ 'ਚ ਪਿਆ ਹੋਇਆ, ਬਾਦਸ਼ਾਹ ਤੋਂ ਆਗਿਆ ਲੈ ਕੇ ਤੂੰ ਉਹਨੂੰ ਮਿਲ, ਉੱਥੋਂ ਤੈਨੂੰ ਪਤਾ ਲੱਗੇਗਾ। ਤਾਂ ਫਿਰ ਇਹ ਗਿਆ ਸੀ, ਤਾਂ ਉਸਨੇ ਕਿਹਾ ਜੇ ਸਬਰ ਸ਼ੁਕਰ ਦੇ ਮਾਇਨੇ ਅੱਖੀਂ ਵੇਖਣੇ ਹਨ ਤਾਂ ਇੱਕ ਰਾਤ ਮੇਰੇ ਪਾਸ ਰਹੋ। ਇਹਨੇ ਆਗਿਆ ਲੈ ਲਈ ਤੇ ਸਰਮਦ ਦੇ ਕੋਲ ਕੈਦ ਵਿੱਚ, ਜੇਲ੍ਹ ਵਿੱਚ, ਇਹਨੂੰ ਤਾਂ ਮੰਜਾ ਬਿਸਤਰਾ ਮਿਲ ਗਿਆ, ਪਕਵਾਨ ਥਾਲ ਆ ਗਿਆ, ਪਰ ਸਰਮਦ ਨੂੰ ਲੂਣ ਵਾਲੇ ਪਾਣੀ ਦਾ ਪਿਆਲਾ ਮਿਲਿਆ ਰਾਤ ਨੂੰ ਪੀਣ ਵਾਸਤੇ। ਉਹ ਅਧੀਨ ਨਹੀਂ ਸੀ ਹੁੰਦਾ ਬਾਦਸ਼ਾਹ ਦੇ ਔਰੰਗਜ਼ੇਬ ਦੇ, ਤੇ ਔਰੰਗਜ਼ੇਬ ਉਹਨੂੰ ਅਧੀਨ ਕਰਨਾ ਚਾਹੁੰਦਾ ਸੀ। ਔਰ ਰਾਤ ਨੂੰ ਜਦੋਂ ਲੂਣ ਵਾਲਾ ਪਾਣੀ ਦਾ ਪਿਆਲਾ ਆਇਆ ਤੇ ਉਹਨੇ ਪੀ ਲਿਆ, ਵਾਹਿਗੁਰੂ ਦਾ ਸ਼ੁਕਰਾਨਾ ਕਰਕੇ, ਧੰਨਵਾਦ ਕਰਕੇ ਸਾਰੀ ਰਾਤ ਬੰਦਗੀ ਜੁੜਿਆ ਰਿਹਾ। ਇਹ ਜਿਹੜਾ ਵਜ਼ੀਰ ਸੀ ਆਇਆ ਹੋਇਆ ਰੂਮ ਤੋਂ, ਰੂਮ ਵਲਾਇਤ ਕਰਕੇ ਲਿਖਿਆ ਗ੍ਰੰਥਾਂ 'ਚ, ਸੋ ਉਹ ਰਾਤ ਨੂੰ ਉਹਨੂੰ ਸੁਪਨਾ ਆਇਆ ਵੀ ਬੇਅੰਤ ਰੂਹਾਂ, ਬੜੇ ਬੜੇ ਪੈਗੰਬਰ ਰਿਸ਼ੀ ਮੁਨੀ ਸ਼ਸਤਰ ਪਕੜ ਕੇ ਖੜੇ ਨੇ ਅਸਮਾਨ ਵਿੱਚ, ਤਾਂ ਉਹ ਸਰਮਦ ਨੂੰ ਕਹਿ ਰਿਹਾ ਸਾਨੂੰ ਆਗਿਆ ਦੇ, ਅਸੀਂ ਜੋ ਚਾਹੀਏ ਕਰ ਦਈਏ। ਪਰ ਸਰਮਦ ਕਹਿ ਰਿਹਾ ਨਹੀਂ, ਮੈਂ ਖੁਦਾ ਤੇ ਬਾਦਸ਼ਾਹ, ਇਹ ਤਿੰਨਾਂ ਦੇ ਵਿੱਚ ਮਸਲਾ ਹੈ, ਇਹ ਝਗੜਾ ਤਿੰਨਾਂ ਦੇ ਵਿੱਚ ਹੈ। ਔਰੰਗਜ਼ੇਬ ਮੈਨੂੰ ਝੁਕਾਉਣਾ ਚਾਹੁੰਦਾ, ਮੈਂ ਖੁਦਾ ਦਾ ਬੰਦਾ ਹਾਂ, ਇਸ ਬਾਦਸ਼ਾਹ ਦੇ ਅਧੀਨ ਨਹੀਂ ਹੋਣਾ, ਤੇ ਮੈਂ ਆਪਣੀ ਸ਼ਕਤੀ ਵੀ ਕੋਈ ਨਹੀਂ ਵਿਖਾਉਣੀ, ਕਿਸੇ ਨੂੰ ਕੁਛ ਨਹੀਂ ਕਹਿਣਾ, ਦੱਸਣਾ ਹੈ ਭਈ ਰੱਬ ਦਾ ਸੰਤ ਕਿੰਨੇ ਕੁ ਸਬਰ ਵਾਲਾ ਹੁੰਦਾ। ਸੋ ਇਸ ਪ੍ਰਕਾਰ ਜਦੋਂ ਦਿਨ ਚੜ੍ਹਿਆ ਤਾਂ ਉਸ ਸਰਮਦ ਸੰਤ ਨੇ ਫਿਰ ਵਜ਼ੀਰ ਨੂੰ ਕਿਹਾ ਸੀ ਵੀ ਸੱਜਣਾ, ਸਬਰ ਸ਼ੁਕਰ ਦੇ ਮਾਇਨੇ ਪਤਾ ਲੱਗ ਗਏ, ਤਸੱਲੀ ਹੋਈ ਕਿ ਨਾ? ਕਹਿਣ ਲੱਗਾ ਜੀ ਹੋ ਗਈ। ਇੰਨੀ ਸ਼ਕਤੀ ਕੋਲ ਹੁੰਦਿਆਂ ਇੰਨਾ ਸਬਰ ਤੇ ਇੰਨਾ ਸ਼ੁਕਰ ਵਾਹਿਗੁਰੂ ਦਾ ਕਿ ਉਜਰ ਹੀ ਨਹੀਂ ਕੋਈ ਹਿਰਦੇ 'ਚ ਆ ਰਿਹਾ ਵੀ ਕਿਉਂ ਦੁੱਖ ਮੈਨੂੰ ਦਿੱਤਾ ਜਾ ਰਿਹਾ, ਜਾਂ ਇਹ ਦੁੱਖ ਦੇਣ ਵਾਲੇ ਬਾਦਸ਼ਾਹ ਨੂੰ ਪਕੜੋ ਜਾ ਕੇ। ਨਹੀਂ, ਤਾਣ ਹੁੰਦਾ ਹੋਏ ਨਿਤਾਣਾ, ਮਾਣ ਹੁੰਦਾ ਹੋਏ ਨਿਮਾਣਾ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸੁਧਾਏ। ਇਸ ਪ੍ਰਕਾਰ ਇਹ ਬਹੁਤ ਉੱਚੀ ਅਵਸਥਾ ਦੀ ਨਿਸ਼ਾਨੀ ਹੈ। ਐਸੇ ਸਮੇਂ ਵਿੱਚ ਵੀ ਪ੍ਰਮਾਤਮਾ ਦੇ ਸਬਰ ਤੇ ਸ਼ੁਕਰ 'ਚ ਰਹਿਣਾ, ਭਾਣਾ ਮੰਨਣਾ ਤਾਂ ਪੈਂਦਾ ਹੀ। ਜਦੋਂ ਦੁੱਖ ਤਕਲੀਫ ਸਾਡੇ ਤੇ ਆਉਂਦੀ ਹੈ, ਅਸੀਂ ਉਸ ਨੂੰ ਦੂਰ ਤਾਂ ਕਰ ਨਹੀਂ ਸਕਦੇ। ਮੌਤ ਹੀ ਛਾ ਜਾਏ ਕਿਸੇ ਤੇ, ਆਪਣੇ ਸੰਬੰਧੀ ਤੇ ਆਪਾਂ ਰੋਕ ਤਾਂ ਸਕਦੇ ਨਹੀਂ, ਉਹਨੂੰ ਜਿਉਂਦਾ ਨਹੀਂ ਕਰ ਸਕਦੇ, ਪਰ ਅਸੀਂ ਦਿਲੋਂ ਪ੍ਰਸੰਨ ਹੋ ਕੇ ਵਾਹਿਗੁਰੂ ਦੇ ਭਾਣੇ ਨੂੰ ਨਹੀਂ ਮੰਨਦੇ, ਮਜਬੂਰੀ ਕਰਕੇ ਮੰਨਣਾ ਪੈਂਦਾ। ਪਰ ਕਹਿਣ ਕਹਾਉਣ ਨੂੰ ਭਾਣਾ ਮੰਨਣਾ ਕਿ ਅਸੀਂ ਮੰਨਦੇ ਹਾਂ, ਜਾਂ ਸਾਨੂੰ ਲੋਕ ਕਹੀ ਜਾਣ, ਜਾਂ ਕਿਸੇ ਬਾਰੇ ਅਸੀਂ ਕਹੀ ਜਾਈਏ, ਇਹ ਸੌਖਾ ਹੈ। ਪਰ ਇਹ ਵਾਹਿਗੁਰੂ ਜੀ, ਤੇਰੀ ਭਾਵਨਾ ਦੇ ਵਿੱਚ ਪ੍ਰਸੰਨ ਰਹਿਣਾ, ਤੇਰੇ ਭਾਣੇ ਅੰਦਰ ਪ੍ਰਸੰਨ ਰਹਿਣਾ, ਤੇਰੀ ਰਜ਼ਾ ਵਿੱਚ ਖੁਸ਼ ਰਹਿਣਾ, ਇਹ ਬਿਖਮ ਹੈ। ਰਹਾਓ, ਹਉ ਮਾਣ ਤਾਣ ਕਰੋ ਤੇਰਾ, ਹਉ ਜਾਨੋ ਆਪਾ। ਹੇ ਵਾਹਿਗੁਰੂ, ਮੈਂ ਮਾਣ ਤੇਰੇ ਉੱਤੇ ਰੱਖਦਾ, ਮੇਰਾ ਮਾਣ ਤੇਰੇ ਤਾਈਂ ਹੈ, ਤੂੰ ਮੇਰਾ ਮਾਣ ਹੈ, ਮੇਰੇ ਸਾਹਿਬਾ ਤੂੰ ਮੈਂ ਮਾਣ ਨਿਮਾਣੀ। ਸੋ ਤਾਣ ਕਰੋ ਤੇਰਾ, ਮੈਂ ਤਾਣ ਬਲ ਵੀ ਤੇਰਾ ਹੀ ਕਰਦਾ ਹਾਂ। ਭਾਵ ਮੇਰੇ ਵਾਸਤੇ ਜ਼ੋਰ ਤੇਰੀ ਟੇਕ, ਤੇਰਾ ਆਧਾਰ। ਸੋ ਇਸ ਪ੍ਰਕਾਰ ਮੇਰਾ ਜ਼ੋਰ ਬਲ ਤੂੰ ਹੀ ਹੈ। ਹਉ ਜਾਨੋ ਆਪਾ, ਮੈਂ ਤੈਨੂੰ ਆਪਣਾ ਆਪਾ ਜਾਣਦਾ, ਭਾਵ ਕਿ ਤੈਨੂੰ ਆਪਣਾ ਜਾਣਦਾ। ਹੇ ਵਾਹਿਗੁਰੂ, ਮੈਂ ਹੋਰ ਕਿਸੇ ਨੂੰ ਆਪਣਾ ਨਹੀਂ ਬਣਾਇਆ। ਮੇਰਾ ਮਾਣ ਵੀ ਤੇਰੇ ਉੱਪਰ, ਮੇਰਾ ਤਾਣ ਵੀ ਤੇਰੇ ਉੱਪਰ ਹੈ। ਸਭ ਹੀ ਮੱਧ ਸਭ ਹੈ ਤੇ ਬਾਹਰ, ਸਾਰਿਆਂ ਜੀਆਂ ਅੰਦਰ, ਸਾਰੀ ਸ੍ਰਿਸ਼ਟੀ ਦੇ ਮੱਧ ਵਿੱਚ ਤੂੰ ਹੈ। ਸਭ ਹੈ ਤੇ ਬਾਹਰ, ਫਿਰ ਕੈਸੀ ਤੇਰੀ ਖੇਡ ਹੈ, ਸਭਨਾ ਤੋਂ ਬਾਹਰ ਭਾਵ ਨਿਰਲੇਪ ਹੈ।
ਸਭਨਾਂ ਦੇ ਵਿੱਚ ਹੁੰਦਾ ਹੋਇਆ ਬਾਹਰ ਵੀ ਅੰਦਰਲੇਪ, ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਸੋ ਇਸ ਪ੍ਰਕਾਰ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਪਰ ਨਿਰਲੇਪ ਹੈ, ਪਾਪੀਆਂ 'ਚ ਪਾਪੀ ਨਹੀਂ, ਪੁੰਨੀਆਂ 'ਚ ਪੁੰਨੀ ਨਹੀਂ, ਚੋਰਾਂ 'ਚ ਚੋਰ ਨਹੀਂ, ਸਾਧਾਂ 'ਚ ਸਾਧ ਨਹੀਂ। ਇੱਕ ਰਸ ਹੈ ਵਾਹਿਗੁਰੂ ਦੀ ਜੋਤ। ਬੇਮੁਹਤਾਜ ਬਾਪਾ, ਹੇ ਮੇਰੇ ਬਾਪ ਪਿਤਾ ਜੀ, ਤੁਸੀਂ ਬੇਮੁਹਤਾਜ ਹੋ। ਮੁਥਾਜੀ, ਕਾਣ ਕਣੌੜ ਕਿਸੇ ਦੀ ਅਧੀਨਗੀ ਤੁਹਾਨੂੰ ਨਹੀਂ ਕਰਨੀ ਪੈਂਦੀ। ਸਭ ਤੋਂ ਉੱਪਰ ਹੋ ਵਾਹਿਗੁਰੂ ਜੀ, ਸ਼੍ਰੋਮਣੀ ਸਾਰੀ ਸ੍ਰਿਸ਼ਟੀ ਤੁਹਾਡੇ ਅਧੀਨ ਹੈ, ਤੁਸੀਂ ਕਿਸੇ ਦੇ ਅਧੀਨ ਨਹੀਂ ਹੁੰਦੇ। ਪਿਤਾ ਹਉ ਜਾਣੋ ਨਾਹੀਂ ਤੇਰੀ ਕਵਨ ਜੁਗਤਾ, ਹੇ ਮੇਰੇ ਪਿਤਾ ਵਾਹਿਗੁਰੂ ਜੀ, ਮੈਂ ਜਾਣਦਾ ਨਹੀਂ ਹਾਂ ਕਿ ਤੁਹਾਡੀ ਪ੍ਰਾਪਤੀ ਦੀ ਜੁਗਤੀ ਢੰਗ ਤਰੀਕਾ ਕਿਆ ਹੈ। ਤੁਹਾਡੀ ਕੀ ਜੁਗਤੀ ਹੈ ਸੱਚੇ ਪਾਤਸ਼ਾਹ, ਜਿਸ ਜੁਗਤੀ ਰਾਹੀਂ ਤੁਸੀਂ ਮਿਲ ਪਓ, ਪ੍ਰਾਪਤ ਹੋ ਜਾਓ, ਮੈਂ ਨਹੀਂ ਜਾਣਦਾ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ, ਹੇ ਸੰਤ ਜਨੋ, ਵਾਹਿਗੁਰੂ ਪ੍ਰਮਾਤਮਾ ਬੰਧਨਾਂ ਤੋਂ ਮੁਕਤ ਕਰਨ ਵਾਲਾ, ਬੰਦੀਖਾਨੇ ਤੋਂ ਛੁਡਾਉਣ ਵਾਲਾ, ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਨਾਰ, ਵਿਕਾਰਾਂ ਦੇ ਬੰਧਨ, ਜੰਮਣ ਮਰਨ ਦੇ ਬੰਧਨ, ਜਮਾਂ ਦੇ ਬੰਧਨ, ਸਭਨਾਂ ਤੋਂ ਆਪ ਸੁਤੰਤਰਤਾ ਹੈ ਤੇ ਸਾਨੂੰ ਵੀ ਬੰਧਨਾਂ ਤੋਂ ਮੁਕਤ ਕਰਨ ਵਾਲਾ ਹੈ। ਸੰਤ ਜਨੋ, ਮੇਰੀ ਰੱਖ ਹੈ ਮਮਤਾ, ਮੈਂ ਉਹਦਾ ਪੈਦਾ ਕੀਤਾ ਹੋਇਆ, ਉਹਦੀ ਸ਼ਰਨ ਵਿੱਚ ਐਸ ਕਰਕੇ ਮੇਰੇ ਨਾਲ ਮਮਤਾ ਰੱਖਦਾ। ਮੈਨੂੰ ਉਹ ਪ੍ਰਮਾਤਮਾ ਆਪਣਾ ਜਾਣਦਾ ਹੈ। ਹੱਬੇ ਜਾਣਦੇ ਆਪਣਾ, ਕਹੀ ਨਾ ਠਾਹੇ ਚਿੱਤ, ਸਾਰੇ ਉਹਨੂੰ ਆਪਣਾ ਜਾਣਦੇ ਹਨ ਤੇ ਉਹ ਕਿਸੇ ਦਾ ਦਿਲ ਢਾਉਂਦਾ ਨਹੀਂ, ਸਾਰਿਆਂ ਨੂੰ ਦਿਲਾਸਾ ਧਰਵਾਸ ਦੇਣ ਵਾਲਾ, ਇਸ ਕਰਕੇ ਮੇਰੀ ਮਮਤਾ ਨੂੰ ਰੱਖਦਾ ਹੈ। ਭਾਵੇਂ ਮੇਰੇ ਤਾਈਂ ਮੇਰ ਰੱਖਦਾ, ਮੈਨੂੰ ਆਪਣਾ ਜਾਣਦਾ ਹੈ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਠਾਕੁਰ ਮਾਲਕ ਪ੍ਰਤਪਾਲਕ ਵਾਹਿਗੁਰੂ ਜੀ ਜਿਸ ਦੇ ਉੱਪਰ ਕਿਰਪਾਲੂ ਦਿਆਲੂ ਹੋ ਗਏ, ਰਹਿਓ ਆਵਣ ਜਾਣਾ, ਉਸ ਦਾ ਆਉਣਾ ਤੇ ਜਾਣਾ ਰਹਿ ਗਿਆ, ਯਾਨੀ ਕਿ ਮੁੱਕ ਗਿਆ। ਉਹਨੂੰ ਫਿਰ ਬਾਰ-ਬਾਰ ਨਹੀਂ ਆਉਣਾ ਪੈਂਦਾ ਤੇ ਨਹੀਂ ਜਾਣਾ ਪੈਂਦਾ। ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ, ਇਹ ਉਹਨਾਂ ਦੀ ਅਵਸਥਾ ਹੈ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਮਿਲ ਕੇ ਤੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਜੋ ਸ਼ੁੱਧ ਸਰੂਪ ਹੈ ਵਾਹਿਗੁਰੂ, ਐਸੇ ਪ੍ਰਮਾਤਮਾ ਦੀ ਪਛਾਣ ਕਰ ਲਈ ਹੈ। ਜਿਨ੍ਹਾਂ ਨੇ ਇੱਕ ਨੂੰ ਪਛਾਣਿਆ ਹੈ, ਸਾਰੇ ਕੁਦਰਤ ਅੰਦਰ ਸਮਾਇਆ ਹੋਇਆ, ਇਹ ਐਸੀ ਉਹਨਾਂ ਦੀ ਅਵਸਥਾ ਹੈ। ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ। ਸ੍ਰੀ ਰਾਗ ਮਹੱਲਾ ਪੰਜਵਾ, ਘਰ ਪਹਿਲਾ। ਸ੍ਰੀ ਰਾਗ ਦੇ ਅੰਦਰ ਪਹਿਲੇ ਘਰ ਸੁਰਤਾਲ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਸ਼ਬਦ ਉਚਾਰਦੇ ਹਨ। ਸੰਤ ਜਨਾ ਮਿਲ ਭਾਈ ਆ ਕੱਟਿਆੜਾ ਜਮਕਾਲ, ਜਿਹੜੇ ਸੰਤ ਜਨ ਸਾਡੇ ਭਾਈ ਹਨ, ਗੁਰਸਿੱਖ ਜਾਨੀ, ਬੰਦਗੀ ਕਰਨ ਵਾਲੇ ਸਤਸੰਗੀ ਲੋਕ, ਸੰਤ ਜਨ ਹੀ ਸਾਡੇ ਭਰਾ ਹਨ। ਉਹਨਾਂ ਦੇ ਨਾਲ ਮਿਲ ਕੇ ਕੱਟਿਆੜਾ ਜਮਕਾਲ, ਜਿਹੜਾ ਮੌਤ ਦਾ ਸਹਿਮ ਹੈ ਨਾ, ਮੌਤ ਦੀ ਫਾਹੀ ਹੈ ਨਾ, ਉਹ ਕੱਟੀ ਗਈ। ਜਿਹੜੇ ਸੰਤ ਜਨਾਂ ਦੀ ਸੰਗਤ ਵਿੱਚ ਮਿਲੇ, ਮਤਲਬ ਉਹਨਾਂ ਦਾ ਜਿਹੜਾ ਜਮ ਦਾ ਫਾਹਾ ਸੀ, ਜਮਕਾਲ ਮੌਤ ਦਾ ਸਹਿਮ ਸੀ, ਡਰ ਸੀ, ਮੌਤ ਦਾ ਫੰਦਾ ਸੀ, ਉਹ ਕੱਟਿਆ ਗਿਆ। ਆਤਮਕ ਮੌਤੇ ਹੁਣ ਉਹ ਨਹੀਂ ਮਰਨਗੇ। ਔਰ ਸੱਚਾ ਸਾਹਿਬ ਮਨ ਉੱਠਾ ਹੋਵਾ ਖਸਮ ਦਇਆਲ, ਸੱਚਾ ਜੋ ਸਾਹਿਬ ਮਾਲਕ ਹੈ ਵਾਹਿਗੁਰੂ ਅਕਾਲ ਪੁਰਖ ਸਥਿਰ ਰਹਿਣ ਵਾਲਾ, ਉਹ ਮਨ ਵਿੱਚ ਉੱਠਾ ਮੈਨੇ ਵਸਿਆ ਹੋਇਆ, ਪਰਮਾਤਮਾ ਮਨ 'ਚ ਵਸਿਆ ਹੋਇਆ। ਹੋਆ ਖਸਮ ਦਇਆਲ, ਉਹ ਖਸਮ ਪਤੀ ਜੋ ਪ੍ਰਮਾਤਮਾ ਹੈ, ਉਹ ਦਇਆ ਦੇ ਘਰ 'ਚ ਆਇਆ ਹੋਇਆ, ਦਿਆਲੂ ਕਿਰਪਾਲੂ ਹੋਇਆ ਤਾਂ ਇਹ ਦਾਤ ਮਿਲੀ। ਉਹ ਕਿਰਪਾਲ ਹੁੰਦਾ, ਦਿਆਲੂ ਹੁੰਦਾ, ਤਾਂ ਹੀ ਸੰਤ ਜਨਾਂ ਦੀ ਸੰਗਤ ਮਿਲਦੀ ਹੈ ਤੇ ਤਾਂ ਹੀ ਉਹਨਾਂ ਦੀ ਸੰਗਤ ਵਿੱਚੋਂ ਗੁਣ ਧਾਰਨ ਕਰੀਦੇ ਹਨ, ਸਿਮਰਨ ਭਜਨ ਆਦਿਕ, ਤੇ ਫਿਰ ਹੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ, ਪੂਰਨ ਸਤਿਗੁਰੂ ਨੂੰ ਜਿਸ ਨੇ ਭੇਟਿਆ ਹੈ, ਪੂਰਾ ਸਤਿਗੁਰੂ ਜਿਹਨੂੰ ਮਿਲ ਪਿਆ ਹੈ, ਜਿਹਦਾ ਮਿਲਾਪ ਸਤਿਗੁਰੂ ਦੇ ਨਾਲ ਅੰਦਰੋਂ ਹੋਇਆ। ਜਿਵੇਂ ਬਚਨ ਹਨ, ਮਿਲੈ ਮਿਲਿਆ ਨਾ ਮਿਲੈ, ਮਿਲਿਆ ਮਿਲਿਆ ਜੇ ਹੋਏ, ਅੰਤਰਾਤਮਾ ਜੋ ਮਿਲਿਆ ਮਿਲਿਆ ਕਹੀ ਅਸੋਏ। ਇਸ ਤਰ੍ਹਾਂ ਜਿਹੜਾ ਅੰਦਰੋਂ ਸਤਿਗੁਰੂ ਨੂੰ ਮਿਲ ਪਿਆ ਹੈ, ਪੂਰੇ ਸਤਿਗੁਰੂ ਨੂੰ, ਬਿਨਸਿਆ ਸਭ ਜੰਜਾਲ। ਗਿਆਨ ਦੀ ਪ੍ਰਾਪਤੀ ਲਈ, ਮੰਜ਼ਿਲ ਹਾਸਲ ਕਰਨ ਲਈ ਦੋ ਚਕਸ਼ੂ, ਦੋ ਨੇਤਰ ਚਾਹੀਦੇ ਨੇ।
ਇੱਕ ਗੁਰੂ ਨੂੰ ਪਛਾਣਨ ਵਾਲਾ ਵੀ ਗੁਰੂ ਪੂਰਾ ਹੈ, ਅਧੂਰਾ ਨਹੀਂ, ਤੇ ਦੂਸਰਾ ਸ਼ਰਧਾ ਦਾ। ਜੇ ਇਹ ਵੇਖਿਆ ਹੀ ਨਾ ਪਈ ਜਿਹਦੀ ਮੈਂ ਚਰਨੀ ਲੱਗਣ ਲੱਗਾ ਉਹਦੇ ਪੱਲੇ ਵੀ ਕੁਛ ਹੈ ਕਿ ਨਹੀਂ, ਸ਼ਰਧਾ ਜਿੰਨੀ ਮਰਜ਼ੀ ਹੋਏ, ਜਦੋਂ ਅਗਲੇ ਪਾਸੇ ਅਗਲੇ ਕੋਲ ਹੈ ਹੀ ਕੁਛ ਨਹੀਂ, ਫਿਰ ਮਿਲੇਗਾ ਕੀ? ਕੁਛ ਨਹੀਂ ਮਿਲੇਗਾ। ਜੇ ਗੁਰੂ ਪੂਰਾ ਹੈ ਤੇ ਆਪਣੀ ਸ਼ਰਧਾ ਹੈ ਨਹੀਂ ਬੱਝੀ, ਤੇ ਫਿਰ ਗੁਰੂ ਦਾ ਕਸੂਰ ਕੋਈ ਨਹੀਂ, ਫਿਰ ਵੀ ਗੱਲ ਨਹੀਂ ਬਣਨੀ। ਇੱਕ ਇਹ ਪਛਾਣਨ ਵਾਲੀ ਅੱਖ ਹੋਵੇ ਵੀ ਪੂਰਾ ਗੁਰੂ ਹੈ, ਤੇ ਜੇ ਪਛਾਣ ਲਿਆ ਤੇ ਫਿਰ ਸ਼ਰਧਾ ਮੁਕੰਮਲ ਹੋਵੇ। ਇੱਕ ਭਜਨ ਯਾਦ ਆਇਆ ਹੈ, ਅਫਗਾਨਿਸਤਾਨ ਵਿੱਚ ਜੋ ਗਜ਼ਨੀ ਸ਼ਹਿਰ ਹੈ, ਉੱਥੇ ਛੱਜੂ ਰਾਮ ਜੀ ਰਹਿੰਦੇ ਸਨ। ਛੱਜੂ ਰਾਮ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਨੰਦ ਲਾਲ, ਜਿਨ੍ਹਾਂ ਨੂੰ ਅਸੀਂ ਭਾਈ ਸਾਹਿਬ, ਭਾਈ ਨੰਦ ਲਾਲ ਕਹਿੰਦੇ ਹਾਂ। 10ਵੇਂ ਪਾਤਸ਼ਾਹ ਦੇ 52 ਕਵੀਆਂ ਵਿੱਚੋਂ ਮਹਾਨ ਕਵੀ ਔਰ ਮਹਾਨ ਗੁਰਸਿੱਖ। ਇਸ ਨੰਦ ਲਾਲ ਦਾ ਜਨਮ ਗਜਨੀ ਸ਼ਹਿਰ ਹੋਇਆ ਸੀ, ਤੇ ਪਿਤਾ ਜੀ ਮੀਰ ਮੁਨਸ਼ੀ ਸਨ। ਪਾਤਸ਼ਾਹੀ ਬੰਦਿਆਂ ਦੇ ਬੱਚਿਆਂ ਨੂੰ ਪੜ੍ਹਾਇਆ ਕਰਦੇ ਸੀ, ਬੜੀ ਤਨਖਾਹ ਸੀ, ਬਹੁਤ ਵਿਦਵਾਨ ਸਨ, ਤੇ ਇਸ ਕਰਕੇ ਨੰਦ ਲਾਲ ਨੂੰ ਵੀ ਪੜ੍ਹਾਈ ਸ਼ੁਰੂ ਹੋਈ। ਜਦੋਂ ਨੰਦ ਲਾਲ ਜੀ 10-12 ਵਰ੍ਹਿਆਂ ਦੇ ਹੋਏ, ਫਿਰ ਇਹਨਾਂ ਨੂੰ ਗੁਰੂ ਬਣਾਉਣ ਦੀ ਮਰਿਆਦਾ ਜਿਹੜੀ ਸੀ ਉਹ ਸਮਾਗਮ ਰਚਿਆ ਗਿਆ। ਤੇ ਸੁਤੇ ਸਿੱਧੀ ਭਾਈ ਨੰਦ ਲਾਲ ਨੇ ਆਪਣੇ ਪਿਤਾ ਨੂੰ ਪੁੱਛ ਲਿਆ, ਪਿਤਾ ਜੀ ਇਹ ਸਮਾਗਮ ਕਿਸ ਸੰਬੰਧ ਵਿੱਚ ਹੈ? ਇੰਨੀ ਦੁਨੀਆ ਨੂੰ ਜੋ ਸੱਦਿਆ, ਪਕਵਾਨ ਪੱਕ ਰਹੇ ਨੇ। ਕਹਿੰਦੇ ਬੇਟਾ ਤੈਨੂੰ ਗੁਰੂ ਦੀਖਿਆ ਦਿਵਾਉਣੀ ਹੈ, ਤੈਨੂੰ ਗੁਰੂ ਵਾਲੇ ਬਣਾਉਣਾ। ਨੰਦ ਲਾਲ ਜੀ ਕਹਿਣ ਲੱਗੇ ਕਿਸ ਗੁਰੂ ਦੇ ਮੈਨੂੰ ਚਰਨੀ ਲਾਉਣਾ? ਤਾਂ ਇਹਨਾਂ ਦਾ ਪਿਤਾ ਜੀ ਇੱਕ ਬੈਰਾਗੀ ਮਹਾਤਮਾ ਦੇ ਚੇਲੇ ਸਨ। ਉਸ ਬੈਰਾਗੀ ਮਹਾਤਮਾ ਨੇ ਨੰਦ ਲਾਲ ਨੂੰ ਕੋਲ ਬਿਠਾ ਕੇ ਕੰਨ ਵਿੱਚ ਮੰਤਰ ਦੇਣਾ ਸੀ, ਤੇ ਇੱਕ ਲੱਕੜ ਦੇ ਮਣਕਿਆਂ ਦੀ ਮਾਲਾ ਕੰਠੀ ਇਹਨਾਂ ਦੇ ਗਲ ਵਿੱਚ ਪਾਉਣੀ ਸੀ। ਭਾਈ ਨੰਦ ਲਾਲ ਜੀ ਪਿਛਲੇ ਜਨਮਾਂ ਦੀ ਕਮਾਈ ਹੋਵੇਗੀ, ਐਸੀ ਸੂਝ-ਬੂਝ ਲੈ ਕੇ ਆਏ ਸਨ। ਆਪਣੇ ਪਿਤਾ ਨੂੰ ਕਹਿਣ ਲੱਗੇ, ਪਿਤਾ ਜੀ ਤੁਸੀਂ ਮੇਰੇ ਜਨਮਦਾਤਾ ਹੋ, ਪਰ ਕੀ ਇਹ ਮੇਰੇ ਨਾਲ ਤੁਸੀਂ ਵਧੀਕੀ ਨਹੀਂ ਕਰ ਰਹੇ? ਮੇਰਾ ਫਰਜ਼ ਬਣਦਾ ਤੁਹਾਡੇ ਹੁਕਮ ਅੱਗੇ ਸਿਰ ਝੁਕਾਵਾਂ, ਆਗਿਆ ਮੰਨਾਂ, ਸਤਿਕਾਰ ਕਰਾਂ, ਤੁਹਾਡੀ ਸੇਵਾ ਕਰਾਂ, ਇਹ ਤਾਂ ਮੇਰੇ ਫਰਜ਼ ਹਨ। ਪਰ ਜੋ ਤੁਸੀਂ ਕਰ ਰਹੇ ਹੋ ਕਿ ਮੇਰੇ ਨਾਲ ਵਧੀਕੀ ਨਹੀਂ? ਪਿਤਾ ਜੀ ਕਹਿਣ ਲੱਗੇ ਬੇਟਾ ਵਧੀਕੀ ਕਿਵੇਂ? ਤੇਰੇ ਭਲੇ ਵਾਸਤੇ ਤੈਨੂੰ ਗੁਰੂ ਚਰਨਾਂ ਨਾਲ ਲਾਉਣਾ। ਤਾਂ ਨੰਦ ਲਾਲ ਜੀ ਕਹਿਣ ਲੱਗੇ ਜਿਸ ਗੁਰੂ ਬਾਰੇ ਮੈਨੂੰ ਗਿਆਨ ਹੀ ਨਹੀਂ ਵੀ ਉਹ ਗੁਰੂ ਅਧੂਰਾ ਹੈ ਕਿ ਪੂਰਾ, ਮੇਰੀ ਕਲਿਆਣ ਕਰ ਸਕਦਾ ਕਿ ਨਹੀਂ, ਮੈਨੂੰ ਜਦੋਂ ਉਹਦੇ ਚਰਨੀ ਲਾ ਦਿੱਤਾ ਮੇਰੇ ਵਾਸਤੇ ਤਾਂ ਬਾਕੀ ਸਭ ਦਰਵਾਜ਼ੇ ਬੰਦ ਹੋ ਗਏ। ਆਉਣ ਵਾਲੇ ਸਮੇਂ 'ਚ ਮੈਨੂੰ ਪਤਾ ਲੱਗਾ ਵੀ ਮੇਰਾ ਗੁਰੂ ਆਪ ਅਧੂਰਾ, ਤੇ ਮੈਂ ਫਿਰ ਹੋਰ ਕਿਸੇ ਗੁਰੂ ਦੇ ਚਰਨੀ ਕਿਵੇਂ ਲੱਗ ਸਕਦਾ ਹਾਂ? ਅਜੇ ਇਹ ਬਹਿਸ ਹੋ ਰਹੀ ਸੀ ਤੇ ਉਹ ਬੈਰਾਗੀ ਮਹਾਤਮਾ ਦੇ ਕੰਨਾਂ 'ਚ ਆਵਾਜ਼ ਪੈ ਗਈ। ਉਸਨੇ ਕਿਹਾ ਛੱਜੂ ਰਾਮਾ, ਜੋ ਤੇਰਾ ਬੇਟਾ ਨੰਦ ਲਾਲ ਕਹਿ ਰਿਹਾ ਹੈ ਉਹ ਸਹੀ ਹੈ। ਇਹ ਸਿਆਣਾ ਹੋਵੇਗਾ ਤੇ ਆਪਣੀ ਮਰਜ਼ੀ ਨਾਲ ਆਪਣੀ ਪਸੰਦੀਦਾ ਗੁਰੂ ਲੱਭ ਲਏਗਾ, ਚਾਹੇ ਮੈਨੂੰ ਚਾਹੇ ਕਿਸੇ ਹੋਰ ਨੂੰ, ਜਿਹਨੂੰ ਵੀ ਗੁਰੂ ਧਾਰਨਾ ਚਾਹੇ, ਇਹਦੀ ਮਰਜ਼ੀ ਹੈ, ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਕਹਿਣ ਲੱਗਾ ਜੀ ਇਹ ਜਿਹੜਾ ਪਕਵਾਨ ਪਦਾਰਥ ਬਣੇ ਨੇ ਸਮਾਗਮ, ਕਹਿੰਦੇ ਸਭ ਨੂੰ ਭੋਜਨ ਛਕਾ ਦਿਓ, ਪਰ ਜ਼ਬਰਦਸਤੀ ਇਹਨੂੰ ਮੇਰਾ ਚੇਲਾ ਨਾ ਬਣਾਓ। ਇੰਝ ਹੀ ਹੋਇਆ। ਸਮੇਂ ਦੀ ਗਰਦਿਸ਼ ਨਾਲ ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਭਾਈ ਨੰਦ ਲਾਲ ਜੀ ਫਿਰ ਮੁਲਤਾਨ ਆ ਰਹੇ। ਇੱਥੇ ਰਹਿੰਦਿਆਂ ਇਹਨਾਂ ਦੀ ਸ਼ਾਦੀ, ਵਿਆਹ ਹੋ ਗਿਆ। ਜਿਸ ਬੀਬੀ ਨਾਲ ਵਿਆਹ ਹੋਇਆ, ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਉਹ ਸਿੱਖ ਘਰਾਣੇ ਦੀ ਬੱਚੀ ਸੀ, ਇਹਨਾਂ ਦੀ ਧਰਮ ਪਤਨੀ। ਉਹਦੇ ਕੋਲੋਂ ਗੁਰੂ ਘਰ ਦਾ ਜਿਹੜਾ ਵਡਿਆਈ, ਉਪਮਾ, ਮਹਾਨਤਾ ਸੀ, ਮਹਿਮਾ ਸੀ, ਗੁਰੂ ਘਰ ਬਾਰੇ ਸਭ ਕੁਝ ਇਤਿਹਾਸ ਸੁਣਿਆ ਸੀ, ਪਰ ਅਜੇ ਮਿਲਾਪ ਨਹੀਂ ਸੀ ਹੋਇਆ। ਫਿਰ ਆਖਰੇ ਆਗਰੇ ਸ਼ਹਿਰ ਆ ਵਸੇ ਤੇ ਔਰੰਗਜ਼ੇਬ ਬਾਦਸ਼ਾਹ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਅਰਥ ਸੁਣਦਾ ਸੀ। ਕੁਰਾਨ ਸ਼ਰੀਫ ਦੀ ਤਲਾਵਤ ਹੁੰਦੀ ਸੀ ਰੋਜ਼। ਇੱਕ ਦਿਨ ਇੱਕ ਆਇਤ ਦੇ ਅਰਥ ਨਾ ਖੁੱਲੇ ਤਾਂ ਉਸਨੇ ਉਹ ਆਇਤ ਲਿਖ ਕੇ ਆਪਣੇ ਬੇਟੇ ਸ਼ਹਿਜ਼ਾਦਾ ਮੁਅੱਜ਼ਮ, ਵੱਡਾ ਬੇਟਾ ਸੀ ਜਿਹੜਾ ਬਾਅਦ 'ਚ ਬਹਾਦਰ ਸ਼ਾਹ ਦੇ ਲਕਬ ਨਾਲ ਜਾਣਿਆ ਗਿਆ, ਉਹ ਆਗਰੇ ਰਹਿੰਦਾ ਸੀ, ਤੇ ਉਹਨੂੰ ਭਾਈ ਨੰਦ ਲਾਲ ਜੀ ਚਾਂਦੀ ਦੀ ਕੁਰਸੀ 'ਤੇ ਬੈਠ ਕੇ ਪੜ੍ਹਾਉਂਦੇ ਸਨ। ਉਹਦੇ ਕੋਲੋਂ ਆਇਤ ਲਿਖੀ ਹੋਈ ਆਈ ਕਿ ਆਪਣੇ ਉਸਤਾਦਾਂ ਕੋਲੋਂ, ਮੁਨਸ਼ੀਆਂ ਕੋਲੋਂ ਅਰਥ ਕਰਾ। ਤਾਂ ਸਾਰਿਆਂ ਆਪੋ ਆਪਣੇ ਢੰਗ ਨਾਲ ਅਰਥ ਉਸ ਆਇਤ ਦੇ ਲਿਖੇ ਥੱਲੇ ਆਪਣੇ ਸਾਈਨ ਕੀਤੇ, ਦਸਖਤ, ਆਪਣਾ ਨਾਮ ਲਿਖਿਆ। ਜਿਹੜੇ ਅਰਥ ਭਾਈ ਨੰਦ ਲਾਲ ਜੀ ਨੇ ਕੀਤੇ, ਉਹਨਾਂ ਅਰਥਾਂ ਨਾਲ ਔਰੰਗਜ਼ੇਬ ਦੀ ਤਸੱਲੀ ਹੋਈ, ਪਰ ਥੱਲੇ ਨਾਮ ਲਿਖਿਆ ਪੜ੍ਹਿਆ ਨੰਦ ਲਾਲ। ਤਾਂ ਉਹਨੇ ਫਰਮਾਨ ਜਾਰੀ ਕਰਕੇ ਭੇਜਿਆ ਆਪਣੇ ਬੇਟੇ ਮੁਅੱਜ਼ਮ ਨੂੰ ਕਿ ਜਿਹੜਾ ਤੇਰਾ ਉਸਤਾਦ ਨੰਦ ਲਾਲ ਹੈ,
ਇਹਨੂੰ ਮਨਾਇਆ ਜਾਏ ਇਸਲਾਮ ਵਿੱਚ ਲਿਆਉਣ ਲਈ, ਦੀਨੇ ਇਸਲਾਮ ਵਿੱਚ ਇਹਨੂੰ ਲਿਆਂਦਾ ਜਾਏ ਜਿਵੇਂ ਕਿਵੇਂ। ਅਗਰ ਜੇ ਕਿਸੇ ਤਰ੍ਹਾਂ ਵੀ ਨਾ ਮੰਨੇ ਤਾਂ ਗਰਦਨ ਜ਼ਦਨੀ ਕਰ ਦਿੱਤਾ ਜਾਏ, ਗਰਦਨ ਵੱਢ ਦਿੱਤੀ ਜਾਏ। ਸ਼ਹਿਜ਼ਾਦਾ ਮੁਅੱਜ਼ਮ ਆਪਣੇ ਪਿਓ ਵਰਗਾ ਮਤਸਵੀ ਨਹੀਂ ਸੀ। ਉਹਨੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤਾ ਕਿ ਮੇਰੇ ਪਿਓ ਦੀ ਨੀਅਤ ਖਰਾਬ ਹੋਈ ਹੈ, ਤੁਸੀਂ ਜੇ ਕੋਈ ਟਿਕਾਣਾ ਹੈ ਬਚਾਅ ਦਾ ਤਾਂ ਉੱਥੇ ਚਲੇ ਜਾਓ, ਮੈਂ ਇੰਨਾ ਹੀ ਕਰ ਸਕਦਾ ਹਾਂ। ਔਰ ਫਿਰ ਭਾਈ ਨੰਦ ਲਾਲ ਜੀ ਅੱਧੀ ਰਾਤ ਨੂੰ ਆਪਣੇ ਸੇਵਾਦਾਰ ਦਰੋਗਾ ਗਿਆਸੂਦੀਨ ਨੂੰ ਨਾਲ ਲੈ ਕੇ ਆਗਰੇ ਤੋਂ ਚੱਲ ਕੇ ਅਨੰਦਪੁਰ ਸਾਹਿਬ ਪਹੁੰਚੇ। ਉਹੀ ਟਿਕਾਣਾ ਦਿਸਿਆ ਬਚਾਅ ਦਾ। ਤਾਂ ਉੱਥੇ ਵੀ ਹੁਣ ਵਿਦਵਾਨ ਦਿਮਾਗ ਹੋਣ ਕਰਕੇ ਭਾਈ ਨੰਦ ਲਾਲ ਨੇ ਮਨ ਹੀ ਮਨ ਅੰਦਰ ਇੱਕ ਪ੍ਰਤੱਗਿਆ ਕੀਤੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਪੂਰੇ ਗੁਰੂ ਹਨ ਤਾਂ ਫਿਰ ਆਪ ਮੇਰਾ ਨਾਂ ਲੈ ਕੇ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲੈਣ ਤੇ ਫਿਰ ਮੈਂ ਉਹਨਾਂ ਦਾ ਹੋ ਜਾਵਾਂਗਾ। ਜੇ ਪੂਰੇ ਨਾ ਹੋਏ ਫਿਰ ਨਹੀਂ ਸੱਦ ਸਕਣਗੇ। ਇਸ ਲਈ ਅਨੰਦਪੁਰ ਸਾਹਿਬ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਪਏ। ਪੈਸੇ ਕੋਲ ਸਨ, ਮੋਹਰਾਂ ਲੈ ਗਏ ਸੀ। ਆਖਰ ਇਹਨਾਂ ਦੀ ਜਿੱਦ ਵੇਖੀ ਗੁਰੂ ਕਲਗੀਧਰ ਪਾਤਸ਼ਾਹ ਨੇ ਤੇ ਭਵਿੱਖ ਦੀ ਮੁੰਦਰੀ ਦਾ ਹੀਰਾ ਜਾਣ ਕੇ, ਹਿਰਦਾ ਬਹੁਤ ਕੋਮਲ ਸੀ, ਬਹੁਤ ਚੰਗਾ ਸੀ, ਪਰ ਵਿਦਿਆ ਪੜ੍ਹੇ ਹੋਏ ਸੀ। ਐਵੇਂ ਸੁਣੀਆਂ ਸੁਣਾਈਆਂ ਗੱਲਾਂ, ਭਾਵੇਂ ਮਹਿਮਾ ਸੁਣੀ ਹੋਈ ਸੀ ਪਰ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਹੀਂ ਸੀ ਕਰਦੇ। ਆਖਰ ਗੁਰੂ ਕਲਗੀਧਰ ਪਾਤਸ਼ਾਹ ਨੇ ਸੇਵਾਦਾਰ ਭੇਜਿਆ ਤੇ ਜਾਓ ਇਸ ਦਿਸ਼ਾ ਨੂੰ ਫਲਾਣੀ ਜਗ੍ਹਾ ਤੇ ਇੱਕ ਅਧਖੜ ਉਮਰ ਦਾ ਬੰਦਾ ਨੰਦ ਲਾਲ, ਉਹਦੇ ਹੱਥ ਵਿੱਚ ਕਲਮ ਹੋਵੇਗੀ, ਨੇਤਰਾਂ 'ਚ ਹੰਝੂ ਹੋਣਗੇ, ਕਦੇ ਕਦੇ ਕਾਗਜ਼ ਦੇ ਉੱਪਰ ਕੁਝ ਲਿਖਦਾ ਹੋਵੇਗਾ, ਉਹਨੂੰ ਸੱਦ ਕੇ ਲਿਆਓ। ਜਦੋਂ ਭਾਈ ਨੰਦ ਲਾਲ ਜੀ ਆਏ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਨੰਦ ਲਾਲ ਜੀ ਆ ਗਏ? ਬਸ ਫਿਰ ਚਰਨਾਂ ਤੇ ਸਿਰ ਸੁੱਟ ਦਿੱਤਾ। ਵਿਰਾਗ ਦੇ ਹੰਝੂਆਂ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਧੋ ਦਿੱਤੇ। ਹਜ਼ੂਰ ਨੇ ਬਾਹਾਂ ਤੋਂ ਫੜ ਕੇ ਉੱਪਰ ਚੱਕਿਆ, ਨੇਤਰਾਂ ਨਾਲ ਦਰਸ਼ਨ ਕੀਤੇ, ਫਿਰ ਸਿਰ ਗੋਦੀ 'ਚ ਡਿੱਗ ਪਿਆ। ਬਸ ਫਿਰ ਸਦਾ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਹੋ ਕੇ ਰਹਿ ਗਏ। ਤੇ ਫਿਰ ਬਹੁਤ ਮਹਿਮਾ ਉਹਨਾਂ ਨੇ 10 ਸਤਿਗੁਰਾਂ ਦੀ ਲਿਖੀ ਹੈ, ਬਹੁਤ ਲਿਖਤ ਹੈ ਭਾਈ ਨੰਦ ਲਾਲ ਜੀ ਦੀ, ਬਹੁਤ ਉਪਮਾ ਸਤਿਗੁਰਾਂ ਦੀ ਕੀਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਬਾਰੇ ਕਹਿੰਦੇ, ਮਹਾਰਾਜ ਤੁਹਾਡੇ ਇਸ ਦੁਨੀਆ ਤੇ ਆਉਣ ਨਾਲ ਦੋਵੇਂ ਜਹਾਨ ਰੌਸ਼ਨ ਹੋ ਗਏ ਔਰ ਸਤਿਗੁਰੂ ਨੇ ਇਸ ਹੀਰੇ ਨੂੰ ਭਵਿੱਖ ਦੀ ਮੁੰਦਰੀ 'ਚ ਜੜ ਲਿਆ, ਆਪਣਾ ਬਣਾ ਲਿਆ। ਜੂਠੇ ਬਰਤਨ ਵੀ ਮਾਂਜਿਆ ਕਰਦੇ ਸਨ, ਲਿਖਤ ਵੀ ਲਿਖਿਆ ਕਰਦੇ ਸਨ, ਸੇਵਾ ਕਰਦੇ ਸੀ ਲੰਗਰ ਵਿੱਚ, ਕਵਿਤਾ ਬਣਾ ਕੇ ਲਿਖ ਕੇ ਸੁਣਾਇਆ ਕਰਦੇ ਸਨ। ਬਹੁਤ ਜ਼ਿਆਦਾ ਸਨਮਾਨ ਆਦਰ ਵੀ ਪਾਇਆ ਇਹਨਾਂ ਨੇ, ਪਰ ਨਿਮਰਤਾ ਬਹੁਤ ਰੱਖੀ, ਗੁਰੂ ਘਰ ਦੀ ਮਹਿਮਾ ਨੂੰ ਪਛਾਣਿਆ, ਬੰਦਗੀ ਕੀਤੀ। ਸੋ ਇਸ ਪ੍ਰਕਾਰ ਪੂਰਾ ਸਤਿਗੁਰੂ ਭੇਟਿਆ, ਬਿਨਸਿਆ ਸਭ ਜੰਜਾਲ ਬੰਧਨ ਜੋ ਪਏ ਹੋਏ ਨੇ ਮਨ ਦੇ ਤਾਈਂ। ਸੰਸਾਰ ਦਾ ਹੀ ਜੰਜਾਲ, ਸਾਰਾ ਜੰਜਾਲ, ਜਿਹੜੇ ਬੰਧਨ ਸੀ, ਧੰਦਾ ਸੀ, ਫਸੌਤੀ ਸੀ, ਇਹ ਸਾਰਾ ਬਿਨਸ ਗਿਆ। ਰਹਿੰਦੇ ਤਾਂ ਸੰਸਾਰ ਦੇ ਵਿੱਚ ਹੀ ਨੇ ਗ੍ਰਸਤੀ ਲੋਕ, ਗੁਰਸਿੱਖ ਪਿਆਰੇ, ਪਰ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਇਸ ਤਰ੍ਹਾਂ ਜੰਜਾਲ ਬਿਨਸ ਗਿਆ। ਮੇਰੇ ਸਤਿਗੁਰਾ ਹਾਂ ਤੁਧ ਵਿਟੋਂ ਕੁਰਬਾਨ, ਰਹਾਉ ਦੀਆਂ ਪੰਕਤੀਆਂ ਵਿੱਚ ਕਹਿ ਰਹੇ ਹਨ ਕਿ ਹੇ ਮੇਰੇ ਸਤਿਗੁਰੂ ਜੀ, ਮੈਂ ਤੁਹਾਡੇ ਵਿਟੋਂ ਉੱਪਰੋਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ, ਸਦਕੇ ਜਾਵਾਂ ਦਾਤਾ ਜੀ। ਤੇਰੇ ਦਰਸ਼ਨ ਕੋ ਬਲਿਹਾਰਣਾ, ਤੁਸ ਦਿੱਤਾ ਅੰਮ੍ਰਿਤ ਨਾਮ। ਤੁਸਾਂ ਮਹਾਰਾਜ ਜੀ ਟੁੱਟ ਕੇ ਜਿਹੜਾ ਆਤਮਿਕ ਜੀਵਨ ਵਾਲਾ ਨਾਮ ਬਖਸ਼ਿਆ ਹੈ, ਇਸ ਲਈ ਤੁਹਾਡੇ ਦਰਸ਼ਨਾਂ ਤੋਂ ਹੀ ਬਲਿਹਾਰ ਕੁਰਬਾਨ ਜਾਂਦੇ ਹਾਂ। ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਨੇ, ਨੰਦ ਲਾਲ ਤੇਰੇ ਪ੍ਰਸ਼ਾਦਾ ਛਕਦਿਆਂ ਜਿਹੜੇ ਭੋਰੇ ਡਿੱਗਦੇ ਹਨ, ਉਹ ਭੋਰੇ ਚੁਗਣ ਵਾਲਾ ਹੈ, ਤੇਰੇ ਦਰ ਦਾ ਕੂਕਰ ਹੈ ਨੰਦ ਲਾਲ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਜਾਈਏ, ਆਪਣਾ ਬਲ ਹਾਰ ਦਈਏ, ਆਪਣੀ ਮਨ ਦੀ ਮਤ ਸਦਾ ਲਈ ਛੱਡ ਦਈਏ, ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਹੋ ਜਾਈਏ। ਤੁਸੀਂ ਟੁੱਟ ਕੇ ਅੰਮ੍ਰਿਤ ਨਾਮ ਦੀ ਦਾਤ ਬਖਸ਼ੀ ਹੈ। ਰਹਾਓ ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ। ਸਾਡੀ ਸਮਝ ਤਾਂ ਇਹ ਕਹਿੰਦੀ ਹੈ ਕਿ ਜਿਨ੍ਹਾਂ ਨੇ ਤੁਹਾਨੂੰ ਸੇਵਿਆ ਹੈ, ਤੁਹਾਡੀ ਸੇਵਾ ਕੀਤੀ ਹੈ ਨਾ ਭਾਵਨਾ ਕਰਕੇ, ਹਿਰਦੇ 'ਚ ਭਾਵਨਾ ਰੱਖਣੀ ਹੀ ਵੱਡੀ ਸੇਵਾ ਮੇਰੀ ਸਮਝ ਮੁਤਾਬਕ। ਹਿਰਦੇ 'ਚ ਭਾਵਨਾ ਬਣ ਜੇ ਸਤਿਗੁਰੂ ਦੇ ਪ੍ਰਤੀ ਤੇ ਉਸ ਭਾਵਨਾ ਦੇ ਸਹਿਤ ਹੋ ਕੇ ਭਾਵੇਂ ਥੋੜ੍ਹੀ ਵੀ ਸੇਵਾ ਕੀਤੀ ਜਾਏ, ਸੋ ਉਹ ਬਹੁਤ ਮਹਾਨਤਾ ਰੱਖਦੀ ਹੈ। ਜਿਨ ਤੂੰ ਸੇਵਿਆ ਭਾਉ ਕਰ, ਭਾਉ ਪ੍ਰੇਮ ਭਾਵਨਾ ਪਿਆਰ ਕਰਕੇ ਜਿਹਨੇ ਤੁਹਾਡੀ ਸੇਵਾ ਕੀਤੀ, ਸਹੀ ਪੁਰਖ ਸੁਜਾਨ। ਉਹੀ ਪੁਰਖ ਸੁਜਾਨ, ਦਾਨੇ ਪ੍ਰਧਾਨੇ, ਸਿਆਣੇ ਸੂਝਵਾਨ ਸਮਝਦਾਰ ਹਨ
ਤਿਨਾ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਦਾਨ। ਉਹਨਾਂ ਦੇ ਪਿੱਛੇ ਲੱਗ ਕੇ, ਉਹਨਾਂ ਦੇ ਮਗਰ ਤੁਰਿਆ, ਉਹਨਾਂ ਦੇ ਅਨਸਾਰੀ ਹੋ ਕੇ, ਉਹਨਾਂ ਦੀ ਰੀਸ ਕਰਕੇ ਛੁੱਟ ਜਾਈਦਾ ਜਿਨ੍ਹਾਂ ਦੇ ਅੰਦਰ ਧੁਰ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਸਾਂਭਿਆ ਪਿਆ, ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਆਪਣਾ ਖਜ਼ਾਨਾ ਬਣਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਮੁੱਖ ਵਾਕ ਬਚਨ ਹੈ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਬਸਦਾ ਹੋਵੇ ਟੁੱਟੀ ਫੁੱਟੀ ਝੁੱਗੀ 'ਚ, ਚੀਰ ਬਸਤਰ ਸਰੀਰ ਦੇ ਛਿੰਨਾ ਫਟ ਗਏ ਹੋਣ। ਜਾਤ ਨਾ ਪਤ ਨਾ ਆਦਰੋ ਧਿਆਨ ਭਰਮਿੰਨਾ। ਨਾ ਉਹਦੀ ਜਾਤ ਉੱਚੀ ਹੋਵੇ, ਨਾ ਪਾਤ ਸ਼੍ਰੇਣੀ ਗੋਤ ਕੋਈ ਜਾਣਦਾ ਹੋਵੇ, ਨਾ ਉਹਦਾ ਆਦਰ ਮਾਣ ਲੋਕ ਕਰਨ, ਉਜਾੜ ਬੀਆਬਾਨ 'ਚ ਤੁਰਿਆ ਫਿਰਦਾ ਹੋਵੇ। ਮਿੱਤਰ ਨਾ ਇੱਠ ਧਨ ਰੂਪਹੀਣ। ਨਾ ਮਿੱਤਰ, ਨਾ ਕੋਈ ਪਿਆਰਾ ਦੋਸਤ, ਨਾ ਧਨ ਨਾ ਰੂਪ ਸੋਹਣਾ। ਕਿਛ ਸਾਕ ਨਾ ਸਿੰਨਾ। ਕੋਈ ਸਕਾ ਸੰਬੰਧੀ ਸਾਗ ਰਿਸ਼ਤੇਦਾਰ ਉਹਦਾ ਨਾ ਹੋਵੇ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਰਾਜਾ ਸਗਲੀ ਸ੍ਰਿਸ਼ਟ ਕਾ। ਹਜ਼ੂਰ ਕਹਿੰਦੇ ਨੇ ਦੁਨੀਆ ਨਹੀਂ ਉਹਨੂੰ ਕੁਛ ਵੀ ਮੰਨਦੀ, ਪਰ ਅਸੀਂ ਸਾਰੇ ਸ੍ਰਿਸ਼ਟੀ ਦਾ ਰਾਜਾ ਮੰਨਦੇ ਹਾਂ। ਸਾਬਰੀ ਸੰਤੋਖੀ ਹੈ ਤੇ ਵਾਹਿਗੁਰੂ ਦੇ ਨਾਮ ਵਿੱਚ ਮਨ ਭਿੱਜਾ ਹੋਇਆ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹਦਾ ਕੀ ਫਲ ਆ ਜੀ? ਸੰਸਾਰ ਤੇ ਉਹ ਰਹਿੰਦਾ ਤੇ ਲੋਕਾਂ ਨੂੰ ਕੋਈ ਫਲ ਮਿਲਦਾ ਉਹਦੇ ਦਰਸ਼ਨ ਕਰਨਾ ਜਾਂ ਉਹਦੀ ਕੋਈ ਸੇਵਾ ਕਰਨਾ। ਹਜ਼ੂਰ ਕਹਿੰਦੇ ਤਿਸ ਕੀ ਧੂੜ ਮਨ ਉਧਰੈ। ਉਹਦੀ ਤਾਂ ਚਰਨ ਧੂੜੀ ਲੋਕ ਪਰਸ ਲੈਣ ਤੇ ਉਧਾਰ ਹੋ ਜਾਏਗਾ। ਪ੍ਰਭ ਹੋਏ ਸੋ ਪ੍ਰਸੰਨਾ। ਪਰਮਾਤਮਾ ਭਲੀ ਪ੍ਰਕਾਰ ਉਹਨਾਂ ਤੇ ਪ੍ਰਸੰਨ ਹੋਵੇਗਾ ਜਿਹੜੇ ਉਹਦੀ ਧੂੜੀ ਮਸਤਕ ਤੇ ਲਾਉਣਗੇ। ਉਹਦੀ ਚਰਨ ਧੂੜੀ ਵੀ ਜਿਹਨੂੰ ਮਿਲ ਗਈ ਉਹ ਵੀ ਤਰ ਜਾਏਗਾ। ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜਾ ਉਹਨਾਂ ਨੂੰ ਕਹੇਗਾ ਨਾ ਹੱਥ ਜੋੜ ਕੇ ਆਓ ਜੀ ਜੀ ਆਇਆਂ ਨੂੰ, ਤਾਂ ਜਮਾਂ ਵੱਲੋਂ ਪੁੱਛਗਿਛ ਨਹੀਂ ਹੋਏਗੀ। ਇਸ ਪ੍ਰਕਾਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨੀ ਸ੍ਰਿਸ਼ਟੀ ਨਾਲ ਹੋਰ ਛੁੱਟ ਜਾਂਦੀ ਹੈ। ਸੋ ਇਸ ਪ੍ਰਕਾਰ ਤਿਨਾ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਧਾਨ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਬਣਿਆ ਹੋਇਆ। ਨਾਮ ਜੋ ਰਿੱਧੀਆਂ ਸਿੱਧੀਆਂ ਨਿੱਧੀਆਂ ਸ਼ਕਤੀਆਂ ਸਾਰੀਆਂ ਚੀਜ਼ਾਂ ਦਾ ਸਾਰੇ ਸ਼ੁਭ ਗੁਣਾਂ ਦਾ ਖਜ਼ਾਨਾ ਜਿਨ੍ਹਾਂ ਦੇ ਅੰਦਰ ਹੈ। ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ। ਸਤਿਗੁਰੂ ਮਹਾਰਾਜ ਜਿੱਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ। ਦੁਨੀਆ ਵਿੱਚ ਹੋਰ ਚੀਜ਼ਾਂ ਦੇਣ ਵਾਲੇ ਜਾਂ ਵਰ ਦੇਣ ਵਾਲੇ ਦੇਵਤੇ ਹਨ, ਜਾਂ ਇਸ ਸੰਸਾਰ ਵਿੱਚ ਬੜਾ ਕੁਛ ਲੋਕ ਵੰਡ ਸਕਦੇ ਨੇ, ਪਰ ਜਿਨ੍ਹਾਂ ਸਤਿਗੁਰਾਂ ਨੇ ਆਤਮ ਜੀਵਨ ਵਾਲਾ ਦਾਨ ਦਿੱਤਾ, ਆਤਮ ਧਨ ਦਾ ਦਾਨ ਦਿੱਤਾ, ਆਤਮਾ ਦਾ ਗਿਆਨ, ਆਤਮਾ ਦੇ ਕੰਮ ਆਉਣ ਵਾਲਾ ਨਾਮ, ਜਿਨ੍ਹਾਂ ਸਤਿਗੁਰਾਂ ਨੇ ਆਤਮ ਗਿਆਨ ਰੂਪੀ ਦਾਨ ਬਖਸ਼ਿਆ, ਐਸੇ ਸਤਿਗੁਰੂ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੋ ਸਕਦਾ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਇਸ ਸੰਸਾਰ ਵਿੱਚ ਆਏ ਹੋਏ ਉਹੀ ਸਫਲ ਨੇ, ਉਹੀ ਕਬੂਲ ਨੇ। ਅਸਲ ਆਉਣਾ ਉਹਨਾਂ ਦਾ ਹੀ ਹੈ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਮਿਲ ਪਏ ਸੁਭਾਏ ਸ੍ਰੇਸ਼ਟ ਪ੍ਰੇਮ ਕਰਕੇ। ਭਾਏ ਨਾਮ ਪ੍ਰੇਮ, ਸੁਭਾਏ ਪ੍ਰੇਮ ਕਰਕੇ ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਪਏ, ਉਹ ਆਏ ਹੋਏ ਦੁਨੀਆ ਤੇ ਪ੍ਰਵਾਨਿਕ ਨੇ। ਕਬੂਲ ਨਾਲ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ। ਜਿਨ੍ਹਾਂ ਮਰਦਾਂ ਨੇ ਘਾਲਣਾ ਘਾਲੀ, ਸਤਿਗੁਰੂ ਦੇ ਦਰ ਤੇ ਰਹਿ ਕੇ ਉਹ ਖਸਮ ਦੇ ਦਰ ਤੇ ਕਬੂਲ ਪਏ। ਸੱਚੇ ਸੇਤੀ ਰਤਿਆ ਦਰਗਹਿ ਬੈਸਣ ਜਾਏ। ਸੱਚੇ ਅਕਾਲ ਪੁਰਖ ਪਰਮਾਤਮਾ ਸੇਤੀ ਨਾਲ ਰਤਿਆ, ਜਿਹੜਾ ਰੰਗਿਆ ਗਿਆ, ਦਰਗਹਿ ਬੈਸਣ ਜਾਏ। ਦਰਗਾਹ ਵਿੱਚ ਜਾ ਕੇ ਬੈਠਣਾ ਮਿਲਿਆ ਵਾਹਿਗੁਰੂ ਦੇ ਸਨਮੁਖ, ਵਾਹਿਗੁਰੂ ਜੀ ਦੇ ਚਰਨਾਂ ਵਿੱਚ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਡੱਲੇ ਨੂੰ ਕਿਹਾ ਸੀ, ਤੂੰ ਪੁਰਖਾ ਸੇਵਾ ਬੜੀ ਕੀਤੀ ਹੈ, ਕੁਛ ਮੰਗ। ਉਹਨੇ ਕਿਹਾ ਜੀ ਇਸ ਦੁਨੀਆ ਦੇ ਤੇ ਬੇਅੰਤ ਪਦਾਰਥ ਚੌਧਰਤਾ ਬਹੁਤ ਕੁਛ ਤੁਸਾਂ ਬਖਸ਼ਿਆ ਹੋਇਆ। ਮੇਰੀ ਇੱਛਾ ਕਿ ਅਗਲੇ ਜਹਾਨ ਤੁਹਾਡੇ ਚਰਨਾਂ 'ਚ ਬੈਠਣ ਲਈ ਪੀੜੀ ਜਿੰਨੀ ਜਗ੍ਹਾ ਮਿਲ ਜਾਏ। ਸਤਿਗੁਰੂ ਕਹਿੰਦੇ ਨਹੀਂ, ਇੰਜ ਨਹੀਂ ਮਿਲ ਸਕਦੀ। ਕਹਿਣ ਲੱਗਾ ਜੀ ਆਪੇ ਕਹਿੰਦੇ ਹੋ ਵੀ ਕੁਛ ਮੰਗ। ਜੇ ਮੈਂ ਮੰਗਿਆ ਤਾਂ ਤੁਸੀਂ ਕਹਿੰਦੇ ਨਹੀਂ। ਕੀ ਮਹਾਰਾਜ ਮੈਂ ਖੁਨਾਮੀ ਕੀਤੀ? ਤਾਂ ਹਜ਼ੂਰ ਕਹਿੰਦੇ ਪੰਜਾਂ ਸਿੰਘਾਂ ਤੋਂ ਖੰਡੇ ਦੀ ਪੌਲ ਨਹੀਂ ਤੂੰ ਲਈ। ਅੰਮ੍ਰਿਤ ਛਕ ਸਾਡਾ ਹੁਕਮ ਮੰਨ। ਹੁਕਮ ਮੰਨ ਲਿਆ, 500 ਨੂੰ ਨਾਲ ਲੈ ਕੇ ਅੰਮ੍ਰਿਤ ਛਕਿਆ। ਤੇ ਕਿਹਾ ਜੀ ਹੁਣ ਤਾਂ ਮਹਾਰਾਜ ਕਹਿਣ ਲੱਗੇ ਹੁਣ ਭਾਵੇਂ ਮੰਜੇ ਡਾਹ ਕੇ ਬਹਿ ਜਾਈ। ਗੁਰੂ ਦੀ ਖੁਸ਼ੀ ਦੀ ਗੱਲ ਹੈ, ਗੁਰੂ ਦੀ ਪ੍ਰਸੰਨਤਾ ਦੀ ਗੱਲ ਹੈ। ਜਿੱਥੇ ਸਤਿਗੁਰੂ ਰੀਝ ਪਏ,
ਉੱਥੇ ਸਭ ਕੁਝ ਹੀ ਹੈ। ਸੋ ਇਸ ਪ੍ਰਕਾਰ ਸੱਚੇ ਨਾਲ ਰੰਗੇ ਹੋਏ ਦਰਗਾਹ ਵਿੱਚ ਜਾ ਕੇ ਬੈਠਣਾ ਆਸਣ ਮਿਲਦਾ ਉਹਨਾਂ ਨੂੰ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਸਾਰੀਆਂ ਵਡਿਆਈਆਂ ਕਰਤੇ ਅਕਾਲ ਪੁਰਖ ਦੇ ਹੱਥ ਵਿੱਚ ਹੀ ਹਨ। ਸਭ ਵਾਗ ਡੋਰ ਪ੍ਰਮਾਤਮਾ ਦੇ ਹੱਥ ਵਿੱਚ ਹੈ। ਲਿਖ ਦਾਤ ਜੋਤ ਵਡਿਆਈ ਉਹੀ ਲਿਖਦਾ ਸਾਰੇ। ਪੂਰਬ ਲਿਖਿਆ ਪਾਏ, ਪੂਰਬ ਲੇਖ ਕੀਤੇ ਹੋਏ ਚੰਗੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਜੀ ਲਿਖਤ ਲਿਖਦੇ ਨੇ, ਤਾਂ ਉਸ ਲਿਖੇ ਦੇ ਮੁਤਾਬਕ ਜੀਵ ਪ੍ਰਾਪਤ ਕਰਦਾ। ਵਡਿਆਈਆਂ ਕਰਤੇ ਦੇ ਹੱਥ ਵਿੱਚ ਨੇ। ਜਿਵੇਂ ਬਚਨ ਹਨ, ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤਾ ਦੀਏ। ਕਮਾਏ ਤਾਂ ਅਸੀਂ ਨੇ, ਪਰ ਜਾਣਦਾ ਉਹ ਦਾਤਾ ਹੈ ਕਿ ਕਿਹੜੇ ਕਰਮ ਦਾ ਫਲ ਕਦੋਂ ਦੇਣਾ। ਸੁੱਖ ਦੁੱਖ ਪੂਰਬਲੇ ਜਨਮਾਂ ਦੇ ਕੀਤੇ ਹੋਏ ਕਰਮ ਹੀ ਹਨ, ਪਰ ਉਹ ਦਾਤਾ ਜਾਣਦਾ ਹੈ ਜਿਸ ਨੇ ਸਾਨੂੰ ਦਿੱਤੇ ਹਨ ਸੁੱਖ ਤੇ ਦੁੱਖ। ਇਸ ਪ੍ਰਕਾਰ ਸੱਚ ਕਰਤਾ ਸੱਚ ਕਰਨਹਾਰ, ਸੱਚ ਸਰੂਪ ਵਾਹਿਗੁਰੂ ਹੀ ਕਰਤਾ ਹੈ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਤੇ ਹੁਣ ਵੀ ਉਹੀ ਸੱਚ ਸਰੂਪ ਪਰਮਾਤਮਾ ਸ੍ਰਿਸ਼ਟੀ ਦੇ ਵਿੱਚ ਵਸਦਾ ਹੋਇਆ ਸਾਰੇ ਕਰਤੱਵਾਂ ਨੂੰ ਕਰਨ ਵਾਲਾ। ਸੱਚ ਸਾਹਿਬ, ਸੱਚ ਹੀ ਹੈ ਸਾਹਿਬ ਮਾਲਕ ਪਰਮਾਤਮਾ ਹੁਣ ਵੀ। ਸੱਚ ਟੇਕ, ਉਸ ਇੱਕ ਸੱਚ ਸਰੂਪ ਦੀ ਹੀ ਟੇਕ ਲੈਣੀ ਚਾਹੀਦੀ ਹੈ। ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ, ਉਸ ਵਾਹਿਗੁਰੂ ਦੀ ਟੇਕ ਹੀ ਸੱਚੀ ਹੈ ਤੇ ਉਸ ਨੂੰ ਸੱਚੋ ਸੱਚ ਵਖਾਣੀਐ ਕਥਨ ਕਰੀਦਾ ਹੈ। ਸੱਚੋ ਬੁੱਧ ਵਿਵੇਕ, ਉਹ ਸੱਚ ਸਰੂਪ ਹੀ ਵਿਵੇਕ ਬੁੱਧੀ ਵਾਲਾ। ਵਿਵੇਕ ਬੁੱਧੀ ਵਿਤਰੇਕ ਬੁੱਧੀ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੀ ਬੁੱਧੀ। ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ। ਸਾਰੀ ਸ੍ਰਿਸ਼ਟੀ ਸਾਰੇ ਜੀਆਂ ਦੇ ਅੰਦਰ ਇੱਕ ਰਸ, ਨਿਰੰਤਰ ਦਾ ਅਰਥ ਹੈ ਇਹ ਬਿਨਾਂ ਅੰਤਰੇ ਤੋਂ, ਨਿਰੰਤਰ ਇੱਕ ਰਸ ਇੱਕੋ ਜਿਹਾ ਰਵ ਰਹਿਆ, ਫੈਲਿਆ ਹੋਇਆ, ਵਸ ਰਿਹਾ ਹੈ, ਸਮਾਇਆ ਹੋਇਆ ਹੈ। ਜਪ ਨਾਨਕ ਜੀਵੈ ਏਕ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਅਸੀਂ ਉਸ ਇੱਕ ਪਰਮਾਤਮਾ ਨੂੰ ਜਪ ਕੇ ਹੀ ਜਿਉਂਦੇ ਹਾਂ, ਇੱਕੋ ਨੂੰ ਜਪਦੇ ਹਾਂ ਤਾਂ ਜੀਵਨ ਹੈ, ਨਹੀਂ ਤਾਂ ਮੌਤ ਹੈ। ਆਖਾ ਜੀਵਾਂ ਵਿਸਰੈ ਮਰ ਜਾਓ, ਸੋ ਇਸ ਪ੍ਰਕਾਰ ਦੀ ਅਵਸਥਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਲਾ ਸ਼ਬਦ ਸ੍ਰੀ ਰਾਗ ਅੰਦਰ ਉਚਾਰਨ ਕਰਦੇ ਹਨ। ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਸਾਨੂੰ ਸਿੱਖਿਆ ਪ੍ਰੇਰਨਾ ਦੇ ਰਹੇ ਨੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਡੇ ਵਾਸਤੇ ਹੁਣ ਦਸੇ ਪਾਤਸ਼ਾਹੀਆਂ, ਧੰਨ ਗੁਰੂ ਗ੍ਰੰਥ ਸਾਹਿਬ ਹਜ਼ੂਰ ਕਹਿੰਦੇ ਨੇ ਗੁਰੂ ਪਰਮੇਸ਼ਰ ਸਰੂਪ ਹੈ। ਸਤਿਗੁਰੂ ਨੂੰ ਪਰਮੇਸ਼ਰ ਜਾਣ ਕੇ ਪੂਜਣਾ ਚਾਹੀਦਾ ਹੈ। ਜੇ ਕਹੀਏ ਨਾ ਰੱਬ ਦੀ ਪੂਜਾ, ਤਾਂ ਸਤਿਗੁਰੂ ਦੀ ਪੂਜਾ ਰੱਬ ਦੀ ਪੂਜਾ ਹੈ। ਔਰ ਦਸਵੇਂ ਜਾਮੇ 'ਚ ਹਜ਼ੂਰ ਨੇ ਇਹ ਖਿਆਲ ਕਰਕੇ ਕਿ ਹੁਣ ਅਸੀਂ ਅਗਾਂਹ ਜਾਮਾ ਨਹੀਂ ਧਾਰਨ ਕਰਨਾ, ਤਾਂ ਉਹਨਾਂ ਨੇ ਸ਼ਬਦ ਦੇ ਲੜ ਲਾ ਦਿੱਤਾ। ਪਰਮਾਤਮਾ ਦੀ ਪੂਜਾ, ਰੱਬ ਦੇ ਨਾਮ ਦੀ, ਰੱਬ ਦੀ ਵਡਿਆਈ ਦੀ ਪੂਜਾ ਕਰਾਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਵਰਨਾ ਕੋਈ। ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਸਾਹਿਬ ਨੂੰ ਨਮਸਕਾਰ ਕਰਨੀ, ਰੱਬ ਦੇ ਅੱਗੇ ਮੱਥਾ ਟੇਕਦਾ। ਇਸ ਤਰ੍ਹਾਂ ਗੁਰੂ ਤੇ ਪਰਮੇਸ਼ਰ ਅਭੇਦ ਹਨ। ਕਹਿੰਦੇ ਗੁਰੂ ਜੋ ਪਰਮੇਸ਼ਰ ਸਰੂਪ ਹਨ, ਐਸੇ ਸਤਿਗੁਰਾਂ ਨੂੰ ਪੂਜਣਾ ਚਾਹੀਦਾ। ਔਰ ਕੇਵਲ ਬਾਰੀ ਬਾਰੀ ਤੌਰ 'ਤੇ ਦੀਵੇ ਜਗਾ ਕੇ, ਫੁੱਲ ਅਰਪਣ ਕਰਕੇ, ਸੁਗੰਧੀਆਂ ਅਰਪਣ ਕਰਕੇ ਹੀ ਨਹੀਂ, ਬਾਰੀ ਬਾਰੀ ਕਰਮ ਨਹੀਂ, ਕੇਵਲ ਮਨ ਤਨ ਲਾਏ ਪਿਆਰ। ਮਨੋਂ ਤੇ ਤਨੋਂ, ਮਨ ਤੇ ਇੰਦਰੀਆਂ ਵਿੱਚ ਪਿਆਰ ਧਾਰਨ ਕਰਕੇ, ਮਨ ਵਿੱਚ ਵੀ ਪ੍ਰੇਮ ਹੋਵੇ, ਅੱਖਾਂ ਵਿੱਚ ਵੀ, ਕੰਨਾਂ ਵਿੱਚ ਵੀ ਸੁਣਨ ਦਾ ਪ੍ਰੇਮ ਹੋਵੇ, ਜ਼ਬਾਨ ਤੋਂ ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਏ ਠਾਉ। ਇੰਜ ਦਰਗਾਹ ਵਿੱਚ ਸਤਿਕਾਰਯੋਗ ਥਾਂ ਮਿਲਦੀ ਹੈ। ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਸਤਿਗੁਰ ਦਾਤਾ ਜੀ ਕਾ। ਸਤਿਗੁਰੂ ਮਹਾਰਾਜ ਜੀਵ ਆਤਮਾ ਨੂੰ ਆਤਮ ਗਿਆਨ ਦੇਣ ਵਾਲੇ ਦਾਤੇ ਹਨ। ਆਤਮਾ ਨੂੰ ਦਾਤਾਂ ਦੇਣ ਵਾਲੇ ਦਾਤੇ ਹਨ। ਜੀ ਕਾ, ਜੀ ਦਾਨ ਦੇ ਭਗਤੀ ਲਾਨ, ਜਿਵੇਂ ਬਚਨ, ਜੀਵ ਆਤਮਾ ਦੇ ਗਿਆਨ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਹਨ। ਸਭ ਸੈ ਦੇ ਆਧਾਰ, ਜਿਹੜੀ ਦਾਤ ਜੀਵ ਆਤਮਾ ਦੇ ਕੰਮ ਆਏ
ਉਹ ਦਾਤਾਂ ਬਖਸ਼ਣ ਵਾਲੇ ਹਨ ਤੇ ਸਭ ਸਾਰਿਆਂ ਦੇ ਤਾਈਂ ਦੇ ਦਿੰਦੇ ਹਨ ਆਧਾਰ ਆਸਰਾ। ਸਭ ਨੂੰ ਆਸਰਾ ਦੇਣ ਵਾਲੇ ਹਨ ਸੱਚੇ ਪਾਤਸ਼ਾਹ, ਜਿਹੜਾ ਵੀ ਸ਼ਰਨ ਆ ਜਾਏ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ। ਹਜ਼ੂਰ ਕਹਿੰਦੇ ਸਾਰੇ ਵਿਚਾਰਾਂ ਵਿੱਚੋਂ ਸੱਚਾ ਵਿਚਾਰ, ਸ਼੍ਰੋਮਣੀ ਵਿਚਾਰ ਇਹ ਹੈ ਕਿ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਬਚਨ ਕਮਾਉਣੇ ਹਨ। ਇਹ ਸਭ ਤੋਂ ਉੱਚਾ ਵਿਚਾਰ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਤਿਗੁਰੂ ਬਚਨ ਰੂਪ ਨੇ, ਬਚਨ ਸਤਿਗੁਰਾਂ ਦੇ, ਸਤਿਗੁਰਾਂ ਦਾ ਰੂਪ ਨੇ। ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ। ਹਜ਼ੂਰ ਕਹਿੰਦੇ ਨੇ ਬਿਨਾਂ ਸਾਧੂ ਜਨਾਂ ਦੀ ਸੰਗਤ ਵਿੱਚ ਰੱਤੇ ਜਾਣ ਤੋਂ, ਬਿਨਾਂ ਸਾਧੂ ਦੀ ਸੰਗਤ ਕਰਕੇ ਤੇ ਰੱਤੇ ਜਾਣਾ ਜੋ ਪਰਮੇਸ਼ਰ ਵਿੱਚ ਆ, ਇਹ ਜੇ ਨਹੀਂ ਹੋਇਆ, ਰੰਗੇ ਜਾਣਾ ਨਾਮ ਵਿੱਚ ਜੇ ਨਹੀਂ ਹੋਇਆ, ਤਾਂ ਮਾਇਆ ਮੋਹ, ਜਿਸ ਮਾਇਆ ਦੇ ਮੋਹ ਵਿੱਚ ਅਸੀਂ ਗਲਤਾਨ ਹੋ ਰਹੇ ਹਾਂ, ਸਭ ਛਾਰ, ਸਭ ਕੁਝ ਛਾਰ ਸੁਆਹ ਰੂਪ ਹੈ, ਖਾਕ ਰੂਪ ਹੈ। ਇਹਦੇ ਵਿੱਚ ਗਲਤਾਨ ਹੋ ਗਏ, ਸਾਰੇ ਛਾਰ ਸੁਆਹ ਹੀ ਹੋ ਜਾਣਗੇ, ਪੱਲੇ ਕੁਛ ਨਹੀਂ ਪਏਗਾ। ਬਿਨਾਂ ਸਾਧੂ ਦੀ ਸੰਗਤ ਵਿੱਚ ਆਉਣ ਤੋਂ, ਬਿਨਾਂ ਨਾਮ ਵਿੱਚ ਰੱਤੇ ਜਾਣ ਤੋਂ, ਮਾਇਆ ਦੇ ਮੋਹ 'ਚ ਗਲਤਾਨ ਹੋਇਆ, ਸਭ ਕੁਝ ਛਾਰ ਸੁਆਹ ਰੂਪ ਹੀ ਹੈ ਸਾਰਾ ਕੁਛ। ਮੇਰੇ ਸਾਜਨ ਹਰ ਹਰ ਨਾਮ ਸੰਭਾਲ। ਇਹ ਮੇਰੇ ਸੱਜਣ, ਭਾਵ ਜਗਿਆਸੂਆਂ ਨੂੰ ਸਾਨੂੰ ਸੱਚੇ ਪਾਤਸ਼ਾਹ ਕਹਿ ਰਹੇ ਨੇ, ਹੈ ਮੇਰੇ ਸੱਜਣ ਜੀ, ਵਾਹਿਗੁਰੂ ਵਾਹਿਗੁਰੂ ਨਾਮ ਨੂੰ ਸੰਭਾਲ, ਚੇਤੇ ਕਰੋ, ਯਾਦ ਕਰੋ। ਸਾਧੂ ਸੰਗਤ ਮਨ ਵਸੈ, ਪੂਰਨ ਹੋਵੈ ਕਾਲ। ਸਾਧੂ ਸਤਿਗੁਰਾਂ ਦੀ ਸੰਗਤ ਵਿੱਚ ਆਉਣ ਕਰਕੇ ਵਾਹਿਗੁਰੂ ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ ਤੇ ਇਸ ਤਰ੍ਹਾਂ ਸੇਵਕ ਦੀ ਘਾਲ ਪੂਰੀ ਹੋ ਜਾਂਦੀ, ਮਤਲਬ ਸਫਲੀ ਹੋ ਜਾਂਦੀ ਹੈ। ਘਾਲ ਦਾ ਪੂਰਨ ਹੋਣਾ ਮਤਲਬ ਹੈ ਕਿ ਘਾਲੀ ਹੋਈ ਘਾਲ ਸਫਲੀ ਹੋ ਜਾਏ, ਪ੍ਰਵਾਨ ਚੜ੍ਹ ਜਾਏ। ਇੰਜ ਘਾਲ ਘਾਲੀ ਪੂਰਨ ਹੋ ਜਾਂਦੀ ਹੈ। ਇੱਕ ਤਿਲ ਨਹੀਂ ਭੰਨੈ ਘਾਲੈ, ਪ੍ਰਭ ਘਾਲਿਆ ਤੇ ਕਿਸੇ ਕਾ ਇੱਕ ਤਿਲ ਨਾ ਗਵਾਏ। ਜੋ ਸਤਿਗੁਰ ਅੱਗੇ ਕੋਈ ਜੀਓ ਲਾਏ ਘਾਲੈ ਤੇ ਸੱਗਿਆ ਗੁਰ ਸੇ ਕਾਰ ਕਮਾਵੇ। ਸਤਿਗੁਰੂ ਮਹਾਰਾਜ ਪ੍ਰਸੰਨ ਹੁੰਦੇ ਨੇ, ਵਾਹਿਗੁਰੂ ਪ੍ਰਸੰਨ ਹੋ ਜਾਂਦਾ। ਰਹਾਓ ਗੁਰ ਸਮਰੱਥ ਅਪਾਰ ਗੁਰ, ਵੱਡ ਭਾਗੀ ਦਰਸ਼ਨ ਹੋਏ। ਸਤਿਗੁਰੂ ਜੀ ਕਿਹੋ ਜਿਹੇ ਨੇ ਜੀ, ਸਾਰੀਆਂ ਸ਼ਕਤੀਆਂ ਕਲਾ ਕਰਕੇ ਸਭ ਕੁਝ ਦੇਣ ਨੂੰ ਸਮਰੱਥ ਹਨ। ਅਪਾਰ ਗੁਰ, ਸਤਿਗੁਰੂ ਜੀ ਅਪਾਰ ਬੇਅੰਤ ਪਰਮਾਤਮਾ ਦਾ ਸਰੂਪ ਹਨ। ਬੇਅੰਤਾ ਵਾਹਿਗੁਰੂ ਜੀ ਦਾ ਪਾਰ ਉਰਾਰ ਨਹੀਂ, ਤੇ ਸਤਿਗੁਰੂ ਵੀ ਉਹਦੇ ਵਿੱਚ ਭੇਦ ਹਨ। ਵੱਡ ਭਾਗੀ ਦਰਸ਼ਨ ਹੋਏ, ਕਿਸੇ ਵੱਡਿਆਂ ਭਾਗਾਂ ਵਾਲੇ ਨੂੰ ਸਤਿਗੁਰੂ ਦੇ ਅਸਲ ਦਰਸ਼ਨ ਹੁੰਦੇ ਨੇ। ਸਤਿਗੁਰੂ ਨੂੰ ਸਭ ਕੋ ਵੇਖਦਾ, ਕਿਵੇਂ ਬਚਨਾ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਈ, ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਇਉਂ ਸਤਿਗੁਰੂ ਦੇ ਦਰਸ਼ਨ ਭਾਵਨਾ ਨਾਲ ਵਡਭਾਗੀ ਲੋਕਾਂ ਨੂੰ ਉਹ ਦਰਸ਼ਨ ਹੁੰਦੇ ਨੇ। ਗੁਰ ਆਗੋਚਰ ਨਿਰਮਲਾ, ਗੁਰ ਜੀਵੜ ਅਵਰ ਨਾ ਕੋਏ। ਇੱਕ ਇਤਿਹਾਸਕ ਬਚਨ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਇਆ ਸੀ ਇੱਕ ਸਿੱਖ, ਤਾਂ ਹਜ਼ੂਰ ਨੇ ਕਿਹਾ, ਸਿੱਖਾ ਤੇਰਾ ਨਾਮ ਕੀ ਹੈ? ਕਹਿਣ ਲੱਗਾ, ਜੀ ਮੇਰਾ ਨਾਮ ਮਹਿੰਗਾ ਹੈ। ਹਜ਼ੂਰ ਕਹਿਣ ਲੱਗੇ, ਫਿਰ ਸਿੱਖੀ ਵੀ ਬੜੀ ਮਹਿੰਗੀ ਹੈ। ਕਹਿਣ ਲੱਗਾ, ਜੀ ਮਹਿੰਗੇ ਭਾਈ ਖਰੀਦ ਲਵਾਂਗਾ, ਮੈਂ ਖਰੀਦਣ ਆਇਆ। ਸਤਿਗੁਰੂ ਕਹਿਣ ਲੱਗੇ, ਅੱਛਾ। ਫਿਰ ਕਸਵੱਟੀ ਲੱਗਣੀ ਸੀ, ਉਹ ਲੰਗਰ ਦੀ ਸੇਵਾ ਕਰਦਾ ਸੀ ਤੇ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਨੇ ਮਰਯਾਦਾ ਬਣਾਈ ਹੋਈ ਸੀ ਕਿ ਰਾਤ ਨੂੰ ਜਿੰਨਾ ਲੰਗਰ ਬਚ ਜਾਏ ਉਹ ਸ਼ਹਿਰ ਦੇ ਪਸ਼ੂਆਂ ਨੂੰ ਪਾਇਆ ਜਾਏ, ਜੇ ਵੱਧ ਉਦੋਂ ਬਚ ਜਾਏ ਤਾਂ ਦਰਿਆ ਬਿਆਸ ਵਿੱਚ ਜਲ ਪ੍ਰਵਾਹ ਕਰਤਾ ਜਾਏ, ਜੀਵ ਜੰਤੂਆਂ ਦੇ ਕੰਮ ਆਏ, ਜਲ ਜੰਤੂਆਂ ਦੇ। ਤੇ ਇਸ ਤਰ੍ਹਾਂ ਇਹਨੇ ਬੇਨਤੀ ਕੀਤੀ, ਜੀ ਲੰਗਰ ਕਾਫੀ ਬਚਿਆ ਪਿਆ। ਤਾਂ ਸਤਿਗੁਰੂ ਕਹਿਣ ਲੱਗੇ, ਸ਼ਹਿਰ ਦੇ ਪਸ਼ੂਆਂ ਨੂੰ ਪਾਓ। ਕਹਿਣ ਲੱਗਾ, ਜੀ ਪਸ਼ੂ ਵੀ ਰਜਾਤ ਤੇ। ਕਹਿੰਦੇ, ਫਿਰ ਜਾਓ, 2 ਸਿੱਖ ਚਲੇ ਜਾਓ ਤੇ ਦਰਿਆ ਬਿਆਸ ਦੇ ਵਿੱਚ ਜਲ ਜੰਤੂਆਂ ਵਾਸਤੇ ਪਾਓ। ਕਹਿਣ ਲੱਗਾ, ਇਹਦੀ ਇੱਛਾ ਸੀ ਕਿ ਮੈਂ ਇਕੱਲਾ ਹੀ ਜਾਵਾਂ। ਮਹਾਰਾਜ ਕਹਿੰਦੇ, ਤੇਰੀ ਇੱਛਾ ਤੂੰ ਇਕੱਲਾ ਹੀ ਜਾ। ਇਹਨੇ ਵਹਿੰਗੀ ਪਾ ਲਈ ਮੋਢਿਆਂ ਤੇ, ਦੋਵੇਂ ਪਾਸਿਓਂ ਭੋਜਨ ਅਨਾਜ ਪਾ ਲਿਆ ਬਿਆਸ ਦਰਿਆ 'ਚ ਪਾਉਣ ਲਈ, ਤੇ ਉੱਥੇ ਚੋਰ ਟੱਕਰ ਗਏ। ਅੱਧੀ ਰਾਤ ਦਾ ਸਮਾਂ ਸੀ, ਉਹਨਾਂ ਸੰਨ ਲਾਉਣੀ ਸੀ ਗੋਇੰਦਵਾਲ ਸਾਹਿਬ। ਉਹਨਾਂ ਵਿਚਾਰਿਆ ਵੀ ਇਹ ਜਾਗਦਾ ਤੇ ਰੌਲਾ ਪਾ ਦੇਗਾ। ਪਹਿਲਾਂ ਮਾਰਨ ਲੱਗੇ, ਫਿਰ ਕਹਿਣ ਲੱਗੇ, ਮਾਰੀਏ ਨਾ ਇਹਨੂੰ, ਟੋਆ ਪੱਟ ਕੇ ਦੱਬ ਦਈਏ। ਬਾਹਰ ਸ਼ਹਿਰੋਂ ਬਾਹਰ ਸੀ ਗੋਇੰਦਵਾਲ ਸਾਹਿਬ ਤੋਂ, ਦਰਿਆ ਬਿਆਸ ਦੇ ਕੰਢੇ ਉਹਨਾਂ ਟੋਆ ਪੱਟ ਕੇ ਗਲ ਤੱਕ ਤੇ ਦੱਬ ਦਿੱਤਾ। ਤੇ ਚੋਰ ਆਏ ਸੰਨ ਲਾਉਣ ਵਾਸਤੇ, ਕੁਝ ਸਿੱਖ ਜਾਗਦੇ ਸਨ ਤੇ ਉਹਨਾਂ ਚੋਰ ਪਕੜ ਲਏ। ਜਦੋਂ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਕੀਤਾ, ਚਰਨਾਂ ਤੇ ਡਿੱਗ ਪਏ ਤੇ ਦਰਸ਼ਨਾਂ ਦਾ ਐਸਾ ਪ੍ਰਤਾਪ ਕਿ ਉਹਨਾਂ ਕਹਿ ਦਿੱਤਾ ਕਿ ਅਸੀਂ ਤੁਹਾਡੇ ਇੱਕ ਸਿੱਖ ਨੂੰ ਟੋਆ ਪੱਟ ਕੇ ਦੱਬਿਆ ਵੀ ਹੈ।
ਤਾਂ ਸਤਿਗੁਰੂ ਅਮਰਦਾਸ ਮਹਾਰਾਜ ਆਪ ਗਏ ਸਨ ਤੇ ਕਈ ਦੇ ਨਾਲ ਮਿੱਟੀ ਪਰੇ ਹਟਾ ਕੇ ਭਾਈ ਮਹਿੰਗੇ ਨੂੰ ਉਸ ਟੋਏ ਵਿੱਚੋਂ ਕੱਢਿਆ ਬਾਹਰ। ਤਾਂ ਹਜ਼ੂਰ ਨੇ ਕਿਹਾ ਸੀ, ਭਾਈ ਮਹਿੰਗਿਆ, ਤੈਨੂੰ ਚੋਰਾਂ ਨੇ ਇੰਜ ਟੋਆ ਪੱਟ ਕੇ ਦੱਬਿਆ, ਦੱਸ ਇਹਨਾਂ ਨੂੰ ਕੀ ਸਜ਼ਾ ਦਈਏ। ਉਸ ਸਿੱਖ ਦਾ ਮਨ ਇੰਨਾ ਨਿਰਮਲ ਹੋ ਚੁੱਕਾ ਸੀ, ਕਹਿਣ ਲੱਗਾ, ਮਹਾਰਾਜ ਜੇ ਤੁੱਠੇ ਹੋ ਤਾਂ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ ਦਿਓ। ਮਹਾਰਾਜ ਕਹਿਣ ਲੱਗੇ, ਇਹ ਕੋਈ ਸਜ਼ਾ ਥੋੜ੍ਹੀ, ਹੋਰ ਕੁਝ ਦੱਸ। ਕਹਿਣ ਲੱਗਾ, ਫਿਰ ਜੇ ਬਹੁਤੇ ਪ੍ਰਸੰਨ ਹੋਏ ਹੋ ਤਾਂ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗੁਰਬਾਸਨਾ ਪਰਿਆ ਰਹੇ, ਜਿਵੇਂ ਬਚਨ ਗੁਰੂ ਅਰਜਨ ਦੇਵ ਜੀ ਨੇ ਉਚਾਰੇ ਬਾਅਦ 'ਚ। ਕਹਿਣ ਲੱਗਾ, ਫਿਰ ਮਹਾਰਾਜ ਜੇ ਬਹੁਤੇ ਤੁੱਠੇ ਤੁਹਾਡਾ ਦਰਸ਼ਨ ਨਾ ਕਰ ਲਿਆ, ਇਹਨਾਂ ਨੂੰ ਜਮਾਂ ਤੋਂ ਵੀ ਬਚਾ ਲਿਓ, ਰਿੱਧੀਆਂ ਸਿੱਧੀਆਂ ਬਖਸ਼ ਦਿਓ ਤੇ ਜਮਾਂ ਤੋਂ ਵੀ ਬਚਾ ਲਿਓ ਜੇ ਬਹੁਤੇ ਤੁੱਠੇ ਹੋ। ਸਤਿਗੁਰਾਂ ਫਿਰ ਛਾਤੀ ਨਾਲ ਲਾ ਲਿਆ, ਭਾਈ ਮਹਿੰਗਿਆ, ਸਿੱਖੀ ਸੀ ਬੜੀ ਮਹਿੰਗੀ, ਪਰ ਗੁਰਮੁਖਾ ਤੂੰ ਮਹਿੰਗੇ ਭਾਅ ਖਰੀਦ ਲਈ ਹੈ, ਤੇਰੀ ਸਿੱਖੀ ਤੋੜ ਚੜ੍ਹ ਗਈ, ਤੇਰੀ ਘਾਲ ਪੂਰਨ ਹੋਈ। ਸੋ ਇਸ ਪ੍ਰਕਾਰ ਇਉਂ ਸੱਚੇ ਪਾਤਸ਼ਾਹ ਜੀ ਬਹੁਤ ਪਰਮੇਸ਼ਰ ਦਾ ਸਰੂਪ ਮਹਾਨ ਹਨ। ਗੁਰ ਸਮਰੱਥ ਅਪਾਰ ਗੁਰ ਵੱਡ ਭਾਗੀ ਦਰਸ਼ਨ ਹੋਏ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤਿਗੁਰਾਂ ਦਾ ਅਸਲੀ ਦਰਸ਼ਨ ਹੁੰਦਾ ਹੈ। ਗੁਰ ਅਗੋਚਰ ਨਿਰਮਲਾ। ਸਤਿਗੁਰੂ ਮਹਾਰਾਜ ਇੱਕ ਸਰੀਰ ਨਹੀਂ ਹਨ ਕਿ ਸਰੀਰ ਦਾ ਸਰੂਪ ਵੇਖ ਕੇ ਵੀ ਗੁਰੂ ਦੇ ਦਰਸ਼ਨ ਕਰ ਲਏ। ਗੁਰ ਅਗੋਚਰ ਇੱਕ ਹੁੰਦਾ ਅਗਮ ਜਾਂ ਅਗੰਮ ਸ਼ਬਦ, ਮਨ ਜਿੱਥੋਂ ਤੱਕ ਨਾ ਪਹੁੰਚ ਸਕੇ। ਅਗੋਚਰ ਇੰਦਰੀਆਂ ਦਾ ਵਿਸ਼ਾ ਨਹੀਂ, ਇੰਦਰੀਆਂ ਤੋਂ ਅਵਿਸ਼ੇ। ਜਿਵੇਂ ਕਿਹਾ ਨਾ, ਫਲਾਨੀ ਚੀਜ਼ ਦ੍ਰਿਸ਼ਟੀ ਗੋਚਰ ਨਹੀਂ, ਦ੍ਰਿਸ਼ਟੀ ਦੇ ਸਾਹਮਣੇ ਨਹੀਂ, ਦ੍ਰਿਸ਼ਟੀ ਗੋਚਰ ਨਹੀਂ, ਦ੍ਰਿਸ਼ਟੀ ਤੋਂ ਅਗੋਚਰ ਹੈ। ਇੰਦਰੀਆਂ ਕਰਕੇ, ਨਾ ਅੱਖਾਂ ਕਰਕੇ, ਨਾ ਕੰਨਾਂ ਕਰਕੇ, ਨਾ ਜੀਭ ਕਰਕੇ ਕਿਸੇ ਵੀ ਇੰਦਰੀ ਦੁਆਰਾ ਪ੍ਰਮਾਤਮਾ ਨੂੰ ਮੁਕੰਮਲ ਤੌਰ 'ਤੇ ਨਹੀਂ ਜਾਣਿਆ ਜਾਂਦਾ। ਇਸ ਕਰਕੇ ਅਗੋਚਰ ਹੈ ਸਤਿਗੁਰੂ। ਯਾਨੀ ਜਿਵੇਂ ਪਰਮੇਸ਼ਰ ਅਗੋਚਰ ਹੈ, ਇਸ ਤਰ੍ਹਾਂ ਸਤਿਗੁਰੂ ਜੀ ਵੀ ਅਗੋਚਰ ਨੇ। ਜਿਵੇਂ ਪਰਮੇਸ਼ਰ ਨਿਰਮਲ ਹੈ, ਮੈਲ ਤੋਂ ਰਹਿਤ, ਤਿਉਂ ਸਤਿਗੁਰੂ ਵੀ ਉਹਦਾ ਹੀ ਸਰੂਪ ਹਨ, ਨਿਰਮਲ ਹਨ। ਗੁਰ ਜੇਵੜ ਵਰਨਾ ਕੋਇ। ਸਤਿਗੁਰਾਂ ਜਿੱਡਾ ਵੱਡਾ ਅਵਰ ਹੋਰ ਕੋਈ ਨਹੀਂ ਹੈ। ਗੁਰ ਕਰਤਾ ਗੁਰ ਕਰਨਹਾਰ। ਗੁਰੂ ਹੀ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਗੁਰੂ ਹੀ ਸਭ ਕੁਝ ਕਰਤੱਬਾਂ ਨੂੰ ਕਰਨ ਵਾਲਾ ਹੈ। ਗੁਰਮੁਖ ਸੱਚੀ ਸੋਏ। ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ, ਉਹਦੀ ਸੋਭਾ ਵੀ ਸੱਚੀ ਹੁੰਦੀ ਹੈ। ਤਿਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਸੱਚੀ ਵਡਿਆਈ ਉਹਨਾਂ ਨੂੰ ਗੁਰਾਂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ। ਗੁਰ ਤੇ ਬਾਹਰ ਕਿਛ ਨਹੀਂ। ਗੁਰੂ ਦੀ ਸਮਰੱਥਾ ਤੋਂ ਬਾਹਰ ਕੁਛ ਨਹੀਂ ਹੈ। ਜਿੱਥੇ ਤੱਕ ਗੁਰੂ ਦੀ ਪਹੁੰਚ ਨਾ ਹੋਏ, ਐਸਾ ਕੁਛ ਨਹੀਂ। ਗੁਰ ਕੀਤਾ ਲੋੜੇ ਸੋ ਹੋਏ। ਸਤਿਗੁਰੂ ਐਸੇ ਹਨ ਕਿ ਜੋ ਕਰਨਾ ਲੋੜਦੇ ਹਨ, ਜੋ ਚਾਹੁੰਦੇ ਹਨ ਕਰਨਾ, ਉਹੀ ਹੋ ਜਾਂਦਾ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਬਣਿਆ। ਜੋ ਪੂਰਾ ਸਤਿਗੁਰੂ ਬੋਲਦਾ ਹੈ ਉਹੀ ਪ੍ਰਵਾਨ ਹੁੰਦਾ, ਉਹੀ ਉਸੇ ਤਰ੍ਹਾਂ ਹੀ ਵਾਪਰ ਜਾਂਦਾ। ਗੁਰ ਤੀਰਥ ਗੁਰ ਪਾਰ ਜਾਤ। ਗੁਰ ਮਨਸਾ ਪੂਰਨ ਹਾਰ। ਸਤਿਗੁਰੂ ਦੀ ਉਪਮਾ ਵਾਲੇ ਵਾਕ ਹਜ਼ੂਰ ਕਹਿ ਰਹੇ ਨੇ ਕਿ ਸਤਿਗੁਰੂ ਪੂਰਾ ਤੀਰਥ ਹੈ। ਸਤਿਗੁਰੂ ਤੀਰਥ ਦਾ ਮਤਲਬ ਹੈ ਪਵਿੱਤਰ ਕਰਨ ਵਾਲੀ ਜਗ੍ਹਾ। ਜਿਹੜਾ ਕਿਸੇ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦਾ, ਉਸ ਦਾ ਨਾਮ ਤੀਰਥ ਹੈ। ਕਹਿੰਦੇ ਅਸਲ ਵਿੱਚ ਸਤਿਗੁਰੂ ਜੀ ਹੀ ਤੀਰਥ ਰੂਪ ਨੇ। ਤੇ ਇੱਕ ਸੁਰਗ ਦੇ ਵਿੱਚ ਪਾਰਜਾਤ ਨਾਂ ਦਾ ਰੁੱਖ ਮੰਨਿਆ। ਇੱਕ ਸੰਤਾਨ ਹੁੰਦਾ ਹੈ, ਪਾਰਜਾਤ ਹੁੰਦਾ ਹੈ, ਕਲਪ ਬ੍ਰਿਸ਼ ਹੁੰਦਾ, ਇੰਜ 5 ਨੇ। ਤਾਂ ਉਹਨਾਂ ਵਿੱਚੋਂ ਇੱਕ ਪਾਰਜਾਤ ਰੁੱਖ ਹੈ, ਕਹਿੰਦੇ ਕਾਮਨਾ ਪੂਰੀਆਂ ਕਰਨ ਵਾਲਾ। ਸੋ ਇਸ ਪ੍ਰਕਾਰ ਜਿਤੜੇ ਫਲ ਮਨ ਬਾਂਸ਼ੀਆ ਤਿਤੜੇ ਸਤਿਗੁਰ ਪਾਸ। ਜਿੰਨੇ ਫਲਾਂ ਦੀ ਇੱਛਾ ਕਰੀਏ ਸਾਰੇ ਫਲ ਸਤਿਗੁਰਾਂ ਦੇ ਪਾਸ ਹਨ। ਇਸ ਕਰਕੇ ਸਤਿਗੁਰੂ ਪਾਰਜਾਤ ਆਪ ਹੀ ਹਨ। ਗੁਰ ਮਨਸਾ ਪੂਰਨ। ਸਤਿਗੁਰੂ ਜੀ ਸਾਰੀਆਂ ਮਨਸਾ ਇੱਛਾਵਾਂ ਨੂੰ ਪੂਰਨ ਕਰਨ ਵਾਲੇ ਹਨ। ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ। ਵੱਡੀ ਗੱਲ ਇਹ ਕਿ ਸਤਿਗੁਰੂ ਜੀ ਹਰੀ ਨਾਮ ਦੇ ਦਾਤੇ ਹਨ। ਇਹ ਨਾਮ ਦੀ ਦਾਤ ਕਿਸੇ ਹੋਰ ਤੋਂ ਨਹੀਂ ਮਿਲ ਸਕਦੀ। ਉਂਝ ਤੇ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਇੱਕ ਸੱਜਣ ਮੈਨੂੰ ਮਿਲਿਆ ਤਾਂ ਮੈਨੂੰ ਕਹਿਣ ਲੱਗਾ ਵੀ ਮੈਂ ਵੀ ਨਾਮ ਲਿਆ ਆ। ਮੈਂ ਕਿਹਾ ਕੀ ਨਾਮ ਲਿਆ ਆ? ਦੱਸਿਆ ਉਹਨੇ ਵੀ ਫਲਾਣਿਆਂ ਕੋਲੋਂ ਨਾਮ ਲਿਆ। ਮੈਂ ਕਿਹਾ ਵੀ ਉਹ ਨਾਮ ਕੀ ਹੈ? ਕਹਿਣ ਲੱਗਾ ਨਾ ਬਾਬਾ, ਜੇ ਮੈਂ ਦੱਸਿਆ ਮੇਰੇ ਮੂੰਹ 'ਚ ਕੀੜੇ ਪੈ ਜਾਣਗੇ। ਉਹਨਾਂ ਮੈਨੂੰ ਕਿਹਾ ਹੋਇਆ ਜੇ ਤੂੰ ਕਿਸੇ ਨੂੰ ਦੱਸਿਆ ਤੇਰੇ ਮੂੰਹ 'ਚ ਕੀੜੇ ਪੈ ਜਾਣਗੇ। ਮੈਂ ਕਿਹਾ ਵੀ ਉਹ ਲੋਕਾਂ ਨੂੰ ਸਾਰਿਆਂ ਨੂੰ ਰੋਜ਼ ਦੱਸਦੇ ਨੇ, ਉਹਨਾਂ ਦੇ ਮੂੰਹ 'ਚ ਕੀੜੇ ਤੇ ਪਏ ਨੇ। ਰੱਬ ਦਾ ਨਾਮ ਵੀ ਬੋਲਣ ਨਾਲ ਕੀੜੇ ਪੈ ਜਾਂਦੇ ਨੇ। ਨਾ ਦੱਸੇ ਉਹ। ਮੈਂ ਕਿਹਾ ਮੈਂ ਦੱਸਾਂ ਵੀ ਕੀ ਤੈਨੂੰ ਨਾਮ ਦਿੱਤਾ ਉਹਨਾਂ? ਕਹਿਣ ਲੱਗੇ ਦੱਸ। ਮੈਂ ਕਿਹਾ ਓੰਗ ਜੋਤ ਸਰੂਪ ਨਿਰੰਕਾਰ ਸਤਨਾਮ ਤੇ ਸੋਹੰ।
ਇਹ 5 ਅੱਖਰ ਦਿੰਦੇ ਨੇ। ਬਾਕੀ 4 ਗੁਰੂ ਗ੍ਰੰਥ ਸਾਹਿਬ 'ਚੋਂ ਨੇ। ਇੱਕ ਨਿਰੰਕਾਰ ਦੀ ਥਾਂ 'ਤੇ ਉਹਨੂੰ ਨਵਾਂ ਘੜਿਆ ਨਿਰੰਕਾਰ। ਕਹਿਣ ਲੱਗਾ ਬਾਬਾ ਤੈਨੂੰ ਕਿਵੇਂ ਪਤਾ? ਮੈਂ ਕਿਹਾ ਵੀ ਮੈਂ ਵੀ ਇਸੇ ਦੇ ਮਾਰਗ 'ਤੇ ਚੱਲਣ ਵਾਲਾ ਹਾਂ, ਵੀ ਇਹਨਾਂ ਗੱਲਾਂ 'ਚ ਰਹਿਣਾ, ਅਤੇ ਮੈਂ ਇਹਦੇ ਬਾਰੇ ਪੜ੍ਹਿਆ ਕਿ ਉਹ ਆਹ ਨਾਮ ਦਿੰਦੇ ਨੇ। ਲੈ ਮੈਂ ਬੋਲਿਆ, ਮੈਨੂੰ ਤਾਂ ਮੇਰੇ ਮੂੰਹ 'ਚ ਕੀੜੇ ਨਹੀਂ ਪਏ। ਸੋ ਇਉਂ ਵਹਿਮਾਂ ਭਰਮਾਂ 'ਚ ਲੋਕਾਂ ਨੂੰ ਪਾਉਣ ਵਾਲੇ ਵੀ ਬਥੇਰੇ ਹਨ, ਜੋ ਗੁਰੂ ਬਣ ਕੇ ਬੈਠੇ ਕਹਿੰਦੇ ਅਸੀਂ ਨਾਮ ਦਿੰਦੇ ਹਾਂ। ਅਤੇ ਫਿਰ ਉਹ ਪੋਥੀਆਂ ਲਿਖੀਆਂ ਉਹਨਾਂ 'ਚ ਲਿਖਿਆ ਆ ਵੀ ਦੇਹਧਾਰੀ ਗੁਰੂ ਜਿਹੜਾ ਸ਼ਬਦ ਰੂਪ ਹੋ ਚੁੱਕਾ ਹੋਵੇ ਉਹੀ ਕਲਿਆਣ ਕਰ ਸਕਦਾ। ਸਿੱਧ ਗੋਸ਼ਟਨਾਮੇ ਬਾਣੀ 'ਚੋਂ ਇੱਕ ਪੰਕਤੀ ਲਈ ਉਹਨਾਂ, ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਅਤੇ ਅੱਗੇ ਪੰਕਤੀ ਹੈ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਦੇਹ ਦੀ ਪੂਜਾ ਕਰਾਉਣ ਵਾਸਤੇ ਅਰਥ ਗਲਤ ਕਰ ਰਹੇ ਨੇ ਵੀ ਦੇਹਧਾਰੀ ਗੁਰੂ ਜਿਹੜਾ ਸ਼ਬਦ ਰੂਪ ਹੋ ਚੁੱਕਾ ਹੋਵੇ ਉਹਦੇ ਚਰਨੀ ਲੱਗੋ ਤਾਂ ਕਲਿਆਣ। ਫਿਰ ਅੱਗੇ ਲਿਖਦੇ ਨੇ ਵੀ ਧਾਰਮਿਕ ਗ੍ਰੰਥ ਤੇ ਪੋਥੀਆਂ ਕਿਸੇ ਦੀ ਕਲਿਆਣ ਕਰਨ ਦੀ ਸਮਰੱਥਾ ਨਹੀਂ ਰੱਖਦੀਆਂ। ਸਿੱਧਾ ਇਸ਼ਾਰਾ ਗੁਰੂ ਗ੍ਰੰਥ ਸਾਹਿਬ ਵਾਲਾ, ਮਤਲਬ ਵੀ ਦੇਹਧਾਰੀ ਗੁਰੂ ਚਾਹੀਦਾ, ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗਿਆ ਨਹੀਂ ਤੁਸੀਂ ਤਰ ਸਕਦੇ। ਸਿੱਧਾ ਨਹੀਂ ਬੋਲਿਆ ਉਹਨਾਂ ਗੁਰੂ ਗ੍ਰੰਥ ਸਾਹਿਬ, ਉਹਨਾਂ ਇੱਦਾਂ ਕਿਹਾ ਧਾਰਮਿਕ ਗ੍ਰੰਥ ਅਤੇ ਪੋਥੀਆਂ ਕਿਸੇ ਦੀ ਕਲਿਆਣ ਨਹੀਂ ਕਰ ਸਕਦੇ। ਹੁਣ ਪ੍ਰਸ਼ਨ ਉੱਠਦਾ, ਜੇ ਧਾਰਮਿਕ ਗ੍ਰੰਥ ਤੇ ਪੋਥੀਆਂ ਦੁਆਰਾ ਕਲਿਆਣ ਨਹੀਂ, ਤੇ ਤੁਸੀਂ ਰੋਜ਼ ਜਿਹੜਾ ਸਤਸੰਗ ਕਰਦੇ ਧਾਰਮਿਕ ਗ੍ਰੰਥਾਂ ਵਿੱਚੋਂ ਕਥਾ ਕਿਉਂ ਸੁਣਾਉਂਦੇ ਹੋ? ਜੇ ਤੁਹਾਡੇ ਜੋ ਸਮਰੱਥਾ ਕਲਿਆਣ ਕਰਨ ਦੀ, ਫਿਰ ਇੱਕ ਵਾਰੀ ਕੰਨ 'ਚ ਮੰਤਰ ਦਿੱਤਾ ਉਸੇ ਵੇਲੇ ਕਲਿਆਣ ਹੋਣੀ ਚਾਹੀਦੀ। ਤੁਸੀਂ ਤਾਂ ਸਾਰੀ ਉਮਰ ਉਹਨਾਂ ਨੂੰ ਕਥਾ ਸੁਣਨ ਲਈ ਕਹਿੰਦੇ ਵੀ ਸਾਡੇ ਸਤਸੰਗ ਵਿੱਚ ਆਓ। ਇਤਿਆਦਕ ਇਹ ਗੱਲ ਕੁਛ ਹੋਰ ਹੈ, ਪਰ ਸਤਿਗੁਰੂ ਜੀ ਜੋ ਹਰੀ ਨਾਮ ਦੇ ਦਾਤੇ ਹਨ, ਅੰਦਰ ਵਸਾਉਂਦੇ ਨੇ ਨਾਮ, ਅੰਦਰ ਨਾਮ ਰੂਪ ਹੀ ਬਣਾ ਦਿੰਦੇ ਆ ਸਿੱਖ ਨੂੰ। ਗੁਰਦਾਤਾ ਹਰ ਨਾਮ ਦੇ। ਹਾਂ ਸਾਡੇ ਵਿੱਚ ਕਸਰਾਂ ਜ਼ਰੂਰ ਨੇ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗੇ ਜਿਉ ਬਾਂਸ ਵਜਾਈ ਹੈ ਫੂਕ। ਜੇ ਸਿੱਖ ਹੀ ਧਾਰਨ ਨਹੀਂ ਕਰਨਾ ਚਾਹੁੰਦਾ, ਭਾਵਨਾ ਨਾਲ ਸੁਣਦਾ ਨਹੀਂ, ਆਪਣੇ ਅੰਦਰ ਵਸਾਉਣਾ ਨਹੀਂ ਚਾਹੁੰਦਾ, ਦਾਤ ਮੰਗਦਾ ਨਹੀਂ, ਪਾਤਰ ਨਹੀਂ ਬਣਦਾ, ਤੇ ਫਿਰ ਸਤਿਗੁਰੂ ਦਾ ਕਸੂਰ ਕੋਈ ਨਹੀਂ। ਸਤਿਗੁਰੂ ਜੀ ਦਾਤਾ ਹਨ ਹਰੀ ਨਾਮ ਦੇ, ਹਰੀ ਦਾ ਨਾਮ ਦਿੰਦੇ ਹਨ, ਐਸੇ ਦਾਤੇ ਹਨ। ਉਧਰ ਸਭ ਸੰਸਾਰ, ਤਾਂ ਇਸ ਨਾਮ ਦੁਆਰਾ ਸਾਰਾ ਸੰਸਾਰ ਹੀ ਉਧਰਦਾ ਹੈ। ਜੇ ਸਾਰਾ ਸੰਸਾਰ ਹੀ ਗੁਰੂ ਦੇ ਚਰਨੀ ਲੱਗ ਜਾਏ, ਨਾਮ ਦੀ ਦਾਤ ਲਏ, ਤੇ ਸਾਰਾ ਸੰਸਾਰ ਹੀ ਉਧਰ ਜਾਏਗਾ। ਜਿਸ ਨਾਮ ਦੇ ਆਸਰੇ ਸਾਰੇ ਸੰਸਾਰ ਦਾ ਉਧਾਰ ਹੋਣਾ, ਉਹ ਹਰੀ ਨਾਮ ਦੇ ਦਾਤੇ ਸਤਿਗੁਰੂ ਹਨ। ਗੁਰ ਸਮਰੱਥ ਗੁਰ ਨਿਰੰਕਾਰ, ਸਤਿਗੁਰੂ ਸਾਰੀਆਂ ਸਮਰੱਥਾ ਵਾਲੇ ਹਨ, ਤੇ ਗੁਰੂ ਸਾਹਿਬ ਹੀ ਨਿਰੰਕਾਰ ਪਰਮੇਸ਼ਰ ਦਾ ਸਰੂਪ ਨੇ। ਗੁਰ ਉੱਚਾ ਅਗਮ ਅਪਾਰ, ਸਤਿਗੁਰੂ ਜੀ ਬਹੁਤ ਉੱਚੇ ਹਨ, ਮਨ ਦੀ ਗਮਤਾ ਪਹੁੰਚ ਤੋਂ ਪਰੇ ਹਨ, ਅਪਾਰ ਬੇਅੰਤ ਹਨ। ਗੁਰ ਕੀ ਮਹਿਮਾ ਅਗਮ ਹੈ, ਸਤਿਗੁਰੂ ਦੀ ਮਹਿਮਾ ਵੀ ਸਾਡੀ ਪਹੁੰਚ ਤੋਂ ਪਰੇ ਹੈ। ਕਿੱਡੀ ਕੁ ਵੱਡੀ ਮਹਿਮਾ ਦੱਸੀ ਨਹੀਂ ਜਾ ਸਕਦੀ। ਕਿਆ ਕਥੇ ਕਥਨਹਾਰ, ਕਥਨਹਾਰ ਕਥਨੀ ਕਰਨ ਵਾਲਾ, ਬੋਲਣ ਵਾਲਾ ਕਿੰਨਾ ਕੁ ਬਿਆਨ ਕਰਕੇ ਦੱਸੇ। ਜਿਤੜੇ ਫਲ ਮਨ ਬਾਂਸ਼ੀ ਹੈ, ਮਨ ਦੇ ਅੰਦਰ ਜਿੰਨੇ ਫਲਾਂ ਦੀ ਇੱਛਾ ਅਸੀਂ ਕਰੀਏ, ਤਿਤੜੇ ਸਤਿਗੁਰ ਪਾਸ, ਉਹ ਸਾਰੇ ਉਨੇ ਹੀ ਫਲ ਸਤਿਗੁਰਾਂ ਦੇ ਕੋਲ ਹਨ। ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ, ਪਰ ਪੂਰਬਲੇ ਜਨਮਾਂ ਦੇ ਕਰਮਾਂ ਦੇ ਮੁਤਾਬਕ ਜੋ ਲਿਖੇ ਹੋਏ ਨੇ ਮਸਤਕ ਤੇ ਲੇਖ, ਉਸ ਤਰ੍ਹਾਂ ਦੀ ਭਾਵਨਾ ਬਣਦੀ ਹੈ ਸਾਡੀ, ਤੇ ਉਹ ਅਸੀਂ ਪਾਉਣੇ ਹੋਏ ਫਲ। ਸਾਚ ਨਾਮ ਦੇ ਰਾਸ, ਸਤਿਗੁਰੂ ਦੇ ਕੋਲ ਵੱਡੀ ਦਾਤ ਇੱਕ ਹੈ, ਸੱਚੇ ਨਾਮ ਦੀ ਪੂੰਜੀ। ਸਤਿਗੁਰੂ ਮਹਾਰਾਜ ਸੱਚੇ ਨਾਮ ਦੀ ਰਾਸ ਪੂੰਜੀ ਜੇ ਸਾਨੂੰ ਬਖਸ਼ ਦੇਣ, ਤਾਂ ਫਿਰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ। ਸਤਿਗੁਰ ਸਰਣੀ ਆਇਆ ਬਹੁੜ ਨਹੀਂ ਵਿਨਾਸ਼। ਜੇ ਇੱਕ ਵਾਰੀ ਮਨੋ ਤਨੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਈਏ ਨਾ, ਤਾਂ ਸਤਿਗੁਰੂ ਦੀ ਸ਼ਰਣੀ ਆਉਣ ਨਾਲ ਬਹੁੜੋ ਦੁਬਾਰਾ ਫਿਰ ਸਾਡਾ ਵਿਨਾਸ਼ ਨਹੀਂ ਹੋਵੇਗਾ, ਆਤਮਿਕ ਜੀਵਨ ਖਤਮ ਨਹੀਂ ਹੋਏਗਾ। ਹਰ ਨਾਨਕ ਕਦੇ ਨਾ ਵਿਸਰਾਓ, ਇਹੋ ਜੀਓ ਪਿੰਡ ਤੇਰਾ ਸਾਸ। ਹੇ ਹਰੀ ਪ੍ਰਮਾਤਮਾ ਜੀ, ਮੇਰੇ ਤੇ ਬਖਸ਼ਿਸ਼ ਕਰੋ, ਮੈਂ ਕਦੇ ਵੀ ਤੁਹਾਨੂੰ ਭੁਲਾਵਾਂ ਨਾ, ਕਿਉਂਕਿ ਇਹ ਮੇਰਾ ਜੀਵ ਆਤਮਾ, ਮੇਰਾ ਪਿੰਡ ਸਰੀਰ, ਤੇ ਮੇਰੇ ਅੰਦਰ ਜਿਹੜੇ ਸਵਾਸ ਚੱਲ ਰਹੇ ਨੇ, ਸਭ ਕੁਝ ਤੁਹਾਡਾ ਦਿੱਤਾ ਹੋਇਆ ਵਾਹਿਗੁਰੂ ਜੀ। ਇਸ ਕਰਕੇ ਤੁਸੀਂ ਬਖਸ਼ਿਸ਼ ਕਰਨੀ ਆਪ ਹੀ, ਕਿ ਤੁਸੀਂ ਮੈਨੂੰ ਕਦੇ ਵੀ ਵਿਸਰ ਨਾ ਜਾਓ, ਮੈਂ ਤੁਹਾਨੂੰ ਕਦੇ ਵੀ ਭੁਲਾਵਾਂ ਨਾ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ।
ਸੰਤ ਜਨੋ ਸੁਣ ਭਾਈ ਹੋ ਛੂਟਣ ਸਾਚਾ ਨਾਏ। ਹੇ ਭਾਈ ਜਨੋ, ਹੇ ਸੰਤ ਜਨੋ, ਜੇ ਤੁਸੀਂ ਛੁੱਟਣਾ ਚਾਹੁੰਦੇ ਹੋ, ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਨੇ, ਸਾਧੂ ਮਨ ਕਾ ਮਾਨ ਤਿਆਗੋ। ਸਵਾਲ ਉੱਠਦਾ ਵੀ ਜੇ ਪਹਿਲਾਂ ਹੀ ਸਾਧੂ ਹਨ ਤੇ ਫਿਰ ਸਾਧੂਆਂ ਤੇ ਮਾਣ ਹੁੰਦਾ ਨਹੀਂ, ਤੇ ਜੇ ਮਾਣ ਤਿਆਗਣ ਵਾਸਤੇ ਕਹਿ ਰਹੇ ਨੇ ਫਿਰ ਸਾਧੂ ਕਿਉਂ ਕਹਿ ਰਹੇ ਨੇ? ਮਤਲਬ ਇੱਕ ਤਾਂ ਹੈ ਸਾਧੂ ਟਿਕਾਣੇ ਪੁੱਜਾ ਹੋਇਆ, ਇੱਕ ਇਸ ਮਾਰਗ ਤੇ ਚੱਲਿਆ ਹੋਇਆ, ਸਾਧ ਲਿਬਾਸ ਵੀ ਪਾਇਆ, ਸਾਧ ਕਹਾਉਂਦਾ ਵੀ ਹੈ, ਪਰ ਅਜੇ ਮਨ ਨਹੀਂ ਸਾਧਿਆ ਗਿਆ। ਇੱਥੇ ਹਜ਼ੂਰ ਸਤਿਕਾਰ ਨਾਲ ਬਚਨ ਕਰ ਰਹੇ ਨੇ ਸਾਰੇ ਸਾਧੂਆਂ ਜਨਾਂ, ਜਗਿਆਸੂਆਂ, ਸਤਸੰਗੀਆਂ, ਸਿੱਖਾਂ ਸਭ ਦੇ ਤਾਂ ਸਾਡੇ ਤੁਸੀਂ ਭਾਈ ਹੋ। ਹਜ਼ੂਰ ਕਹਿੰਦੇ ਆ ਸੰਤ ਜਨੋ ਸਾਡੇ ਭਾਈਓ ਸੁਣੋ, ਸਾਡੀ ਵਿਚਾਰ ਇਹ ਹੈ ਕਿ ਛੂਟਣ ਸੱਚ ਹੈ ਨਾ, ਜਿਹੜਾ ਛੁਟਕਾਰਾ ਹੈ ਉਹ ਸੱਚੇ ਨਾਮ ਦੇ ਨਾਲ ਜੁੜਿਆ ਹੀ ਹੋ ਸਕਦਾ, ਉਂਝ ਨਹੀਂ ਛੁਟਕਾਰਾ ਹੋ ਸਕਦਾ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਮ। ਸਤਿਗੁਰੂ ਦੇ ਚਰਨਾਂ ਨੂੰ ਸੇਵਣਾ, ਸਤਿਗੁਰੂ ਦੇ ਚਰਨ ਪਰਸਣੇ, ਸਤਿਗੁਰੂ ਦੇ ਚਰਨ ਸਰੇਵਣ ਦਾ ਮਤਲਬ ਹੈ ਨਿਮਰਤਾ ਧਾਰ ਕੇ ਸਤਿਗੁਰੂ ਦੀ ਸ਼ਰਨ ਚ ਆਉਣਾ। ਤੀਰਥ ਹਰ ਕਾ ਨਾਮ, ਤੇ ਸਤਿਗੁਰੂ ਫਿਰ ਐਸੇ ਤੀਰਥ ਵਿੱਚ ਇਸ਼ਨਾਨ ਕਰਾਉਂਦੇ ਨੇ ਜਿਹਦੇ ਨਾਲ ਪਵਿੱਤਰ ਹੋ ਜਾਈਦਾ। ਤੀਰਥ ਹਮਰਾ ਹਰ ਕਉ ਨਾਮ, ਗੁਰ ਉਪਦੇਸਿਆ ਤਤ ਗਿਆਨ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਪਵਿੱਤਰ ਕਰਨ ਵਾਲਾ ਹਰੀ ਦਾ ਨਾਮ ਹੀ ਹੈ। ਅੱਗੇ ਦਰਗਹਿ ਮੰਨੀਐ, ਮਿਲੈ ਨਥਾਵੇਂ ਥਾਓ। ਜਿਹੜੇ ਨਥਾਵੇਂ ਲੋਕ ਹੋਣ, ਕਿਤੇ ਜਿਨ੍ਹਾਂ ਦਾ ਥਾਂ ਨਾ ਹੋਵੇ, ਸਤਿਗੁਰੂ ਦੇ ਚਰਨਾਂ 'ਚੋਂ ਨਥਾਵਿਆਂ ਨੂੰ ਥਾਂ ਮਿਲਦੀ ਹੈ, ਤੇ ਅੱਗੇ ਦਰਗਾਹ ਦੇ ਵਿੱਚ ਵੀ ਉਹ ਮੰਨੇ ਜਾਂਦੇ, ਯਾਨੀ ਪ੍ਰਵਾਨ ਚੜ੍ਹਦੇ ਨੇ, ਪੂਜੇ ਜਾਂਦੇ ਨੇ, ਸਤਿਕਾਰੇ ਜਾਂਦੇ ਹਨ, ਜੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪਾ ਅਰਪਣ ਕਰ ਦਈਏ ਤਾਂ। ਜਿਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਲ ਲੈ ਕੇ ਆ ਰਹੇ ਸੀ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਣ ਲਈ, ਤੇ ਜੁਲਾਹਿਆਂ ਦੀ ਖੱਡੀ ਸੀ, ਉੱਥੇ ਨੀਵੇਂ ਥਾਂ ਪਾਣੀ ਭਰਿਆ ਹੋਇਆ, ਠੇਡਾ ਲੱਗ ਕੇ ਡਿੱਗ ਪਏ ਸੀ। ਤੇ ਜੁਲਾਹੇ ਨੇ ਕਿਹਾ ਵੀ ਇਸ ਵੇਲੇ ਰਾਤ ਅੱਧੀ ਨਾਲ ਕੌਣ ਆ? ਤਾਂ ਜੁਲਾਹੀ ਕਹਿਣ ਲੱਗੀ ਉਹੋ ਹੀ ਅਮਰੂ ਨਥਾਵਾਂ ਹੋਣਾ ਜਿਹਨੂੰ ਟਿਕਾ ਹੀ ਨਹੀਂ ਮਿਲਦਾ, ਟਿਕਣਾ ਨਹੀਂ ਮਿਲਦਾ, ਰਾਤ ਵੀ ਤੁਰਿਆ ਫਿਰਦਾ ਰਹਿੰਦਾ, ਹੋਰ ਕੌਣ? ਤਾਂ ਹਜ਼ੂਰ ਨੇ ਕਿਹਾ ਸੀ ਕਿ ਝੱਲੀ ਹੈ ਤੂੰ, ਮੈਂ ਨਥਾਵਾਂ ਨਹੀਂ, ਮੇਰੇ ਤੇ ਥਾਂ ਬੜੇ ਵੱਡੇ ਸਤਿਗੁਰੂ ਹਨ, ਉਹ ਮੇਰੇ ਥਾਂ ਹਨ। ਤਾਂ ਜੁਲਾਹੀ ਝੱਲੀ ਹੋ ਗਈ ਸੀ, ਫਿਰ ਸਤਿਗੁਰਾਂ ਦੀ ਸ਼ਰਨ ਆਉਣ ਤੇ ਫਿਰ ਤੰਦਰੁਸਤ ਕੀਤੀ। ਇਸ ਤਰ੍ਹਾਂ ਫਿਰ ਗੁਰੂ ਅਮਰਦਾਸ ਦੇ ਤਾਈ ਗੁਰੂ ਅੰਗਦ ਸਾਹਿਬ ਨੇ 12 ਵਰ ਦਿੱਤੇ ਸੀ। ਅਮਰਦਾਸ ਨਥਾਵਿਆਂ ਦਾ ਥਾਂ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਤਰਿਆਂ ਦੀ ਧਿਰ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਆਦਿਕ 12 ਵਰ ਦੇ ਕੇ ਨਵਾਜਿਆ ਸੀ ਕਿ ਇਹ ਨਥਾਵੇਂ ਨਹੀਂ ਹਨ, ਵੱਡੇ ਥਾਂ ਵਾਲੇ ਹਨ ਸ਼੍ਰੀ ਗੁਰੂ ਅਮਰਦਾਸ। ਜਿਹਨੂੰ ਸਤਿਗੁਰੂ ਦੀ ਸ਼ਰਨ ਪ੍ਰਾਪਤ ਹੋ ਗਈ ਉਹ ਨਥਾਵਾਂ ਨਹੀਂ। ਭਾਈ ਰੇ ਸਾਚੀ ਸਤਿਗੁਰ ਸੇਵ, ਭਾਈ ਰੇ ਹੈ ਭਾਈ, ਜਿਹੜੀ ਸੱਚੀ ਸੇਵਾ ਹੈ ਉਹ ਸਤਿਗੁਰਾਂ ਦੀ ਸੇਵਾ ਹੈ। ਇੱਕ ਭਜਨ ਹੈ ਕਿ ਮਨਮੁਖ ਸੇਵਾ ਖਰੀ ਦੁਹੇਲੀ, ਸਾਧ ਕੀ ਸੇਵਾ ਸਦਾ ਸੁਹੇਲੀ। ਸਾਧੂ ਹੋਵੇ ਗੁਰਮੁਖ ਪਿਆਰਾ ਤੇ ਉਹਦੀ ਸੇਵਾ ਸਦਾ ਸੁਖਦਾਈ ਹੈ, ਮਨਮੁਖਾਂ ਦੀ ਸੇਵਾ ਕੀਤੀ ਵੀ ਦੁਹੇਲੀ ਦੁਖਦਾਈ ਹੈ, ਕਿਉਂਕਿ ਮਨਮੁਖ ਸੰਤੁਸ਼ਟ ਨਹੀਂ ਹੁੰਦੇ, ਜਿੰਨੀ ਮਰਜ਼ੀ ਸੇਵਾ ਕਰੋ, ਉਹ ਫਿਰ ਵੀ ਸ਼ਰਾਬ ਕਬਾਬ ਪੀ ਖਾ ਕੇ ਖੁਸ਼ ਹੁੰਦੇ ਨੇ। ਸੋ ਇਸ ਪ੍ਰਕਾਰ ਸਤਿਗੁਰਾਂ ਦੀ ਜਿਹੜੀ ਸੇਵਾ ਹੈ ਇਹ ਸੱਚੀ ਹੈ। ਸਤਿਗੁਰ ਤੁਠੈ ਪਾਈ ਹੈ ਪੂਰਨ ਲਖ ਭੇਵ। ਜੇ ਸਤਿਗੁਰੂ ਸੇਵਾ ਤੋਂ ਰੀਝ ਪਏ, ਤੁਠ ਪਏ, ਪ੍ਰਸੰਨ ਹੋ ਗਏ, ਤਾਂ ਫਿਰ ਪਾ ਲਈਦਾ ਹੈ ਪੂਰਨ ਜੋ ਪਰਮਾਤਮਾ ਹੈ, ਅਲਖ ਜੋ ਲਖਿਆ ਨਹੀਂ ਜਾਂਦਾ, ਅਭੇਵ ਜਿਹਦਾ ਭੇਦ ਨਹੀਂ ਪਾਇਆ ਜਾਂਦਾ, ਜਿਹੜਾ ਪੂਰਨ ਤੌਰ ਤੇ ਜਾਣਿਆ ਨਹੀਂ ਜਾਂਦਾ, ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਜੋ ਪੂਰਨ ਹੈ ਸਾਰਿਆਂ ਥਾਵਾਂ ਤੇ, ਐਸੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈਦੀ ਹੈ ਸਤਿਗੁਰੂ ਦੀ ਸੇਵਾ ਕਮਾ ਕੇ। ਸਤਿਗੁਰੂ ਜਦੋਂ ਪ੍ਰਸੰਨ ਹੋ ਜਾਣ, ਰੀਝ ਪੈਣ, ਰਹਾਓ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸਚ ਨਾਉ। ਜਿਨ੍ਹਾਂ ਸਤਿਗੁਰਾਂ ਨੇ ਮੈਨੂੰ ਸੱਚਾ ਨਾਮ ਬਖਸ਼ਿਆ ਹੈ, ਐਸੇ ਸਤਿਗੁਰਾਂ ਦੇ ਉੱਪਰੋਂ ਮੈਂ ਵਾਰਿਆ ਜਾਂਦਾ ਹਾਂ, ਮੈਂ ਵਾਰਿਆ ਗਿਆ, ਕੁਰਬਾਨ ਹੋ ਗਿਆ, ਸਦਕੇ ਜਾਵਾਂ। ਆਣ ਦਿਨ ਸੱਚ ਸਲਾਹਣਾ, ਐਸੇ ਸਤਿਗੁਰੂ ਦੀ ਸ਼ਰਨ ਚ ਆ ਕੇ ਰਾਤ ਤੇ ਦਿਨੇ ਸੱਚ ਸਰੂਪ ਸਦੀਵੀ ਰਹਿਣ ਵਾਲੇ, ਕਾਇਮ ਦਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਲਾਹੁਣਾ ਹੋਇਆ। ਸੱਚੇ ਕੇ ਗੁਣ ਗਾਓ ਭਾਈ, ਫਿਰ ਰਾਤ ਦਿਨ ਸਲਾਹੋ ਸੱਚ ਸਰੂਪ ਨੂੰ, ਤੇ ਸੱਚੇ ਅਕਾਲ ਪੁਰਖ ਦੇ ਹੀ ਗੁਣਾਂ ਨੂੰ ਗਾਓ। ਪਰਮਾਤਮਾ ਦੀਆਂ ਸਿਫਤਾਂ ਦਾ ਬਿਆਨ ਕਰੋ, ਵਾਹਿਗੁਰੂ ਦੀਆਂ ਖੂਬੀਆਂ ਦਾ ਗੁਣਾਨਵਾਦ ਕਰੋ।
ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਮ। ਉਹਨਾਂ ਗੁਰਮੁਖਾਂ ਦਾ ਫਿਰ ਇਹ ਖਾਣਾ ਵੀ ਸੱਚ ਸਰੂਪ ਪਰਮੇਸ਼ਰ ਦਾ ਨਾਮ ਹੀ ਹੈ। ਸੱਚ ਸਰੂਪ ਦਾ ਹੀ ਕੱਪੜਾ ਉਹ ਪਹਿਨਦੇ ਨੇ, ਇਹੋ ਹੀ ਪੁਸ਼ਾਕਾਂ ਹਨ ਸੋਹਣੀਆਂ, ਤੇ ਉਹਨਾਂ ਸੱਚ ਨਾਲ ਜੁੜਿਆ ਹੋਇਆਂ ਵਾਸਤੇ ਸੱਚਾ ਨਾਮ ਹੀ ਸਭ ਕੁਛ ਹੈ। ਸੱਚੇ ਅਕਾਲ ਪੁਰਖ ਦਾ ਸੱਚਾ ਨਾਮ ਹੀ ਉਹਨਾਂ ਵਾਸਤੇ ਗਹਿਣਾ ਹੈ, ਪਹਿਨਣਾ ਹੈ, ਖਾਣਾ ਹੈ। ਸਾਸ ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ। ਆਉਂਦੇ ਜਾਂਦੇ ਸਾਹ ਨਾਲ, ਗਰਾਸ ਹਰ ਬੁਰਕੀ ਨਾਲ ਨਹੀਂ ਵਿਸਰਨਾ ਚਾਹੀਦਾ। ਜੋ ਸਫਲ ਮੂਰਤ ਹਨ, ਜਿਨ੍ਹਾਂ ਦਾ ਦਰਸ਼ਨ ਨਿਸਫਲ ਨਹੀਂ ਜਾਂਦਾ, ਐਸੇ ਗੁਰੂ ਸਾਹਿਬ ਹਨ ਆਪ ਪਰਮੇਸ਼ਰ ਸਰੂਪ। ਸਫਲ ਦਰਸ਼ਨ ਹਨ ਜਿਨ੍ਹਾਂ ਸਤਿਗੁਰਾਂ ਦੇ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨਹਾਰਾ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਦਰਸ਼ਨ ਨਿਸਫਲ ਨਹੀਂ ਜਾਂਦੇ, ਐਸਾ ਸਰੂਪ ਹੈ ਆਪ ਜੀ ਦਾ। ਗੁਰੂ ਆਪ ਪਰਮੇਸ਼ਰ ਰੂਪ ਹੀ ਹਨ। ਗੁਰ ਜੀਵੜ ਅਵਰ ਨਾ ਦਿਸਈ ਆਠ ਪਹਿਰ ਤਿਸ ਜਾਪ। ਸਤਿਗੁਰਾਂ ਜਿੱਡਾ ਵੱਡਾ ਹੋਰ ਤਾਂ ਕੋਈ ਦਿਖਾਈ ਨਹੀਂ ਦਿੰਦਾ ਭਾਈ। ਅੱਠੇ ਪੈਰ ਤਿਸ ਸਤਿਗੁਰੂ ਦਾ ਹੀ ਜਾਪ ਜਪੋ। ਅੱਠੇ ਪੈਰ ਤਿਸ ਨੂੰ ਹੀ ਪਰਮੇਸ਼ਰ ਰੂਪ ਕਰਕੇ ਜਾਪ ਜਾਣ ਲਓ ਤੇ ਜਪੋ ਅਰਾਧੋ। ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ। ਜੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਦਾਤ ਪ੍ਰਾਪਤ ਹੁੰਦੀ ਹੈ ਕਿ ਜੋ ਸੱਚ ਸਰੂਪ ਵਾਹਿਗੁਰੂ ਦਾ ਸੱਚਾ ਨਾਮ ਹੈ, ਗੁਣਾਂ ਦਾ ਖਜ਼ਾਨਾ। ਗੁਣਤਾਸ ਗੁਣਾਂ ਦਾ ਖਜ਼ਾਨਾ ਸੱਚਾ ਨਾਮ ਹੈ, ਜਾਂ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦਾ ਸੱਚਾ ਨਾਮ ਤਾਂ ਹੀ ਪ੍ਰਾਪਤ ਹੁੰਦਾ ਜੇ ਵਾਹਿਗੁਰੂ ਜੀ ਆਪ ਆਪਣੀ ਮਿਹਰ ਦੀ ਨਜ਼ਰ ਕਰਨ ਤਾਂ। ਹੁਣ ਅੱਗੇ ਸਤਿਗੁਰੂ ਦੱਸ ਰਹੇ ਨੇ, ਗੁਰ ਪਰਮੇਸ਼ਰ ਏਕ ਹੈ। ਸਤਿਗੁਰੂ ਤੇ ਪਰਮੇਸ਼ਰ ਇੱਕੋ ਰੂਪ ਹਨ। ਜਿਵੇਂ ਜਨਮ ਸਾਖੀ 'ਚ ਬਚਨ ਆਉਂਦੇ ਨੇ, ਅਕਾਲ ਪੁਰਖ ਦੇ ਦਰ ਤੋਂ ਬਚਨ ਹੋਇਆ ਗੁਰੂ ਨਾਨਕ ਸਾਹਿਬ ਨੂੰ ਕਿ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਹੇ ਨਾਨਕ ਤੇਰਾ ਨਾਮ ਗੁਰੂ ਪਰਮੇਸ਼ਰ। ਮੇਰੀ ਲਿਪਾਏ ਮਾਨਗੀ ਤੇਰੇ ਅੰਦਰ, ਤੇਰੀ ਲਿਪਾਏ ਮਾਨਗੀ ਮੇਰੇ ਅੰਦਰ। ਮੈਂ ਤੇਰੇ ਅੰਦਰ, ਤੂੰ ਮੇਰੇ ਅੰਦਰ। ਸੋ ਇਸ ਪ੍ਰਕਾਰ ਤੇਰੇ ਤੇ ਮੇਰੇ 'ਚ ਕੋਈ ਅੰਤਰ ਨਹੀਂ। ਜਾਓ ਹੁਣ ਸੰਸਾਰ ਵਿੱਚ ਨਾਮ ਦੇ ਨਾਲ ਲੋਕਾਂ ਨੂੰ ਜੋੜੋ। ਜੋ ਤੇਰੀ ਚਰਨੀ ਲੱਗਣਗੇ ਉਹ ਤਰ ਜਾਣਗੇ। ਗੁਰ ਪਰਮੇਸ਼ਰ ਏਕ ਹੈ। ਸਤਿਗੁਰੂ ਜੀ ਤੇ ਪਰਮੇਸ਼ਰ ਇੱਕ ਹੀ ਰੂਪ ਹਨ। ਸਭ ਮੈਂ ਰਿਹਾ ਸਮਾਏ। ਉਹ ਪਰਮੇਸ਼ਰ ਸਾਰਿਆਂ ਵਿੱਚ ਸਮਾਇਆ ਹੋਇਆ ਜੋਤ ਰੂਪ ਆਤਮਾ ਰੂਪ ਹੋ ਗਿਆ। ਜਿਨ ਕੋ ਪੂਰਬ ਲਿਖਿਆ ਸਈ ਨਾਮ ਧਿਆਏ। ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਨਿਸ਼ਕਾਮ ਕਰਮ ਉਹਨਾਂ ਦੇ ਫਲ ਵਜੋਂ ਉਹਨਾਂ ਦੇ ਮਸਤਕ ਤੇ ਲਿਖਿਆ ਹੋਇਆ, ਤੇ ਉਹੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਕਿ ਅਸੀਂ ਸਤਿਗੁਰਾਂ ਦੀ ਸ਼ਰਨ ਨੂੰ ਗਤ ਪ੍ਰਾਪਤ ਹੋਏ। ਜਿਹੜਾ ਵੀ ਗੁਰੂ ਸ਼ਰਣਾਈ ਆ ਗਿਆ ਹੈ, ਪ੍ਰਾਪਤ ਹੋ ਗਿਆ, ਮਰੈ ਨਾ ਆਵੈ। ਨਾ ਉਹ ਮਰਦਾ ਹੈ, ਨਾ ਆਉਂਦਾ ਨਾ ਜਾਂਦਾ ਹੈ। ਸਤਿਗੁਰੂ ਮਹਾਰਾਜ ਨਾ ਮਰਨ ਵਾਲੇ ਹਨ, ਨਾ ਆਉਣ ਜਾਣ ਵਾਲੇ ਹਨ। ਐਸੇ ਸਤਿਗੁਰਾਂ ਦੀ ਸ਼ਰਨ ਦੀ ਗਤੀ ਨੂੰ ਗਤ ਪ੍ਰਾਪਤ ਹੋ। ਸਾਨੂੰ ਸਿੱਖਿਆ ਦਿੰਦੇ ਨੇ ਕਿ ਐਸੇ ਸਤਿਗੁਰਾਂ ਦੀ ਸ਼ਰਨ ਨੂੰ ਪ੍ਰਾਪਤ ਹੋਵੋ ਜੋ ਸਤਿਗੁਰੂ ਜੰਮਣ ਮਰਨ ਤੋਂ ਰਹਿਤ ਹਨ। ਨਾ ਮਰਨਗੇ ਕਦੇ, ਨਾ ਆਉਂਦੇ ਨਾ ਜਾਂਦੇ ਹਨ। ਜਿਹੜਾ ਗੁਰਾਂ ਦੀ ਸ਼ਰਨ 'ਚ ਆ ਗਿਆ ਉਹਦਾ ਵੀ ਆਉਣਾ ਜਾਣਾ ਮੁੱਕ ਜਾਏਗਾ, ਜੰਮਣਾ ਮਰਨਾ ਖਤਮ ਹੋ ਜਾਏਗਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਬੇਅੰਤ ਗਿਆਨ ਹੈ, ਬੇਅੰਤ ਉੱਚੀਆਂ ਉਡਾਰੀਆਂ ਹਨ। ਸਤਿਗੁਰਾਂ ਵਾਲੀ ਅਵਸਥਾ ਤਾਂ ਸਾਨੂੰ ਕਦੇ ਪ੍ਰਾਪਤ ਹੀ ਨਹੀਂ ਹੈ ਕਿ ਅਸੀਂ ਸਮਗਰ ਰੂਪ ਵਿੱਚ ਬਾਣੀ ਦੇ ਸਹੀ ਅਰਥਾਂ ਨੂੰ ਜਾਣ ਸਕੀਏ। ਜਿੰਨੀ ਕਿ ਸਤਿਗੁਰੂ ਸੋਝੀ ਸਮਤ ਬਖਸ਼ਦੇ ਹਨ ਉਹਦੇ ਅਨੁਸਾਰ ਵਿਚਾਰ ਹੁੰਦੀ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਇੱਥੋਂ ਤੱਕ ਸ੍ਰੀ ਰਾਗ ਦੇ 100 ਸ਼ਬਦ ਪੂਰੇ ਹੋਏ ਨੇ, ਤੇ ਇਸ ਤੋਂ ਅੱਗੇ ਅਸ਼ਟਪਦੀਆਂ ਆਰੰਭ ਹੋਣਗੀਆਂ। ਕੁਝ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸ਼ਬਦ ਹਨ, ਤੇ ਕੁਝ ਗੁਰੂ ਅਮਰਦਾਸ ਮਹਾਰਾਜ ਦੇ, ਕੁਝ ਗੁਰੂ ਰਾਮਦਾਸ ਜੀ ਦੇ, ਤੇ 30 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ। ਇੱਥੇ 100 ਸ਼ਬਦਾਂ ਦੀ ਸੰਪੂਰਨਤਾ ਹੋਈ। ਇਸ ਤੋਂ ਅੱਗੇ ਅਸ਼ਟਪਦੀਆਂ, ਜਿਨ੍ਹਾਂ ਸ਼ਬਦਾਂ ਦੇ 8-8 ਪਦ ਹੋਣ, ਇਤਿਆਦਿਕ ਲੰਬੇ ਆਕਾਰ ਦੇ ਸ਼ਬਦ ਸ਼ੁਰੂ ਹੋਣਗੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।